ਪੰਜਾਬੀ ਵਿੱਚ ਬਾਲ ਕਹਾਣੀਆਂ ਦਾ ਬਹੁਤ ਵੱਡਾ ਮਹੱਤਵਪੂਰਨ ਸਥਾਨ ਹੈ। ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਲੋਕੀ ਰਾਤ ਨੂੰ ਸੱਥਾਂ ਦੇ ਵਿੱਚ ਬੈਠ ਕੇ ਕਹਾਣੀਆਂ ਸੁਣਾਉਂਦੇ ਸਨ। ਖਾਸ ਕਰ ਉਹ ਲੋਕ ਜਿਹੜੇ ਲੋਕ ਦੂਰ ਦਰਾਡੇ ਦੁਨੀਆ ਦੇ ਵਿੱਚ ਘੁੰਮੇ ਹੁੰਦੇ ਸਨ, ਜਾਂ ਕਿਤੇ ਕੰਮਕਾਰ ਦੀ ਭਾਲ ਵਿੱਚ, ਜਾਂ ਵੈਸੇ ਹੀ ਘੁਮੱਕੜ ਕਿਸਮ ਦੇ ਲੋਕ ਜਿਹੜੇ ਘੁੰਮਦੇ ਸਨ, ਉਹ ਫਿਰ ਆ ਕੇ ਉੱਥੇ ਦੀਆਂ ਕਹਾਣੀਆਂ ਸੁਣਾਉਂਦੇ ਸਨ, ਜਾਂ ਚਿਤਕਾਰੇ ਲਾ ਕੇ ਵੀ ਸੁਣਾਉਂਦੇ ਸਨ, ਆਪਣੇ ਕੋਲੋਂ ਜੋੜ ਕੇ ਵੀ ਸੁਣਾਉਂਦੇ ਸਨ। ਅਤੇ ਇੱਕ ਬਹੁਤ ਵੱਡੀ, ਜਿਹਨੂੰ ਆਪਾਂ ਕਹੀਏ ਕਿ ਵਿਚਿੱਤਰਤਾ ਜਿਹੜੀ ਆ ਉਹ ਪੈਦਾ ਕਰਦੇ ਸਨ। ਅਤੇ ਕਈ ਲੋਕ ਐਸੇ ਵੀ ਸਨ ਜੋ ਜਿਵੇਂ ਜਸੂਸ ਸਨ, ਜਾਂ ਉਹ ਜਦੋਂ ਦੂਜੀਆਂ ਥਾਵਾਂ ਤੋਂ ਆਉਂਦੇ ਆ ਜਾਂਦੇ ਆ ਤਾਂ ਉਹ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਸੁਣਾਉਂਦੇ ਆ। ਅਤੇ ਲੋਕਾਂ ਦੇ ਵਿੱਚ ਜਿਹੜੇ ਲੋਕ ਪਿੰਡ ਦੇ ਵਿੱਚ ਹੀ ਮਤਲਬ ਰਹੇ ਹੁੰਦੇ ਆ, ਵੀ ਇੱਕ ਥਾਂ 'ਤੇ ਆਏ ਆ, ਆਪਣੇ ਪੱਠੇ ਵੱਢ ਲਏ, ਖੇਤੀ ਕਰ ਲਈ ਜਾਂ ਹੋਰ ਕੰਮ ਕਰ ਲਏ, ਅਤੇ ਘਰਾਂ ਦੇ ਵਿੱਚ ਰੋਟੀਆਂ ਖਾਧੀਆਂ ਅਤੇ ਸੌਂ ਗਏ। ਉਹਨਾਂ ਲੋਕਾਂ ਲਈ ਇਹ ਉਹ ਬਹੁਤ ਹੀ ਵਿਚਿੱਤਰ ਅਤੇ ਬੜੀ ਹੀ ਜ਼ਰੂਰੀ ਚੀਜ਼ਾਂ ਹੁੰਦੀਆਂ ਸਨ ਉਹਨਾਂ ਦੀ ਮਾਨਸਿਕ ਖੁਰਾਕ ਦੇ ਲਈ। ਅਤੇ ਉਹ ਲੋਕਾਂ ਨੇ ਮਤਲਬ ਦੀ ਇੱਜ਼ਤ ਵੀ ਬੜੀ ਫਿਰ ਉਹ ਕਰਦੇ ਸੀਗੇ ਦਿਹਾੜੀ ਦੇ ਵਿੱਚ, ਦਿਨ ਵਿੱਚ, ਪੰਚਾਇਤ ਵਿੱਚ, ਹੋਰਨਾਂ ਥਾਵਾਂ 'ਤੇ, ਕਿਉਂਕਿ ਉਹ ਉਹਨਾਂ ਦੇ ਲਈ ਬਹੁਤ ਹੀ ਇੱਕ ਭਾਵਪੂਰਤ ਅਤੇ ਜਿਹੜਾ ਹੈਗਾ ਆ ਐਂਟਰਟੇਨਿੰਗ, ਜਾਂ ਇਹਨੂੰ ਕਹਿ ਲਓ ਕਿ ਮਨੋਰੰਜਕ ਜਿਹੜਾ ਸਾਧਨ ਬਣਦਾ ਸੀ, ਤਾਂ ਉਹਨੂੰ ਕਿਸੇ ਵੀ ਸੂਰਤ ਵਿੱਚ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ। ਪਰ ਜਿਹੜੀ ਕਹਾਣੀ ਬੱਚਿਆਂ ਲਈ ਸੀ ਉਹ ਘਰ ਦੇ ਵਿੱਚ ਹੀ ਮਹਿਦੂਦ ਸੀ, ਉਹ ਬਾਹਰ ਸੱਥ ਦੇ ਵਿੱਚ ਨਹੀਂ ਸੀ। ਉਹ ਕਹਾਣੀ ਜਿਹੜੀ ਸੀਗੀ ਬੱਚਿਆਂ ਲਈ, ਉਹ ਦਾਦੀ ਜਾਂ ਨਾਨਾ ਜਾਂ ਨਾਨੀ ਜਾਂ ਦਾਦਾ ਦਾਦੀ ਉਹ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਸਨ। ਅਤੇ ਉਹ ਜਿਹੜੀਆਂ ਕਹਾਣੀਆਂ ਸਨ ਉਹਦੇ ਵਿੱਚ ਵੀ ਵਿਚਿੱਤਰਤਾ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਗਿਣੀ ਜਾਂਦੀ ਹੁੰਦੀ ਸੀਗੀ। ਅਤੇ ਉਹ ਬੱਚੇ ਦੇ ਅੰਦਰ ਇੱਕ ਸੁਪਨਾ ਪੈਦਾ ਕਰਨ ਦੇ ਲਈ ਉਹ ਕਹਾਣੀ ਸੁਣਾਈ ਜਾਂਦੀ ਸੀ, ਜਾਂ ਉਹਨੂੰ ਅਚੇਤ ਰੂਪ ਦੇ ਵਿੱਚ ਕਿਸੇ ਗੱਲ ਤੋਂ ਵਰਜਣ ਲਈ ਵੀ ਜਿਹੜੀ ਆ ਕਹਾਣੀ ਸੁਣਾਈ ਜਾਂਦੀ ਸੀਗੀ। ਪਰ ਉਹ ਸਮੇਂ ਜਿਹੜੇ ਸਨ ਉਹ ਬੜੇ ਘੁੱਟਵੇਂ ਸਮੇਂ ਸਨ, ਮਤਲਬ ਸੀਮਤ ਸਮੇਂ ਸਨ। ਜਿਹੜੀ ਗੱਲਬਾਤ ਹੈ ਉਹ ਵੀ ਸੀਮਤ ਹੁੰਦੀ ਸੀ। ਦੁਨੀਆ ਦੇ ਵਿੱਚ ਮੋਟੇ ਤੌਰ 'ਤੇ ਸਾਰੀਆਂ ਭਾਸ਼ਾਵਾਂ ਦੇ ਵਿੱਚ, ਸਾਰੀਆਂ ਕੌਮਾਂ ਦੇ ਵਿੱਚ ਕਹਾਣੀਆਂ ਸੁਣਾਈਆਂ ਜਾਂਦੀਆਂ, ਔਰ ਕਹਾਣੀਆਂ ਜਿਹੜੀਆਂ ਉਹ ਕਹਾਣੀਆਂ ਨੇ, ਉਹ ਮੈਂ ਜਦੋਂ ਸਾਰੀਆਂ ਕਹਾਣੀਆਂ ਪੜ੍ਹੀਆਂ ਤਾਂ ਮੈਨੂੰ ਇਹ ਲੱਗਾ ਕਿ ਮੂਲ ਵਿੱਚ 7-8 ਹੀ ਕਹਾਣੀਆਂ ਨੇ ਟੋਟਲ। ਉਹਨਾਂ ਦੇ ਵਿੱਚੋਂ ਹੀ ਅੱਗੇ ਵੱਖ-ਵੱਖ ਕਿਸਮ ਦੀ ਜਿਹੜੀ ਕਹਾਣੀ ਆ ਉਹ ਨਿਕਲਦੀ ਆ, ਉਹਦੇ ਉੱਤੇ ਆ। ਉਹਦੇ ਵਿੱਚ ਜਿਵੇਂ ਇਹ ਕਹਿ ਲਓ ਕਿ ਵੀ ਖਾਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਨੀਆਂ, ਜਾਂ ਸੁਪਨੇ, ਰਾਜਿਆਂ ਮਹਾਰਾਜਿਆਂ ਦੇ ਸੁਪਨੇ, ਅਮੀਰੀ ਦੇ ਸੁਪਨੇ, ਅਤੇ ਜਾਂ ਫਿਰ ਡਰਾਉਣ ਵਾਲੇ ਜਿਹੜੇ ਚੀਜ਼ਾਂ ਨੇ ਜਿਵੇਂ ਦੈਂਤ ਨੇ ਜਾਂ ਹੋਰ ਆ। ਅਤੇ ਫਿਰ ਉਹਨਾਂ ਦੇ ਵਿੱਚੋਂ ਜਿਵੇਂ ਚੜੇਲਾਂ ਨੇ, ਜਾਂ ਮਤਲਬ ਭੂਤਨੀ ਕਹਿ ਲਓ, ਜਾਦੂਗਰਨੀ ਕਹਿ ਲਓ। ਜਾਦੂਗਰਨੀ ਦੇ ਵਿੱਚ ਫੈਂਟੈਸੀ ਆ ਜਾਂਦੀ ਆ, ਵਿਚਿੱਤਰਤਾ ਆ ਜਾਂਦੀ ਆ ਉਹਦੇ ਵਿੱਚ। ਅਤੇ ਇਹ ਜਿਹੜੀਆਂ ਕਹਾਣੀਆਂ ਸੀਗੀਆਂ ਮੂਲ ਰੂਪ ਦੇ ਵਿੱਚ 7-8 ਕਿਸਮ ਦੀਆਂ ਕਹਾਣੀਆਂ ਜਾਂ ਸਬਜੈਕਟ ਦੇ ਉੱਤੇ ਕਹਾਣੀਆਂ ਜਿਹੜੀਆਂ ਉਹ ਲਿਖੀਆਂ ਗਈਆਂ। ਕਿਉਂਕਿ ਉਹਨਾਂ ਲੋਕਾਂ ਦੀ ਜਿਹੜੀ ਕਹਾਣੀਆਂ ਬਣਾਉਣ ਵਾਲੇ, ਸੁਣਾਉਣ ਵਾਲੇ ਸੀਗੇ, ਉਹਨਾਂ ਦੀ ਜਿਹੜੀ ਸੋਚ ਦੀ ਸੀਮਾ ਸੀ ਉਹ ਉੱਥੇ ਤੱਕ ਹੀ ਅਟਕੀ ਹੋਈ ਸੀ, ਔਰ ਸਾਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਹੋ ਰਿਹਾ ਸੀਗਾ। ਮੈਂ ਤਕਰੀਬਨ 30 ਭਾਸ਼ਾਵਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਟਰਾਂਸਲੇਟ ਕਰਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀਆਂ ਮੂਲ ਭਾਵਾਂ ਪੜ੍ਹਨ ਦੀਆਂ ਕੋਸ਼ਿਸ਼ ਕੀਤੀਆਂ। ਖਾਸ ਕਰ ਜਿਹੜੀਆਂ ਚਾਈਨੀਜ਼ ਕਹਾਣੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਆ ਉਹ ਜ਼ਿਆਦਾ ਜਿਹੜੇ ਆ ਉਹ ਵੱਡੇ ਦਿਓ ਦੈਤ, ਜਾਂ ਮਤਲਬ ਜਾਦੂਗਰ ਜਿਹੜੇ ਆ ਉਹਨਾਂ ਦੀਆਂ ਕਹਾਣੀਆਂ ਬਹੁਤ ਕਹਾਣੀਆਂ ਨੇ, ਉਹਨਾਂ ਦੀਆਂ ਸੈਂਕੜੇ ਕਿਸਮ ਦੀਆਂ ਕਹਾਣੀਆਂ ਉਹਨਾਂ ਦੀਆਂ ਉਹਦੇ ਵਿੱਚ ਹੈਗੀਆਂ ਨੇ। ਪਰ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਰਿਹਾ ਕਿ ਸਾਨੂੰ ਬੱਚਿਆਂ ਨੂੰ ਇਸ ਤੋਂ ਅੱਗੇ ਸੋਚਣ ਦੀ ਲੋੜ ਆ। ਜਿਹੜਾ ਸਮਾਂ ਆ ਉਹ ਬਦਲ ਗਿਆ ਆ। ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਭੂਤਾਂ ਦੀਆਂ ਜਾਂ ਜਾਦੂਗਰਨੀਆਂ ਦੀਆਂ ਜਾਂ ਖਾਣ ਵਾਲੀਆਂ ਚੀਜ਼ਾਂ ਦੇ ਲਾਲਚ ਦੇਣੇ, ਜਿਹੜੀ ਖਾਣ ਵਾਲੀਆਂ ਚੀਜ਼ਾਂ ਦੇ ਲਾਲਚ ਦਾ ਸੀ ਵੀ ਅੱਗੇ ਮਠਿਆਈ ਨਹੀਂ ਸੀ ਲੱਭਦੀ ਹੁੰਦੀ, ਬਰਫੀ ਬੜੀ ਵੱਡੀ ਗੱਲ ਹੁੰਦੀ ਸੀ, ਲੱਡੂ ਬੜੀ ਵੱਡੀ ਗੱਲ ਹੁੰਦੀ ਸੀ। ਹੁਣ ਉਹ ਗੱਲਾਂ ਜਿਹੜੀਆਂ ਰਹਿ ਨਹੀਂ ਗਈਆਂ। ਇਸੇ ਤਰ੍ਹਾਂ ਜਿਹੜੀ ਟੈਕਨੋਲੋਜੀ ਆ, ਉਹ ਟੈਕਨੋਲੋਜੀ ਅੱਗੇ ਸੀਗੀ ਵੀ ਉੱਥੋਂ ਜੀ ਉਹਦੇ ਵੱਡੇ ਖੰਭ ਸੀ, ਉਹ ਉੜ ਕੇ ਆ ਗਿਆ, ਜਾਂ ਫਿਰ ਜਾਦੂਗਰ ਨੇ ਜੀ ਉਹਨੂੰ ਸ਼ੇਰ ਤੋਂ ਚੂਹਾ ਬਣਾ ਦਿੱਤਾ, ਜਾਂ ਇਸ ਤਰ੍ਹਾਂ ਕਰਤਾ। ਜਿਹੜੀ ਟਰਾਂਸਫਰਮੇਸ਼ਨ ਸੀਗੀ ਜਾਂ ਮਤਲਬ ਬਦਲਾਅ ਸੀਗਾ। ਅਤੇ ਉਹ ਜਿਹੜੀਆਂ ਕਹਾਣੀਆਂ ਸੀਗੀਆਂ, ਲੇਕਿਨ ਅੱਜ ਦੇ ਯੁੱਗ ਦੇ ਵਿੱਚ ਉਹਨਾਂ ਕਹਾਣੀਆਂ ਦੇ ਜਿਹੜੇ ਪ੍ਰਸੰਗ ਹੈ ਉਹ ਤਕਰੀਬਨ ਖਤਮ ਹੋ ਗਏ ਆ।
ਇੱਥੋਂ ਤੱਕ ਕਿ ਜਿਹੜੀਆਂ ਬੱਚਿਆਂ ਦੀਆਂ ਖੇਡਾਂ ਸੀ ਉਹਨਾਂ ਦੇ ਪ੍ਰਸੰਗ ਵੀ ਖਤਮ ਹੋ ਗਏ ਆ। ਅੱਜ ਦੇ ਯੁੱਗ ਵਿੱਚ ਇਹ ਸਾਰੇ ਕੁਝ ਨੂੰ ਦੁਬਾਰਾ ਸੋਚਣ ਦੀ, ਕਰਨ ਦੀ ਤੇ ਨਵੀਂ ਸਾਈਕੋਲੋਜੀ ਦੇ ਨਾਲ, ਮਾਨਸਿਕਤਾ ਦੇ ਨਾਲ, ਨਵੀਂ ਮਾਨਸਿਕਤਾ ਨਾਲ ਅੱਗੇ ਸੋਚਣ ਦੀ ਲੋੜ ਹੈ। ਔਰ ਮੈਂ ਇਸੇ ਦੇ ਉੱਤੇ ਹੀ ਜਿਹੜਾ ਆ ਉਹ ਅੱਗੇ ਕਹਾਣੀਆਂ ਜਿਹੜੀਆਂ ਲਿਖੀਆਂ ਨੇ ਜਾਂ ਇਹਨਾਂ 'ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਆਓ ਆਪਾਂ ਅੱਜ ਹੁਣ ਗੱਲ ਕਰਦੇ ਹਾਂ ਪੰਜਾਬੀ ਕਹਾਣੀ ਦੇ ਵਿਸ਼ਾ ਵਸਤੂ ਦੀ। ਜਿਵੇਂ ਪਹਿਲਾਂ ਮੈਂ ਗੱਲ ਕੀਤੀ ਆ ਕਿ ਦੁਨੀਆ ਦੀਆਂ ਕਹਾਣੀਆਂ ਦੇ ਵਿੱਚ ਕੁਝ ਕੀ ਵਿਸ਼ੇ ਵਸਤੂ ਹਨ ਜਿਨ੍ਹਾਂ ਦੇ ਉੱਤੇ ਗੱਲਬਾਤ ਹੋ ਰਹੀ ਆ। ਮੈਂ ਜਿਹੜੀਆਂ ਕਹਾਣੀਆਂ ਕੁਝ ਕਹਾਣੀਆਂ ਜਿਹੜੀਆਂ ਨੇ ਪੁਰਾਣੇ ਵਿਚਿੱਤਰਤਾ ਦੇ ਵਿੱਚ ਸ਼ੁਰੂ ਕੀਤੀਆਂ ਤੇ ਕੁਝ ਕਹਾਣੀਆਂ ਜਿਹੜੀਆਂ ਨੇ ਉਹ ਅੱਜ ਦੇ ਯੁੱਗ ਵਿੱਚ ਕੀਤੀਆਂ। ਮੇਰਾ ਕਹਾਣੀਆਂ ਦਾ ਸਫ਼ਰ ਬਹੁਤ ਰੌਚਕ ਹੈ। ਮੈਂ ਬੱਚਿਆਂ ਲਈ ਕੋਈ ਕਹਾਣੀਆਂ ਨਹੀਂ ਸੀ ਲਿਖੀਆਂ। ਮੈਂ ਜ਼ਿਆਦਾ ਵਿਅੰਗ ਲਿਖਦਾ ਸੀ ਜਾਂ ਮੈਂ ਲੇਖ ਸੀ ਜਾਂ ਮੇਰੇ ਕਾਲਮ ਦੇ ਵਿੱਚ ਛਪਦਾ ਸੀਗਾ। ਤੇ ਇੱਕ ਦਿਨ ਮੈਂ ਇੱਕ ਛੋਟੀ ਜਿਹੀ ਘਟਨਾ ਵਾਪਰੀ ਕਿ ਮੈਂ ਕਹਾਣੀ ਲਿਖੀ ਕਿ ਕਿਸੇ ਦੇ ਘਰੇ ਕੋਈ ਗਲਹਿਰੀ ਦੇ ਬੱਚੇ ਉੱਤੋਂ ਡਿੱਗ ਪਏ ਦਰਖਤ ਤੋਂ ਕਿਸੇ ਵਜ੍ਹਾ ਕਰਕੇ, ਤੇ ਉਹਨਾਂ ਨੇ ਉਹ ਬੱਚੇ ਜਿਹੜੇ ਸੀਗੇ ਉਹ ਪਾਲ ਲਏ। ਤੇ ਉਹ 3 ਬੱਚੇ ਸੀ, ਇੱਕ ਮਰ ਗਿਆ ਤੇ 2 ਇੱਕ ਦਿਨ ਦੇ ਬੱਚੇ ਜਿਹੜੇ ਸੀਗੇ ਉਹ ਪਾਲ ਲਏ, ਕਿਉਂਕਿ ਕਿਸੇ ਵਜ੍ਹਾ ਕਰਕੇ ਤੁਹਾਨੂੰ ਜਿਵੇਂ ਦੱਸਿਆ ਕਿ ਗਲਹਿਰੀ ਜਿਹੜੀ ਸੀ ਉਹ ਮਰ ਗਈ ਸੀਗੀ। ਤੇ ਉਹਨਾਂ ਨੇ ਉਹ ਘਰ 'ਚ ਪਾਲ ਲਏ ਤੇ ਮੈਨੂੰ ਉਹਨਾਂ ਨੇ ਦੱਸਿਆ ਵੀ ਗਲਹਿਰੀ ਦੇ ਬੱਚੇ ਅਸੀਂ ਪਾਲੇ ਆ, ਇੱਦਾਂ ਦਾ ਸਾਡੇ ਕੋਲ ਆਏ ਆ। ਤੇ ਉਹ ਸਮਾਂ ਪਾ ਕੇ ਬੜੇ ਚੁਸਤ ਹੋ ਗਏ। ਉਹ ਉਹਨਾਂ ਦੇ ਬੱਚਿਆਂ ਦੇ ਨਾਲ ਖੇਡਣ ਲੱਗ ਪਏ ਜਿਵੇਂ ਘਰ ਪਰਿਵਾਰ ਦੇ ਮੈਂਬਰ ਹੁੰਦੇ ਆ। ਤੇ ਉਹ ਹੋ ਗਿਆ ਤੇ ਕਹਿੰਦੇ ਇਹਨਾਂ ਦਾ ਕੀ ਨਾਂ ਰੱਖੀਏ। ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਦਾ ਨਾਂ ਨਿੱਕੂ ਤੇ ਕਿੱਕੂ ਰੱਖ ਦਿਓ। ਉਹਨਾਂ ਦੇ ਨਾਂ ਨਿੱਕੂ ਤੇ ਕਿੱਕੂ ਰੱਖ ਦਿੱਤੇ ਸੀ ਜਿਵੇਂ ਦੱਸਿਆ। ਤੇ ਉਹ ਆਪਣੇ ਆਪ ਨੂੰ ਥੋੜੀ ਦੇਰ ਬਾਅਦ ਪਛਾਣਨ ਵੀ ਲੱਗ ਪਿਆ। ਨਿੱਕੂ ਕਹੇ ਤੇ ਨਿੱਕੂ ਆ ਜਾਂਦਾ ਸੀ, ਕਿੱਕੂ ਕਹੇ ਤੇ ਕਿੱਕੂ ਆ ਜਾਂਦਾ ਸੀਗਾ। ਉਹਨਾਂ ਦੀ ਖੁਰਾਕ ਉਹ ਸਾਰਾ ਕੁਝ ਉਹ ਬੜਾ ਵਧੀਆ ਲੱਗਾ। ਚਲੋ ਮੈਂ ਉਹਦੇ ਤੇ ਇੱਕ ਛੋਟੀ ਜਿਹੀ ਕਹਾਣੀ ਲਿਖ ਦਿੱਤੀ ਤੇ ਉਦੋਂ ਬਾਅਦ ਅਸੀਂ ਬਸ ਭੁੱਲ ਗਏ। ਤੇ ਇੱਕ ਦਿਨ ਇੱਕ ਸਭਾ ਵਾਲਿਆਂ ਨੇ ਪ੍ਰੋਗਰਾਮ ਰੱਖਿਆ ਕਿ ਬਾਲ ਕਹਾਣੀਆਂ ਦੇ ਉੱਤੇ ਵਰਕਸ਼ਾਪ ਰੱਖਣੀ ਆ ਡਲਹੌਜ਼ੀ ਦੇ ਵਿੱਚ। ਤੇ ਉਹਨਾਂ ਨੇ ਮੈਨੂੰ ਵੀ ਕਹਿੰਦੇ ਵੀ ਤੂੰ ਵੀ ਆ ਜਾ, ਤੂੰ ਵੀ ਲਿਖਿਆ ਕਰ ਕਹਾਣੀਆਂ, ਬਾਲ ਕਹਾਣੀਆਂ। ਮੈਂ ਕਿਹਾ ਯਾਰ ਮੈਂ ਤਾਂ ਮਤਲਬ ਵਿਅੰਗ ਤੇ ਉਹ ਲਿਖਦਾ ਹੈਗਾ। ਕਹਿੰਦੇ ਨਹੀਂ ਬਾਲ ਕਹਾਣੀਆਂ ਵੀ ਲਿਖੋ ਆ ਕੇ, ਜੇ ਹੋਰ ਕੁਛ ਨਹੀਂ ਤਾਂ ਤੂੰ ਬਾਕੀਆਂ ਦੇ ਸੁਣ ਵੀ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਵੀ ਉਹ ਕੀ ਲਿਖਦੇ ਨੇ। ਖੈਰ ਵਾਰਤਕ ਤਾਂ ਮੇਰੀ ਸੀਗੀ, ਮੈਨੂੰ ਲਿਖਣੀ ਤਾਂ ਆਉਂਦੀ ਸੀਗੀ ਉਸ ਹਿਸਾਬ ਨਾਲ ਕੁਛ। ਤੇ ਉੱਥੇ ਚਲੇ ਗਏ ਤੇ ਪਹਿਲਾਂ ਉੱਥੇ ਕਹਿੰਦੇ ਵੀ ਐਂ ਕਰੋ ਵੀ ਪਹਿਲਾਂ ਜਿਹੜੀਆਂ ਕਹਾਣੀਆਂ ਨੇ ਆਪਣੀਆਂ ਸੁਣਾਓ ਸਾਰੇ ਜਣੇ। ਤਾਂ ਮੈਨੂੰ ਪਤਾ ਸੀ ਮੇਰੀ ਵਾਰੀ ਆਉਣੀ। ਕੁਦਰਤੀ ਮੈਨੂੰ ਯਾਦ ਆ ਗਿਆ ਵੀ ਮੈਂ ਉਹ ਨਿੱਕੂ ਤੇ ਕਿੱਕੂ ਇੱਕ ਜਿਹੜੀ ਘਟਨਾ ਸੀਗੀ ਉਹ ਕਹਾਣੀ ਵਾਂਗੂ ਲਿਖੀ ਸੀ। ਤੇ ਮੈਂ ਜੀ ਜਦੋਂ ਮੇਰੀ ਵਾਰੀ ਆਈ ਤੇ ਰਾਤ ਨੂੰ 9-10 ਵਜੇ ਤਾਂ ਮੈਂ ਉਹ ਕਹਾਣੀ ਆਪਣੀ ਸੁਣਾਤੀ। ਤੇ ਹੋਇਆ ਕੀ ਵੀ ਜਦੋਂ ਉਹਨਾਂ ਨੇ ਆਪਣੀ ਜੱਜਮੈਂਟ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਭ ਤੋਂ ਓਰੀਜਨਲ ਤੇ ਜਿਹੜੀ ਨਵੀਂ ਕਿਸਮ ਦੀ ਕਹਾਣੀ ਤੇ ਵਾਰਤਕ ਦੇ ਹਿਸਾਬ ਨਾਲ ਵੀ ਇਹ ਕਹਾਣੀ ਸਾਰਿਆਂ ਤੋਂ ਵਧੀਆ ਆ। ਆਪਣੇ ਤਾਂ ਹੌਸਲੇ ਬੁਲੰਦ ਹੋ ਗਏ ਤੇ ਮੈਂ ਕਿਹਾ ਵੀ ਕਮਾਲ ਦੀ ਗੱਲ ਹੋ ਗਈ ਵੀ ਪਹਿਲੀ ਸੱਟੇ ਹੀ ਮਤਲਬ ਇਸ ਤਰ੍ਹਾਂ ਹੋ ਗਏ ਏਡੇ ਵੱਡੇ ਸਮਰੱਥ ਬਾਲ ਕਹਾਣੀਆਂ ਦੇ ਜਿਨ੍ਹਾਂ ਦੀਆਂ ਇੰਨੀਆਂ ਕਿਤਾਬਾਂ ਆ ਚੁੱਕੀਆਂ, ਇੰਨਾ ਕੁਝ ਹੋ ਚੁੱਕਾ ਵੀ ਉਹਨਾਂ ਦੇ ਵਿੱਚ ਇਹ ਹੋ ਗਿਆ। ਤੇ ਸੱਚ ਚਲੋ ਐਨੀਵੇ ਜੋ ਵੀ ਹੋਇਆ। ਦੂਜੇ ਦਿਨ ਉਹਨੇ ਕਿਹਾ ਜੀ ਅੱਜ ਵਰਕਸ਼ਾਪ ਹੈ ਵੀ ਮੌਕੇ ਦੇ ਉੱਤੇ ਕਹਾਣੀ ਲਿਖਣੀ ਆ, ਮੌਕੇ ਤੇ ਔਨ ਦਾ ਸਪੌਟ। ਇਹ ਨਵਾਂ ਜੱਬ ਖੜਾ ਕਰਤਾ ਤੇ ਅਸੀਂ ਡਲਹੌਜ਼ੀ ਉੱਤੇ ਹੋਟਲ 'ਚ ਬੜਾ ਖੁੱਲ੍ਹਾ ਵਿਹੜਾ ਜਿਹਾ, ਉੱਥੇ ਸਾਰੇ ਜਣੇ ਬੈਠੇ ਆ, ਕੋਈ ਕਹਾਣੀ ਲਿਖ ਰਿਹਾ ਉਹ ਲੈ। ਤੇ ਮੈਂ ਮੌਜ ਦੇ ਨਾਲ ਨਾ ਲੋਕਾਂ ਨੂੰ ਮਖੌਲ ਕਰਦਾ ਫਿਰਦਾ ਵੀ ਕਿਸੇ ਨੂੰ ਕੁਛ ਕਿਸੇ ਨੂੰ ਕੁਛ। ਤੇ ਮੈਨੂੰ ਪਤਾ ਸੀ ਵੀ ਮੇਰੇ ਤੋਂ ਕਿੱਥੇ ਲਿਖੀ ਜਾਣੀ ਹੈ ਇੱਦਾਂ। ਤੇ ਮੈਂ ਮਖੌਲ ਜਿਹਾ ਕਰਦਾ ਸੀਗਾ ਤੇ ਕਰਦੇ ਨਾ ਪਤਾ ਨਹੀਂ ਕੀ ਹੋਇਆ 12 ਵਜੇ ਸਬਮਿਸ਼ਨ ਹੋਣੀ ਸੀ, 11:45 ਵਜੇ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ। ਔਰ ਮੇਰੇ ਕੋਲ ਨਾ ਕਾਗਜ਼ ਨਾ ਪੈਨ, ਮੈਂ ਕਿਸੇ ਕੋਲੋਂ ਕਾਪੀ ਫੜੀ ਤੇ ਕਿਸੇ ਕੋਲੋਂ ਪੈਨ ਫੜਿਆ ਤੇ ਉੱਥੇ ਬੈਠ ਕੇ ਮੈਂ 10 ਮਿੰਟਾਂ ਦੇ ਵਿੱਚ ਇੱਕ ਕਹਾਣੀ ਲਿਖ ਦਿੱਤੀ, ਚਾਲੋ ਕਤੂਰਿਆ। ਉਹ ਇੱਕ ਕਤੂਰੇ ਦੀ ਕਹਾਣੀ ਸੀਗੀ ਤੇ ਉਹਦੀ ਆਪਣੇ ਘਰ ਦੇ ਵਿੱਚ ਜਿਹੜਾ ਬੱਚਾ ਜਿਹੜਾ ਉਹਨੇ ਪਾਲਿਆ ਹੋਇਆ ਤੇ ਉਹ ਕਿਵੇਂ ਮਤਲਬ ਉਹਦਾ ਬੂਟ ਚੱਕ ਕੇ ਲੈ ਜਾਂਦਾ ਤੇ ਸਾਰਾ ਤੇ ਰਾਹਾਂ ਦਾ ਉਹ ਕਹਾਣੀ ਮੈਂ ਜੀ ਲਿਖ ਦਿੱਤੀ। ਤੇ ਲਿਖ ਦਿੱਤੀ, ਮੁੜ ਕੇ ਸਬਮਿਟ ਹੋਈ।
ਸਾਰੇ ਤੇ ਦੁਬਾਰਾ ਦੇਖੋ ਕੀ ਕੁਦਰਤ ਦੀ ਮਰਜ਼ੀ ਆ ਜਾਂ ਕੀ ਮੇਰੀ ਕਿਸਮਤ ਹੈ ਜਾਂ ਕੀ ਆ ਵੀ ਦੁਬਾਰਾ ਫਿਰ ਜਦੋਂ ਕਹਾਣੀਆਂ ਦੀ ਵੈਲਿਊਏਸ਼ਨ ਹੋਈ ਤਾਂ ਉਹ ਕਹਿੰਦੇ ਵੀ ਇਹ ਸਭ ਤੋਂ ਵਧੀਆ ਕਹਾਣੀਆਂ ਵੀ ਫਿਰ ਓਰੀਜਨਲ ਕਹਾਣੀ ਆ ਇਹ ਤੇ ਵੀ ਵਧੀਆ ਕਹਾਣੀ ਆ। ਤੇ ਮੈਨੂੰ ਸ਼ਰਮ ਵੀ ਬੜੀ ਆਈ ਵੀ ਯਾਰ ਐਡੇ ਐਡੇ ਬੰਦੇ ਸਾਰੇ ਬੈਠੇ ਆ ਤੇ ਮੈਂ ਇਹਨਾਂ ਲੋਕਾਂ ਦੇ ਵਿੱਚ ਇਹ ਕੀ ਹੋ ਰਿਹਾ। ਖੈਰ ਐਨੀਵੇ, ਪਰ ਉਸ ਨੇ ਮੈਨੂੰ ਇਹ ਹੌਸਲਾ ਦਿੱਤਾ ਕਿ ਉਦੋਂ ਬਾਅਦ ਮੈਂ ਕਹਾਣੀਆਂ ਲਿਖੀਆਂ। ਉਦੋਂ ਬਾਅਦ ਮੇਰੀਆਂ ਤਕਰੀਬਨ ਹੁਣ ਤੱਕ 15 ਕਿਤਾਬਾਂ ਜਿਹੜੀਆਂ ਨੇ ਬਾਲ ਕਹਾਣੀਆਂ ਦੀਆਂ ਆ ਚੁੱਕੀਆਂ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਵਿਸ਼ੂ ਵਸਤੂ ਨੇ ਤਕਰੀਬਨ ਸਾਰੇ ਹੀ ਨਵੇਂ ਨੇ ਕਿਉਂਕਿ ਮੈਂ ਫਿਲਾਸਫੀ ਦਾ ਵੀ ਸਟੂਡੈਂਟ ਰਿਹਾ, ਸਾਈਕੋਲੋਜੀ ਦਾ। ਇਸ ਕਰਕੇ ਮੇਰੀਆਂ ਕਹਾਣੀਆਂ ਦੇ ਵਿੱਚ ਬਾਲ ਸਾਈਕੋਲੋਜੀ ਤੇ ਜਿਹੜਾ ਵੱਡਾ ਫਲਸਫਾ, ਜਿਹੜਾ ਜੀਵਨ ਦਾ ਫਲਸਫਾ, ਉਹਦੇ ਵਿੱਚੋਂ ਕਿਤੇ ਨਾ ਕਿਤੇ ਮੈਂ ਉਹਨੂੰ ਕੋਈ ਨਾ ਕੋਈ ਲਾਈਨ ਲਾ ਕੇ ਕੁਛ ਨਾ ਕੁਛ ਕਰਕੇ ਇੱਦਾਂ ਦਾ ਆਟੋਮੈਟਿਕ ਹੀ ਜਾਂ ਕਹਿ ਲਓ ਆਪਣੇ ਆਪ ਹੀ ਇਹ ਕੰਮ ਹੋ ਜਾਂਦਾ। ਔਰ ਜਿਹੜੀਆਂ ਮੇਰੀਆਂ ਕਹਾਣੀਆਂ ਨੇ ਇਸੇ ਕਰਕੇ ਬਹੁਤ ਹੀ ਅਸੈਪਟੇਬਿਲਿਟੀ ਹੋਈ ਆ। ਮੇਰੀ ਆਸ ਤੋਂ ਵੱਧ ਮੈਨੂੰ ਜਿਹੜਾ ਆ ਮਾਣ ਮਿਲਿਆ ਹੈਗਾ ਲੋਕਾਂ ਕੋਲੋਂ। ਕਿਤਾਬਾਂ ਮੇਰੀਆਂ ਹਮੇਸ਼ਾ ਹੀ ਸ਼ਾਰਟ ਸਪਲਾਈ ਜਿਹੜੀਆਂ ਨੇ ਸੱਤ ਵਾਲਿਆਂ ਨੇ ਵੀ ਛਾਪੀਆਂ ਨੇ, ਆਪ ਵੀ ਕੀਤੀਆਂ ਨੇ, ਹੋਰਨਾਂ ਨੇ ਵੀ ਕੀਤੀਆਂ ਨੇ, ਪਬਲਿਸ਼ਰਾਂ ਨੇ ਵੀ ਕੀਤੀਆਂ ਨੇ ਤੇ ਕਿਸੇ ਵੱਲੋਂ ਕੋਈ ਇਹ ਸ਼ਿਕਾਇਤ ਨਹੀਂ ਆਈ ਕਿ ਮੇਰੀਆਂ ਕਹਾਣੀਆਂ ਦੇ ਵਿੱਚ ਜਿਹੜਾ ਵਿਸ਼ਾ ਵਸਤੂ ਆ ਜਾਂ ਬੱਚਿਆਂ ਦੇ ਮੈਨੂੰ ਫੋਨ ਆਉਂਦੇ ਨੇ ਜਾਂ ਵੱਡਿਆਂ ਦੇ ਆਉਂਦੇ ਨੇ ਤੇ ਵੀ ਉਹ ਇੱਥੋਂ ਤੱਕ ਕਿ ਕਈ ਬੰਦਿਆਂ ਨੇ ਤਾਂ ਇਹ ਵੀ ਕਿਹਾ ਵੀ ਪੰਚਤੰਤਰ ਦੀਆਂ ਕਹਾਣੀਆਂ ਤੋਂ ਵੀ ਜ਼ਿਆਦਾ ਇੰਟਰਸਟਿੰਗ ਕਹਾਣੀਆਂ ਨੇ ਇਹ ਬੱਚਿਆਂ ਲਈ ਕਿਉਂਕਿ ਅੱਜ ਦੇ ਵਿਸ਼ਿਆਂ ਉੱਤੇ ਆ ਜਿਵੇਂ ਕੰਪਿਊਟਰ ਦੇ ਨਾਲ ਰਿਐਕਸ਼ਨ ਹੈ ਵੀ ਕੰਪਿਊਟਰ ਤਾਂ ਕੀ ਆ, ਫਿਰ ਬੱਚਿਆਂ ਦੀ ਲਾਪਰਵਾਹੀ ਉੱਤੇ, ਮੌਸਮ ਦੇ ਹਿਸਾਬ ਨਾਲ ਫੁੱਲਾਂ ਦੇ ਰੰਗਾਂ ਉੱਤੇ ਆ, ਇਸ ਤਰ੍ਹਾਂ ਦੀਆਂ ਚਿੜੀਆਂ, ਗੁਆਚੇ ਹੋਏ ਪੰਛੀ ਦੀ ਆਜ਼ਾਦੀ ਕੀ ਹੁੰਦੀ ਆ, ਇੱਦਾਂ ਦੀਆਂ ਚੀਜ਼ਾਂ ਉੱਤੇ ਬਹੁਤ ਨੇ। ਤੇ ਫਿਰ ਜਦੋਂ ਆ ਕੋਵਿਡ ਦਾ ਸਮਾਂ ਆਇਆ 2019 ਦੇ ਵਿੱਚ 2020 ਚ ਆਇਆ ਤੇ ਉਦੋਂ ਫਿਰ ਮੈਨੂੰ ਐਂ ਲੱਗਾ ਵੀ ਮੇਰਾ ਜਿਹੜਾ ਜੋ ਕੁਛ ਇੰਨਾ ਕੁਛ ਪੜ੍ਹਿਆ ਹੋਇਆ ਇੰਨਾ ਕੀਤਾ ਹੈ ਤੇ ਮੈਨੂੰ ਆਪਣੇ ਰੁਝੇਵੇਂ ਖਾਤਰ ਵੀ ਤੇ ਇਹ ਜਿਹੜੀਆਂ ਕਹਾਣੀਆਂ ਲਿਖਣੀਆਂ ਚਾਹੀਦੀਆਂ ਨੇ, ਹੋਰ ਕਹਾਣੀਆਂ ਲਿਖਣੀਆਂ ਚਾਹੀਦੀਆਂ ਨੇ। ਫਿਰ ਮੈਂ ਸੋਚਿਆ, ਫਿਰ ਮੈਂ ਬਾਕੀ ਭਾਸ਼ਾਵਾਂ ਦਾ ਅਧਿਐਨ ਕਰਕੇ ਉਹਦੇ ਵਿੱਚੋਂ ਇਹ ਸੋਚਿਆ ਕਿ ਵੀ ਜਿਹੜਾ ਹੈਗਾ ਆ ਕਹਾਣੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਦੁਨੀਆ ਦੇ ਵਿੱਚ ਨਹੀਂ ਲਿਖੀਆਂ ਗਈਆਂ ਤੇ ਜਿਨ੍ਹਾਂ ਦੇ ਸਬਜੈਕਟਸ ਉੱਤੇ ਨਹੀਂ ਲਿਖੀਆਂ ਗਈਆਂ। ਸੋ ਮੈਂ ਭਾਈ ਉਦੋਂ ਰੋਜ਼ ਫਿਰ 1 ਮਹੀਨੇ ਬਾਅਦ ਮਤਲਬ ਮਾਰਚ ਦੇ ਵਿੱਚ ਲੱਗਾ ਤੇ ਅਪ੍ਰੈਲ ਦੇ ਵਿੱਚ ਮੈਂ ਇਹ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਮੈਂ ਰੋਜ਼ ਇੱਕ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਤੇ ਲੱਕੀਲੀ ਇੱਕ ਸਾਡੇ PhD ਸਟੂਡੈਂਟ ਸੀ ਲੜਕੀ, ਉਹਨੇ ਕਿਹਾ ਵੀ ਮੇਰੀਆਂ ਇਹ ਕਹਾਣੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਨੇ ਵੀ ਮੈਂ ਇਹਨਾਂ ਨੂੰ ਆਵਾਜ਼ ਦੇ ਦੇਵਾਂ ਤੇ ਮੈਂ ਵੀ ਚਾਹੁੰਦਾ ਸੀ ਵੀ ਉਹਨਾਂ ਨੂੰ ਆਵਾਜ਼ ਦਿੱਤੀ ਜਾਵੇ। ਤੇ ਉਹਨਾਂ ਨੇ ਰੋਜ਼ ਦੀ ਰੋਜ਼ ਮੈਂ ਕਹਾਣੀ ਲਿਖਣੀ, ਉਹਨਾਂ ਨੇ ਉਹਨੂੰ ਆਵਾਜ਼ ਆਡੀਓ ਬਣਾ ਲੈਣੀ ਤੇ ਉਹ ਆਡੀਓ ਬਣਾ ਕੇ ਮੁੜ ਕੇ YouTube ਤੇ ਪਾਈਆਂ ਤੇ ਉਹ ਕਾਫੀ ਅੱਛਾ ਰਿਸਪੌਂਸ ਆਇਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਦ ਅਸੀਂ ਅੱਜ ਦੇ ਯੁੱਗ ਦੇ ਬੱਚਿਆਂ ਦੀ ਗੱਲ ਕਰਦੇ ਹਾਂ ਤੇ ਅੱਜ ਦੇ ਯੁੱਗ ਦੇ ਬੱਚਿਆਂ ਦੇ ਹਾਣ ਦੀ ਗੱਲ ਲਿਖਦੇ ਹਾਂ ਤਾਂ ਉਹ ਕਹਾਣੀਆਂ ਦਾ ਪ੍ਰਵਾਨ ਹੋਣਾ ਬਹੁਤ ਸੌਖਾ ਆ। ਅੱਜ ਬੱਚਿਆਂ ਨੂੰ ਮੋਰ ਨੱਚਦੇ ਨਾ ਦਿਖਦੇ ਨੇ, ਨਾ ਉਹ ਦੇਖਣ ਚਾਹੁੰਦੇ ਆ, ਨਾ ਉਹਨਾਂ ਨੂੰ ਬੱਦਲਾਂ ਦੀ ਗੜਗੜਾਹਟ ਚੰਗੀ ਲੱਗਦੀ ਹੈ ਜੇ ਚੰਗੀ ਲੱਗਦੀ ਜਾਂ ਉਹਨਾਂ ਕੋਲ ਹੈ ਹੀ ਨਹੀਂ, ਸਮਾਂ ਹੀ ਹੈ ਨਹੀਂ ਉਹ ਦੇਖਣ ਦਾ। ਤੇ ਗਾਹਾਂ ਤੇ ਗਾਹਾਂ ਹੁਣ ਤਾਂ ਹੋਰ ਸਮਾਂ ਬਦਲ ਗਿਆ ਜਦੋਂ ਆਨਲਾਈਨ ਐਜੂਕੇਸ਼ਨ ਹੋ ਗਈ ਆ। ਇਹ ਆਨਲਾਈਨ ਐਜੂਕੇਸ਼ਨ ਹੋ ਗਈ ਆ, ਇਹਦੇ ਵਿੱਚੋਂ ਨਵੀਆਂ ਪ੍ਰੋਬਲਮਸ ਤੇ ਨਵੇਂ ਇੰਟਰਸਟ ਪੈਦਾ ਹੋ ਰਹੇ ਆ ਤੇ ਉਹ ਹੁਣ ਮੇਰੇ ਅੰਦਰ ਉਹੋ ਜਿਹੀਆਂ 10-15 ਕਹਾਣੀਆਂ ਬਣੀਆਂ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਦਿਨ ਮੇਰਾ ਮੂਡ ਬਣ ਗਿਆ ਤੇ ਮੈਂ ਇਹ ਜਿਹੜੀ ਆਨਲਾਈਨ ਪੜ੍ਹਾਈ ਦੇ ਵਿੱਚ ਜੋ ਇੰਟਰਸਟਿੰਗ, ਜੋ ਨਵਾਂ ਤੇ ਜੋ ਮਾੜਾ ਤੇ ਜੋ ਚੰਗਾ ਹੋ ਰਿਹਾ, ਮੇਰੀ ਸਲਾਹ ਆ ਕਿ ਇਹਨਾਂ ਦੇ ਉੱਤੇ ਵੀ ਜਿਹੜੀਆਂ ਕਹਾਣੀਆਂ ਨੇ ਬੱਚਿਆਂ ਦੇ ਲਈ ਲਿਖੂੰਗਾ। ਵੱਡਿਆਂ ਲਈ ਤਾਂ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਵੱਡਿਆਂ ਲਈ ਵੀ ਨਾਲ ਹੀ ਹੁੰਦੀਆਂ ਨੇ ਕਿਉਂਕਿ ਹਰ ਬੰਦੇ ਦੇ ਅੰਦਰ ਇੱਕ ਬੱਚਾ ਬੈਠਾ, 80 ਸਾਲ ਦੇ ਬੰਦੇ ਦੇ ਅੰਦਰ ਵੀ ਬੱਚਾ ਬੈਠਾ, 40 ਸਾਲ ਦੇ ਬੰਦੇ ਦੇ ਅੰਦਰ ਵੀ ਬੱਚਾ ਬੈਠਾ। ਸੋ ਜਿਹੜਾ ਕਹਾਣੀ ਆ ਉਹ ਤੁਹਾਡੇ ਅੰਦਰਲੇ ਬੈਠੇ ਹੋਏ ਬੱਚੇ ਲਈ ਆ। ਉਮਰ ਤੁਹਾਡੀ ਕੀ ਆ ਇਹ ਕੋਈ ਮੈਨੂੰ ਲੋਕੀ ਕਹਿਣਗੇ ਜੀ ਇਹ 3 ਸਾਲ ਦੇ ਲਈ ਆ, 13 ਸਾਲ ਦੇ ਲਈ ਆ। ਮੈਂ ਕਹਿੰਦਾ ਉਹਨਾਂ ਨੂੰ ਨਹੀਂ, ਕਹਾਣੀ ਹਰ ਇੱਕ ਲਈ ਆ, ਉਹ ਤੁਹਾਡੇ ਅੰਦਰਲੇ ਬੱਚੇ ਲਈ ਆ। ਉਹ ਬੱਚੇ ਦਾ ਹਰ ਇੱਕ ਦਾ IQ ਅਲੱਗ-ਅਲੱਗ ਹੋ ਸਕਦਾ ਉਮਰ ਦੇ ਨਾਲ। IQ ਨਹੀਂ ਮੇਰਾ ਮਤਲਬ ਕਹਿਣ ਦਾ, ਉਹਦੀ ਨੌਲੇਜ ਬੇਸ ਜਿਹੜਾ ਆ, ਜਿਹੜੀ ਉਹਦੀ ਗਿਆਨ ਹੈ ਉਹ ਵੱਧ ਘੱਟ ਹੋ ਸਕਦਾ ਤੇ ਲੇਕਿਨ ਉਹ ਜਿਹੜੀ ਕਹਾਣੀ ਆ ਉਹ ਭਾਸ਼ਾ ਦਾ ਥੋੜ੍ਹਾ ਬਹੁਤਾ ਫਰਕ ਹੋ ਸਕਦਾ ਪਰ ਕਹਾਣੀ ਤੁਹਾਡੇ ਅੰਦਰ ਬੈਠੇ ਹੋਏ ਬੱਚੇ ਲਈ ਹੁੰਦੀ ਆ। ਉਹਦਾ ਤੁਹਾਡੀ ਜਿਹੜੀ ਉਮਰ ਹੈ ਉਹਦੇ ਨਾਲ
कोई संबंध नहीं। तो फिर गਾਹਾਂ अगे होर विषय ते गल कर। प्यारे दर्शकों, जिंदगी दुख सुख का नाम आ। प्यार मुहब्बत ते अपना हर बंदे का एक जिंदगी के जीण का ढंग आ। कदे खुशियाँ, कदे गमियाँ, कदे उतराई तो कदे चढ़ाई। मैनूं लगदा हर मनुख के जिंदगी दे विच ये रिश्ते या फिर ये दिन ते रात निभदी रहनी आ, निभदी आई है। पर जिंदगी दे विच कई मनुख ऐसे ने कि इन्हां चीज़ां नूं बड़ा ये सौखे ढंग नाल जी लेंदे ने। वो इन्हां चीज़ों नूं बाहली वड्डी तवज्जो नहीं देंदे। ਉਹਦੀ बहुत ही वडमुली जे मैं एग्जाम्पल देवां या उदाहरण की गल करिए, वो है जन्मेजा सिंह जौहल। क्योंकि मैं जन्मेजा होरां नूं कई सालों तो जानदा, बड़े नेड़े तो भी जानदा हाँ। सो अज की मुलाकात का विषय यही है कि जिंदगी दे विच दुख सुख हरेक दे पल्ले आउणे ही आ। ये जिंदगी का दस्तूर आ। पर दुख सुख नूं किवें संभालना, किवें जिंदगी की मंजिल वल किवें नेपरे चाढ़ना आ, वो आपां नूं शायद अज इस इंटरव्यू के अंत तक शायद कुछ आपां नूं दिशा मिले। मुलाकात करते हैं जी जन्मेजा सिंह जौहल नाल। जौहल साहब तुहाडा बहुत बहुत स्वागत। बहुत धन्यवाद। जन्मेजा सर, देखो जिंदगी दे विच इंसान नूं हर वेले सुख मिलना या हर वेले दुख मिलना शायद ये चंबे वाली गल। परमात्मा ने दस्तूर बनाया है कि जे गर्मी की रुत आ तो गां सियाल भी आनी है। सो तुसी पर हर चीज़ नूं बड़े ठंडे सहजे नाल माणदे हो। पर मैनूं ये लगता बहुते मनुख, जे मैं गल करा 90% लोगों की गल करा, वो सियाला नूं ठंड बाहली महसूस करते हैं, गर्मी च बाहली गर्मी या मुड़के च जाते हैं। पर तुसी हर चीज़ नूं सहजता नाल लिता है। सो ये जज्बा कित्थों परमात्मा ने तुहाडे दिता, दस्तूर ये किवें बने? एक्चुअली ये जिहड़ा हैगा आ, समझो कि जिहड़ी शक्ति आ, ये परमात्मा की ही शक्ति है जी। मनुख की कोई शक्ति नहीं होंदी। मनुख तो सिर्फ ने तो सिर्फ परमात्मा नूं समझना हुंदा भी वो की चाहुंदा, वो तुहानूं की दे रहा ते की लै रहा। ते जे तुसीं उहदे ते क्वेश्चन करोगे ਜਾਂ ਤੁਸੀਂ ਕਹੋਗੇ ਵੀ ਮੈਨੂੰ ਆ ਚਾਹੀਦਾ ਜਾਂ ਮੈਨੂੰ ਆ ਨਹੀਂ ਚਾਹੀਦਾ, ਤਾਂ ਉਹ ਤੁਸੀਂ ਪਰਮਾਤਮਾ ਦੇ ਜਾਂ ਕੁਦਰਤ ਦੇ ਅਗੇਂਸਟ ਜਾ ਰਹੇ। ਮਤਲਬ ਮੈਨੂੰ ਇਹ ਲੱਗਦਾ ਵੀ ਜੋ ਕੁਝ ਮੈਨੂੰ ਮਿਲ ਰਿਹਾ, ਚਾਹੇ ਉਹ ਦੁੱਖ ਹੈ ਚਾਹੇ ਸੁੱਖ ਹੈ, ਉਹ ਪਰਮਾਤਮਾ ਦੀ ਜਾਂ ਕੁਦਰਤ ਦੀ ਦੇਣ ਹੈ। ਪਰਮਾਤਮਾ ਨਾਲੋਂ ਵੀ ਕੁਦਰਤ ਮੈਂ ਸ਼ਬਦ ਜਿਹੜਾ ਵਰਤ ਕੇ ਜ਼ਿਆਦਾ ਰਾਜੀ ਹਾਂ ਵੀ ਉਹਦੀ ਦੇਣ ਹੈ। ਔਰ ਉਹ ਜਿਹੜੀ ਉਹਦੀ ਦੇਣ ਹੈ, ਉਸ ਦੇਣ ਨੂੰ ਕਬੂਲਣਾ ਮੇਰਾ ਫਰਜ਼ ਬਣਦਾ। ਅਤੇ ਮੈਨੂੰ ਇਹ ਲੱਗਦਾ ਕਿ ਵੀ ਜਦੋਂ ਅਸੀਂ ਆਪਣੀ ਇੰਟਰਫੀਰੈਂਸ ਕਰਦੇ ਹਾਂ, ਉਸ ਵੇਲੇ ਪ੍ਰੋਬਲਮ ਖੜੀਆਂ ਹੁੰਦੀਆਂ। ਜਦੋਂ ਅਸੀਂ ਮਤਲਬ ਕੁਦਰਤ ਨੂੰ ਐਸ ਸੱਚ ਮੰਨ ਲੈਂਦੇ ਹਾਂ, ਅਤੇ ਮੇਰੇ ਖਿਆਲ 'ਚ ਕੋਈ ਪ੍ਰੋਬਲਮ ਨਹੀਂ। ਔਰ ਕੁਦਰਤ ਤੁਹਾਨੂੰ ਪਹਿਲਾਂ ਤਿਆਰ ਕਰਦੀ ਆ। ਇੱਕ ਹੋਰ ਕਮਾਲ ਦੀ ਗੱਲ ਹੈ ਕਿ ਕੁਦਰਤ ਤੁਹਾਨੂੰ ਆਉਣ ਵਾਲੇ ਸਮੇਂ ਲਈ ਹਮੇਸ਼ਾ ਤਿਆਰ ਕਰਦੀ ਆ। ਤੁਸੀਂ ਸਿਰਫ ਉਸ ਨੂੰ ਸਮਝਣਾ कि कोई तैयारी चल रही है और कोई चीज़ जी अचानक नहीं वापरती। तो प्यारे दर्शकों, जौहल साहब ने बड़ी गल कही है वधिया तरीके नाल कि तुसीं सचेत रहना तो समझना है। ये सब तो वड्डी गल आ। आपां नूं पता कि पिछले 1.5 साल तो आपां नूं करोने की बीमारी ने हर परिवार दे विच आले दुआले जगड़िया होया है। चाहे व्यापार की गल करिए, चाहे परिवार की गल करिए, हर बंदे नूं किसी ना किसी तरीके का घाटा पिया। जन्मेजा सिंह जौहल होर ਜਿਹੜੇ ਬੰਦੇ ਪਿਆਰ ਕਰਦੇ ਨੇ, ਜਿਹੜੇ ਜਨਮੇਜਾ ਸਿੰਘ ਜੌਹਲ ਦੇ ਨੇੜੇ ਨੇ, ਜਾਂ ਜਿਹੜੀਆਂ ਇਹਨਾਂ ਦੀ ਕਿਤਾਬਾਂ ਬਾਰੇ ਚੰਗੀ ਰੁਚੀ ਰੱਖਦੇ ਨੇ, ਜਾਂ ਜਨਮੇਜਾ ਸਿੰਘ ਜੌਹਲ ਦੀ ਪਰਸਨੈਲਿਟੀ ਤੇ ਜਾਂ ਵਿਅਕਤੀਤਵ ਦੀ ਬਹੁਤ ਵਧੀਆ ਪਛਾਣ ਰੱਖਦੇ ਨੇ, ਉਹਨਾਂ ਨੂੰ ਇਹ ਖਬਰ ਮਿਲ ਗਈ ਹੋਣੀ ਹੈ ਕਿ ਜਨਮੇਜਾ ਸਿੰਘ ਜੌਹਲ ਦੀ ਸੁਪਤਨੀ ਨਰਿੰਦਰ ਕੌਰ ਜੀ ਦਾ ਪਿੱਛੇ ਜੇ ਕਰੋਨਾ ਦੇ ਕਾਰਨ ਦੇਹਾਂਤ ਹੋ ਗਿਆ। ਤੇ ਉਸ ਤੋਂ ਬਾਅਦ ਜਨਮੇਜਾ ਹੋਰਾਂ ਨੇ ਆਪਣੀ ਜ਼ਿੰਦਗੀ ਤੇ ਰੋਕ ਨਹੀਂ ਲਾਈ, पर जिंदगी में जीण का ढंग किस ढंग नाल जिया, वो बारे मैं बहुत वड्डी एक एग्जाम्पल दे रहा कि आम तौर पर बंदा अपने हौसले छड़ जाता। ठीक है, जिसनूं तुसीं प्यार करते हो, सारी जिंदगी तुसीं उस बंदे नाल कड्ढी है, पर जदों वो तुहाडा साथी तुहाडे तों विछड़ जाता है, शायद इंसान का मन टुट जाता है। पर जन्मेजा होरां ने उस सदमे नूं किस ढंग दे नाल सहारिया,
ਤੇ ਉਹਨੂੰ ਪੋਜ਼ਿਟਿਵ ਵੇ ਨਾਲ ਕਿਵੇਂ ਲਿੱਤਾ ਉਹਦੇ ਬਾਰੇ ਵੀ ਮੈਂ ਗੱਲ ਜ਼ਰੂਰ ਕਰਾਂਗਾ, ਕਿਉਂਕਿ ਇਹ ਚੀਜ਼ ਸਾਡੇ ਮਾਨਵਤਾ ਨੂੰ ਇੱਕ ਸੁਨੇਹਾ ਦੇਵੇਗੀ। ਜਿਹਦੇ ਵਿੱਚ ਸਰ ਤੁਸੀਂ ਠੀਕ ਹੈ ਜੀ, ਇਸ ਚੀਜ਼ ਨੂੰ ਆਪਾਂ ਦੁੱਖ ਨੂੰ ਕਦੇ ਭੁਲਾ ਨਹੀਂ ਸਕਦੇ ਕਿ ਸਾਡਾ ਜੀਵਨ ਸਾਥੀ ਤੁਰ ਗਿਆ। ਇਹ ਦੁੱਖ ਜਿਹੜਾ ਸ਼ਾਇਦ ਤੁਹਾਡੇ ਕੋਲੇ ਜਾਂ ਤੁਹਾਡੇ ਪਰਿਵਾਰ ਕੋਲੇ ਹਾਲੇ ਦੁਨੀਆ ਦਾ ਕੋਈ ਵੀ ਬੰਦਾ ਇਸ ਚੀਜ਼ ਨੂੰ ਨਹੀਂ ਮਹਿਸੂਸ ਕਰ ਸਕਦਾ, ਪਰ ਤੁਸੀਂ ਇਸ ਚੀਜ਼ ਨੂੰ, ਇਸ ਔਖੇ ਸਮੇਂ ਨੂੰ ਕਿਵੇਂ ਆਪਣੇ ਆਪ ਨੂੰ ਕੱਢਿਆ। ਤੇ ਮੈਂ ਗੱਲ ਤਾਂ ਪੁੱਛ ਰਿਹਾ ਕਿ ਇਹ ਸਭ ਦੇ ਕੋਲ ਹੀ ਆਣਾ, ਚਾਹੇ ਕਿਸੇ ਦੇ ਪਰਿਵਾਰ ਦੇ ਵਿੱਚੋਂ ਪਤੀ ਨੇ ਵਿਛੜਨਾ ਜਾਂ ਸੁਪਤਨੀ ਨੇ ਵਿਛੜਨਾ ਆ, ਪਰ ਇਸ ਚੀਜ਼ ਨੂੰ ਸੰਭਾਲਣਾ ਕਿਵੇਂ ਹੈ, ਇਹ ਬਹੁਤ ਵੱਡੀ ਜ਼ਿੰਦਗੀ ਦੀ ਹਕੀਕਤ ਆ। ਉਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਚੱਲਣਾ ਪਏ। ਦੇਖੋ, ਹਰ ਬੰਦੇ ਨੇ ਇੱਥੋਂ ਜਾਣਾ, ਠੀਕ ਹੈ। ਜੇ ਪਤੀ ਪਤਨੀ ਆ ਜਾਂ ਮਾਂ-ਬਾਪ ਹੈ ਜਾਂ ਕੀ ਆ, ਉਹਨਾਂ ਨੇ ਦੇਰ ਸਵੇਰ ਜਾਣਾ ਹੀ ਜਾਣਾ। ਔਰ ਇਹ ਵੀ ਨਹੀਂ ਵੀ ਇਕੱਠੇ ਜਾਣਾ, ਵੀ ਉਹਦਾ ਐਕਸੀਡੈਂਟ ਹੋ ਗਿਆ ਇਕੱਠੇ ਚਲੇ ਗਏ ਵੱਖਰੀ ਗੱਲ ਹੈ, ਪਰ ਨੋਰਮਲ ਲਾਈਫ ਦੇ ਵਿੱਚ ਇਕੱਠੇ ਕਿਸੇ ਨੇ ਨਹੀਂ ਜਾਣਾ। ਤੇ ਇਕੱਠੇ ਕਿਸੇ ਨੇ ਨਹੀਂ ਜਾਣਾ, ਇਹਦਾ ਮਤਲਬ ਕਿ ਕਦੇ ਨਾ ਕਦੇ ਤਾਂ ਤੁਹਾਡੇ ਅੰਦਰ ਇਕੱਲਤਾ ਪੈਦਾ ਹੋਣੀ ਹੈ ਨਾ। ਉਹ ਚਾਹੇ ਤੁਹਾਡੀ 80 ਸਾਲ ਦੀ ਉਮਰ 'ਚ ਪੈਦਾ ਹੋਵੇ, ਚਾਹੇ 100 ਸਾਲ ਦੀ ਉਮਰ 'ਚ ਪੈਦਾ ਹੋਵੇ, ਕਿਸੇ ਵੀ ਉਮਰ 'ਚ ਪੈਦਾ ਹੋਵੇ, ਇਕੱਲਤਾ ਹੋਣੀ ਆ। ਅੱਗੇ ਪਿੱਛੇ ਤਾਂ ਜਾਣਾ ਹੀ, ਠੀਕ ਹੈ। ਚਾਹੇ ਪਤੀ ਨੇ ਪਹਿਲਾਂ ਚਲ ਜਾਣਾ ਜਾਂ ਪਤਨੀ ਨੇ ਪਹਿਲਾਂ ਚਲ ਜਾਣਾ, ਜਾਂ ਤੁਹਾਡੇ ਕਿਸੇ ਹੋਰ ਮਾਂ-ਬਾਪ ਨੇ ਜਾਂ ਕਿਸੇ ਨੇ ਚਲ ਜਾਣਾ। ਸੋ ਮਤਲਬ ਇਹ ਤਾਂ ਅਟੱਲ ਸੱਚਾਈ ਆ ਕਿ ਇਕੱਠੇ ਜਾਣ ਨਾਲੋਂ ਰੂਟੀਨ ਦੇ ਵਿੱਚ ਅੱਗੇ ਪਿੱਛੇ ਜਾਣਾ। ਸੋ ਇਕੱਲਤਾ ਤਾਂ ਝੱਲਣੀ ਪੈਣੀ ਹੈ, ਠੀਕ ਹੈ। ਉਹ ਸਭ ਐਡਾ ਭਾਰ ਚੱਲਣਾ ਸੌਖਾ ਨਹੀਂ ਹੈ। ਪਰ ਚੱਕਰ ਇਹ ਆ ਕਿ ਕੋਈ ਬੰਦਾ ਅਗਰ ਸਮੇਂ ਤੋਂ ਪਹਿਲਾਂ ਚੱਲ ਜਾਵੇ, ਆਪਣੀ ਪ੍ਰਾਈਮ ਏਜ ਦੇ ਵਿੱਚ ਚੱਲ ਜਾਵੇ, ਤਾਂ ਉਹਦਾ ਦੁੱਖ ਜ਼ਰੂਰ ਹੁੰਦਾ। ਮੈਂ ਇਸ ਨੂੰ ਦੋ ਤਰ੍ਹਾਂ ਲੈਂਦਾ। ਇੱਕ ਤਾਂ ਮੈਂ ਇਹ ਲੈਂਦਾ ਕਿ ਵੀ ਅਨਿਆਏ ਮੇਰੇ ਨਾਲ ਨਹੀਂ ਹੋਇਆ, ਅਨਿਆਏ ਮੇਰੇ ਨਾਲ ਨਹੀਂ ਹੋਇਆ। ਅਨਿਆਏ ਉਸ ਰੂਹ ਨਾਲ ਹੋਇਆ ਜਿਹੜੀ ਰੂਹ ਨੇ ਹਾਲੇ ਜੀਣਾ ਸੀ, ਠੀਕ ਆ। ਦੂਸਰੀ ਗੱਲ ਇਹ ਆ ਕਿ ਵੀ ਉਹਨੂੰ ਕੁਦਰਤ ਨੇ ਜੀਉਣ ਦਾ ਮੌਕਾ ਨਹੀਂ ਦਿੱਤਾ, ਪਰ ਮੈਨੂੰ ਤਾਂ ਦਿੱਤਾ। ਸੋ ਮਤਲਬ ਇਹ ਆ ਕਿ ਜਿਹੜੀ ਕੁਦਰਤ ਹੈ ਉਹ ਕਿਸੇ ਨੂੰ ਜੀਉਣ ਦਾ ਮੌਕਾ ਨਹੀਂ ਦੇ ਰਹੀ ਤੇ ਕਿਸੇ ਨੂੰ ਜੀਉਣ ਦਾ ਮੌਕਾ ਦੇ ਰਹੀ, ਠੀਕ ਹੈ। ਉਹਨੂੰ ਨਹੀਂ ਦਿੱਤਾ, ਉਹਦੇ 100 ਕਾਰਨ ਹੋ ਸਕਦੇ, ਠੀਕ ਹੈ। ਉਹਦੀ ਆਪਣੀ ਕੋਈ ਰੋਂਗ ਡਿਸੀਜਨ ਹੋ ਸਕਦਾ, ਉਹਦਾ ਕੋਈ ਸਹੀ ਡਿਸੀਜਨ ਹੋ ਸਕਦਾ, ਜਾਂ ਉਹਨੂੰ ਕਹਿ ਲਓ ਕਿ ਵੀ ਉਹਦੀ ਜੋ ਜਿੱਦਾਂ ਮਰਜ਼ੀ ਤੁਸੀਂ ਉਹਨੂੰ ਲੈ ਲਓ, ਵੀ ਚਾਹੇ ਉਹ ਕੁਦਰਤ ਨੇ ਉਹਨੂੰ ਉਹਦੀ ਨਹੀਂ ਸੀ ਲਿਖੀ ਹੋਈ, ਜਾਂ ਮਤਲਬ ਉਹ ਮਨੁੱਖ ਦੀਆਂ ਸਾਰੀਆਂ ਕਿਆਸ ਰਹੀਆਂ ਵੀ ਐਦਾਂ ਨਹੀਂ ਸੀ ਹੋਣਾ ਚਾਹੀਦਾ, ਐਦਾਂ ਨਹੀਂ ਸੀ ਹੋਣਾ, ਜੇ ਐ ਹੋ ਜਾਂਦਾ, ਜੇ ਐ ਹੋ ਜਾਂਦਾ। ਮੈਂ ਜੇ ਨੂੰ ਵਿੱਚੋਂ ਕੱਢ, ਮੈਂ ਸਾਰੇ ਕੁਝ ਨੂੰ ਇੱਕ ਤਰ੍ਹਾਂ ਕੱਢ ਦਿੰਦਾ ਕਿ ਜੋ ਵਾਪਰਨਾ ਸੀ ਉਹ ਵਾਪਰ ਗਿਆ, ਠੀਕ ਹੈ। ਉਹ ਕਿਹੜੇ ਕਾਰਨ ਨਾਲ ਵਾਪਰਿਆ ਜਾਂ ਕਿਉਂ ਵਾਪਰਿਆ, ਉਹ ਸਾਡੇ ਵੱਸ। ਜੇ ਅਸੀਂ ਕਹਿੰਦੇ ਵੀ ਐਂ ਕਰ ਲੈਂਦੇ, ਐਂ ਕਰ ਲੈਂਦੇ, ਉਹ ਨਹੀਂ ਸੀ ਕਰ ਸਕਦੇ, ਠੀਕ ਹੈ। ਸੋ ਉਹ ਵਾਪਰਨਾ ਸੀ, ਘਟਨਾ ਵਾਪਰ ਗਈ। ਪਰ ਉਸ ਤੋਂ ਬਾਅਦ ਪਰ ਕੁਦਰਤ ਨੇ ਸਾਨੂੰ ਤਾਂ ਜਿਉਣ ਦਾ ਮੌਕਾ ਦਿੱਤਾ ਨਾ, ਤੇ ਜੇ ਅਸੀਂ ਉਸ ਨੂੰ ਨਹੀਂ ਜਿਉਂਦੇ ਜਾਂ ਉਸ ਦੇ ਨਾਲ ਜੋੜ ਕੇ ਹੀ ਉਹਦੇ ਵਿੱਚ ਅਸੀਂ ਗਲਤਾਨ ਹੋ ਜਾਂਦੇ ਹਾਂ, ਉਹਦੇ ਵਿੱਚ ਅਸੀਂ ਉਹਨੂੰ ਅੱਗੇ ਨਹੀਂ ਵਧਦੇ, ਉਹਦੇ ਵਿੱਚ ਆਪਣੇ ਗਮ 'ਚ ਸੁੱਟ ਲੈਂਦੇ ਹਾਂ, ਤੇ ਕੁਦਰਤ ਦੀ ਹੁਕਮਦੂਲੀ ਆ। ਬਸ ਆਮ ਤੌਰ 'ਤੇ ਜਿਹੜੇ ਇੱਕ ਮਨੁੱਖਾਂ ਦੀ ਗੱਲ ਕਰੀਏ, ਇਨਸਾਨੀ ਜਾਮੇ ਦੀ ਗੱਲ ਕਰੀਏ, ਉਹ ਦੁੱਖ ਵੇਲੇ ਗਿਰਦਾ ਤਾਂ ਹੈ, ਇਹ ਗੱਲ ਤਾਂ ਨਹੀਂ, ਇਸ ਗੱਲ 'ਚ ਕੋਈ ਸ਼ੱਕ ਨਹੀਂ ਜੀ। ਇਹ ਨਹੀਂ ਕਿ ਉਹਦਾ ਦੁੱਖ ਨਹੀਂ ਆ, ਜਾਂ ਇਹ ਨਹੀਂ ਕਿ ਉਹਦੀ ਕੋਈ ਇਮੋਸ਼ਨਲ ਜਾਂ ਭਾਵਨਾਤਮਕ ਵੈਲਿਊ ਨਹੀਂ, ਜਾਂ ਉਹਨੂੰ ਆਪਾਂ ਜਿਹੜਾ ਆ ਉਹਨੂੰ ਨਕਾਰਦੇ ਆ, ਉਹਨੂੰ ਨਕਾਰ ਨਹੀਂ ਸਕਦੇ। ਮੈਂ ਉਸ ਤੋਂ ਅੱਗੇ ਦੀ ਗੱਲ ਕਰਦਾ। ਉਹ ਸਾਰੇ ਕੁਝ ਹੋਣ ਦੇ ਬਾਵਜੂਦ ਜਿਹੜੀ ਕੁਦਰਤ ਹੈ ਉਹ ਸਾਨੂੰ ਇੱਕ ਮੌਕਾ ਦੇ ਰਹੀ, ਉਹ ਮੈਨੂੰ ਇੱਕ ਮੌਕਾ ਦੇ ਰਹੀ ਆ ਕਿ ਵੀ ਤੂੰ ਜਿਉ। ਜੇ ਮੈਂ ਜਿਉਣਾ ਆ ਤਾਂ ਫਿਰ ਮੈਂ ਭਰਪੂਰਤਾ ਦੇ ਨਾਲ ਕਿਉਂ ਨਾ ਜੀਵਾਂ, ਹੈ ਨਾ। ਫਿਰ ਮੈਂ ਝੂਠਤਾ ਦੇ ਨਾਲ ਕਿਉਂ ਜੀਵਾਂ, ਠੀਕ ਹੈ। ਸੋ ਉਹਦੇ ਲਈ ਤੁਸੀਂ ਇਹ ਕਰ ਸਕਦੇ ਹੋ ਕਿ ਤੁਸੀਂ ਆਪਣੇ ਸਾਥੀ ਲਈ ਜਾਂ ਆਪਣੇ ਸੰਗੀ ਸਾਥੀ ਲਈ, ਆਪਣੇ ਮਿੱਤਰ ਪਿਆਰੇ ਲਈ, ਜਾਂ ਆਪਣੇ ਮਾਂ-ਬਾਪ ਲਈ, ਜਾਂ ਕਿਸੇ ਲਈ ਕੋਈ ਇਹੋ ਜਿਹਾ ਕੰਮ ਕਰੋ ਕਿ ਜਿਹੜਾ ਉਹਦੀ ਯਾਦ ਵੀ ਤਾਜ਼ਾ ਰੱਖੇ, ਤੇ ਜਿਹੜਾ ਸਮਾਜ ਦੇ ਵਿੱਚ ਜਿਹੜੇ ਅਸੀਂ ਕਾਰਜ ਕਰਨੇ ਆ, ਉਹ ਕਾਰਜ ਜਿਹੜੇ ਆ ਉਹਨਾਂ ਦੀ ਉਹ ਪ੍ਰੋੜਤਾ ਵੀ ਹੋਵੇ, ਜਾਂ ਉਹਨਾਂ ਕਾਰਜਾਂ ਨੂੰ ਅੱਗੇ ਵਧਾਇਆ ਵੀ ਜਾ ਸਕੇ। ਜਿਵੇਂ ਹੁਣ ਮੈਂ ਨੇਚਰ ਦੇ ਨਾਲ ਜੁੜਿਆ ਹੋਇਆ, ਜਾਂ ਮੈਂ ਆਯੁਰਵੇਦ ਦੇ ਨਾਲ ਜੁੜਿਆ ਹੋਇਆ, ਜਾਂ ਮੈਂ ਇਹਨਾਂ ਚੀਜ਼ਾਂ ਦੇ ਨਾਲ, ਦੇਸੀ ਚੀਜ਼ਾਂ ਦੇ ਨਾਲ ਜੁੜਿਆ ਹੋਇਆ, ਤੇ ਮੈਂ ਇਹ ਸੋਚਿਆ ਕਿ ਵੀ ਉਹਦੀ ਯਾਦ ਨੂੰ ਵੀ ਆਪਣੇ ਮਨ 'ਚ ਰੱਖਣਾ, ਤੇ ਉਹਨੂੰ ਸਾਰਥਕ ਉਪਰਾਲਾ ਵੀ ਦੇਣਾ। ਤੇ ਉਹ ਸਾਰਥਕ ਉਪਰਾਲੇ ਦੇ ਵਿੱਚ ਹੀ ਮੇਰੇ ਅੰਦਰੋਂ ਇਹ ਨਿਕਲੀ ਕਿ ਆਓ ਇੱਕ ਉਹਦੀ ਯਾਦ ਦੇ ਵਿੱਚ ਹਰਬਲ ਗਾਰਡਨ ਬਣਾਈਏ, ਜਾਂ ਇੱਕ ਮਿਊਜ਼ੀਅਮ ਬਣਾਈਏ। ਸੋ ਉਸ ਰਾਹ 'ਤੇ ਮੈਂ ਤੁਰ ਪਿਆ, ਤੇ ਉਹਦੇ ਨਾਲ ਮੈਨੂੰ ਹੌਸਲਾ ਮਿਲਿਆ।
ਪਿਆਰੇ ਦਰਸ਼ਕੋ, ਦੇਖੋ ਹੁਣ ਆਪਾਂ ਗੱਲ ਕਰੀਏ, ਜਨਮੇਜਰ ਸਿੰਘ ਨੇ ਆਪਾਂ ਨੂੰ ਬਹੁਤ ਵਧੀਆ ਗੱਲ ਕਹੀ ਵੀ ਜ਼ਿੰਦਗੀ ਜਿਉਣੀ ਪੈਣੀ ਆ, ਪੋਜ਼ਿਟਿਵ ਵੇ ਨਾਲ ਜਿਉਣੀ ਪੈਣੀ ਆ। ਤੇ ਜਨਮੇਜਾ ਬਾਈ ਉਹਨਾਂ ਨੇ ਜੈਵਿਕ ਖੇਤੀ ਬਾਰੇ ਵੀ ਗੱਲਾਂ ਕੀਤੀਆਂ ਨੇ, ਸੋ ਉਹਦੇ ਬਾਰੇ ਵਿਚਾਰ ਕਰਦੇ ਕਿ ਬਾਈ ਜੀ ਉਹਨਾਂ ਨੇ ਐਂ ਕਿਹਾ ਕਿ ਹੁਣ ਮੈਂ ਜੇ ਯਾਦ ਤਾਜ਼ਾ ਰੱਖਣ ਦੀ ਉਹ ਗੱਲ ਕਰੀਏ, ਕਿਉਂਕਿ ਜ਼ਿੰਦਗੀ 'ਚ ਇਨਸਾਨ ਕਦੇ ਕਿਸੇ ਨੂੰ ਭੁੱਲਦਾ ਨਹੀਂ, ਖਾਸ ਕਰਕੇ ਉਹ ਬੰਦਾ ਜਿਹਦੇ ਨਾਲ ਅਸੀਂ ਜ਼ਿੰਦਗੀ ਦਾ ਉਹ ਸਮਾਂ ਬਿਤਾਇਆ ਜਿਹੜਾ ਜਵਾਨੀ ਤੋਂ ਲੈ ਕੇ ਇਸ ਪਹਿਰੇ ਤੱਕ ਤੁਰਿਆ ਫਿਰਿਆ। ਬਹੁਤ ਦੁੱਖ ਸੁੱਖ ਅਸੀਂ ਆਪਣੇ ਜੀਵਨ ਸਾਥੀ ਨਾਲ ਉਹ ਡਿਸਕਸ ਕਰ ਲੈਂਦੇ ਹਾਂ ਜਿਹੜੇ ਸ਼ਾਇਦ ਅਸੀਂ ਕਿਸੇ ਹੋਰ ਨਾਲ ਨਹੀਂ ਕਰਦੇ। ਸੋ ਜਨਮੇਜਰ ਸਿੰਘ ਹੋਰਾਂ ਨੇ ਕਿਹੜਾ ਉਪਰਾਲਾ ਵਰਤਿਆ ਜੈਵਿਕ ਖੇਤੀ ਵਾ, ਉਹਦੇ ਬਾਰੇ ਵੀ ਆਪਾਂ ਗੱਲਾਂ ਕਰਦੇ। ਜੋ ਸਾਹਿਬ ਤੁਸੀਂ ਤੁਹਾਡੇ ਕੋਲੇ ਜਿਹੜਾ 2-2.5 ਏਕੜ ਦਾ ਫਾਰਮ ਤੁਹਾਡੀ ਜਿਹੜੀ ਆਪਾਂ ਤੁਸੀਂ ਉੱਥੇ ਹਾਲੇ ਖੇਤੀ ਨਹੀਂ ਕੀਤੀ ਕਈ ਸਾਲਾਂ ਤੋਂ, ਤੇ ਹੁਣ ਵਿਚਾਰ ਆਇਆ ਵੀ ਜੈਵਿਕ ਖੇਤੀ ਦਾ, ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਮੇਰੇ ਕੋਲ ਜ਼ਮੀਨ 1980 ਦੀ ਲਈ ਹੋਈ ਸੀ, 2 ਏਕੜ ਹੈਗੀ ਆ। ਤੇ ਜੈਵਿਕ ਖੇਤੀ ਦੀ ਗੱਲ ਜਿਵੇਂ ਕਰ ਰਿਹਾ, ਮੈਂ ਹਰਬਲ ਗਾਰਡਨ ਦੀ ਗੱਲ ਕਰ ਰਿਹਾ ਜੀ ਜੀ। ਤੇ ਹਰਬਲ ਗਾਰਡਨ ਦੇ ਵਿੱਚ ਆ ਕਿ ਉਹ ਰੁੱਖ ਜਿਨ੍ਹਾਂ ਦਾ ਮਨੁੱਖਤਾ ਨੂੰ ਫਾਇਦਾ ਹੋ ਸਕਦਾ, ਰਾਈਟ। ਤੇ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ। ਹੁਣ ਉਸ ਦੇ ਉੱਤੇ ਕੰਮ ਸਾਡਾ ਚਾਲੂ ਹੈ ਤੇ ਉਹ ਅਸੀਂ 2 ਏਕੜ ਦੇ ਵਿੱਚ ਇਹੋ ਜਿਹਾ ਇੱਕ ਗਾਰਡਨ ਬਣਾਵਾਂਗੇ ਜਿਹੜਾ ਕਿ ਇਕੱਲਾ ਇਹ ਹੀ ਨਹੀਂ ਕਿ ਉਹਦੇ ਤੋਂ ਕੋਈ ਬੈਨੀਫਿਟ ਹੋਏਗਾ ਸਮਾਜ ਨੂੰ ਜਾਂ ਦਵਾਈਆਂ ਨੂੰ ਜਾਂ ਮਤਲਬ ਬਿਮਾਰੀਆਂ ਲਈ, ਜਾਂ ਕਹਿ ਲਓ ਕਿ ਮਨ ਵੀ ਖੁਸ਼ੀ ਲਈ ਹੋਏਗਾ। ਤੇ ਜਿਹੜਾ ਬੰਦਾ ਆਏਗਾ ਉਹਦਾ ਮਨ ਵੀ ਖੁਸ਼ੀ ਹੋਏਗਾ, ਉਹਦੀ ਨੌਲੇਜ ਵੀ ਵਾਧਾ ਹੋਏਗਾ। ਬੱਚੇ ਆਉਣਗੇ, ਉਹ ਬੱਚੇ ਦੇਖਣਗੇ, ਉਹਨਾਂ ਨੇ ਰੁੱਖ ਹੀ ਨਹੀਂ ਦੇਖੇ ਹੁੰਦੇ, ਬਹੁਤ ਸਾਰੇ ਰੁੱਖਾਂ ਦੇ ਬਾਰੇ ਸੁਣਿਆ ਹੁੰਦਾ, ਉਹ ਦੇਖੇ ਨਹੀਂ ਹੁੰਦੇ। ਕੋਸ਼ਿਸ਼ ਸਾਡੀ ਹੋਏਗੀ ਕਿ 250 ਸਾਡੇ ਕੋਲ ਜਿਹੜਾ ਦਰਖਤ ਹੈ ਪਲੱਸ ਕੁਝ 150-200 ਸ਼ਰਾਬ ਲੱਗ ਸਕਦੇ ਆ, ਉਹ ਅਸੀਂ ਜਿਹੜੇ ਆ ਉਹ ਲਾਵਾਂਗੇ ਔਰ ਉਹਨਾਂ ਦੇ ਉੱਤੇ ਬਕਾਇਦਾ ਸਾਰੀ ਉਹਦੀ ਜਾਣਕਾਰੀ ਲਿਖਾਂਗੇ ਕਿ ਇਹ ਕਿਹੜਾ ਦਰਖਤ ਹੈ, ਇਹਦੀ ਕੀ ਇਹਦੇ ਬੈਨੀਫਿਟ ਹੈ। ਕਿ ਮੇਰੀ ਕਿਤਾਬ ਵੀ ਆ ਗੁਣਕਾਰੀ ਪੌਦੇ, ਜਿਹੜੇ ਮੈਂ ਕਈ ਸਾਲ ਪਹਿਲਾਂ ਲਿਖੀ ਸੀ, ਤੇ ਉਹ ਕਿਤਾਬ ਤੋਂ ਵੀ ਬਹੁਤ ਅੱਛਾ ਰਿਸਪੌਂਸ ਹੈ। ਸੋ ਮਤਲਬ ਅਸੀਂ ਜਿਹੜੀਆਂ ਗੱਲਾਂ ਕਰਦੇ ਸੀ ਉਹਨਾਂ ਨੂੰ ਅਸੀਂ ਇੱਕ ਪ੍ਰੈਕਟੀਕਲ ਰੂਪ ਦੇਣ ਲੱਗੇ, ਔਰ ਉਹ ਕਿੰਨਾ ਕੁ ਦੇਰ ਹੁੰਦਾ ਇਹਦੇ ਬਾਰੇ ਮੈਂ ਕੋਈ ਉਹ ਨਹੀਂ ਵਾਅਦਾ ਨਹੀਂ ਕਰਦਾ। ਮਤਲਬ ਹੋ ਸਕਦਾ ਕਿੱਥੇ ਤੱਕ ਜਾਵੇ ਜਾਂ ਕਿੰਨਾ ਦੇ ਸਕੀਏ ਉਹ ਆ, ਪਰ ਉਹ ਜਿਹੜੀ ਜ਼ਮੀਨ ਆ ਉਹ ਅਸੀਂ ਇਸ ਕੰਮ ਲਈ ਡੈਡੀਕੇਟ ਕਰ ਦਿੱਤੀ ਆ। ਉਹ 1980 ਤੋਂ ਖਾਲੀ ਪਈ ਸੀ ਔਰ ਬੜੀ ਉਪਜਾਊ ਜ਼ਮੀਨ ਹੈ ਤੇ ਉਹ ਪੂਰੀ ਨੈਚੁਰਲ ਹੈ ਉਹ, ਤੇ ਉਹਦੇ 'ਤੇ ਅਸੀਂ ਜਿਹੜਾ ਹੈਗਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਆ ਉਹਦੇ ਨਾਂ 'ਤੇ ਜਾਂ ਉਹਦੇ ਯਾਦ ਦੇ ਵਿੱਚ ਜਿਵੇਂ ਵੀ ਮਤਲਬ ਹਾਲੇ ਨਾਂ ਨੂੰ ਨਾਮਕਰਨ ਕੀਤਾ ਨਹੀਂ ਕੋਈ, ਤੇ ਉਹ ਅਸੀਂ ਕਰਾਂਗੇ। ਕੰਮ ਜਿਹੜਾ ਆ ਉਹ ਸ਼ੁਰੂ ਹੋ ਗਿਆ, ਜਿਵੇਂ ਟੋਏ ਪੱਟਣੇ ਸ਼ੁਰੂ ਹੋ ਗਏ ਆ, ਪਾਣੀ ਦਾ ਇੰਤਜ਼ਾਮ ਹੋ ਗਿਆ ਹੈਗਾ, ਤੇ ਉਹ ਇਸ ਤਰ੍ਹਾਂ ਦਾ ਸਾਰਾ ਹੈਗਾ ਉਹਨੂੰ। ਲੇਕਿਨ ਉਹਨੂੰ ਉਸੇ ਪੇਸ 'ਤੇ ਕਰਨਾ ਜਿਹੜੀ ਪੇਸ 'ਤੇ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਬਿਨਾਂ ਟੈਨਸ਼ਨ ਤੋਂ ਅਸੀਂ ਕੰਮ ਕਰ ਸਕਦੇ। ਅਸਲ ਵਿੱਚ ਸੋਸ਼ਲ ਮੀਡੀਆ ਤੁਸੀਂ ਜੁੜੇ ਹੋਏ ਹੋ, ਕਈ ਲੱਖਾਂ ਲੋਕ ਤੁਹਾਡੇ ਨਾਲ ਸੰਬੰਧ ਰੱਖਦੇ ਆ, ਕੋਈ ਦੁੱਖ ਸੁੱਖ ਦੀਆਂ ਗੱਲਾਂ ਵੀ ਕਰਦੇ, ਕਈ ਸੰਸਥਾਵਾਂ ਵੀ ਜੁੜੀਆਂ ਨੇ। ਜੋ ਤੁਸੀਂ ਇਹ ਸੁਨੇਹਾ ਦਿੱਤਾ ਦੁਨੀਆ ਨੂੰ ਵੀ ਭਾਈ ਮੈਂ ਉਪਰਾਲਾ ਕਰਨ ਜਾ ਰਿਹਾ ਹਾਂ, ਇਹ ਲੋਕ ਭਲਾਈ ਦੀ ਹੈ, ਲੋਕ ਜਾਣਕਾਰੀ ਲਈ ਵੀ ਹੈ, ਕੋਈ ਸੰਸਥਾ ਤੁਹਾਡੇ ਕੋਲੇ ਮੂਹਰੇ ਉੱਠ ਕੇ ਆਈ ਭਾਈ ਮੈਂ ਤੁਹਾਡੇ ਨਾਲ ਕਰ ਦੂੰ? ਬੜੇ ਲੋਕ ਆਏ ਨੇ ਕਿ ਮਤਲਬ ਵੀ ਲੋਕਾਂ ਨੂੰ ਇਹ ਕਨਸੈਪਟ ਜਿਹੜਾ ਵਧੀਆ ਲੱਗਾ, ਕਿਉਂਕਿ ਕੋਈ ਬੰਦਾ ਆਪਣੇ ਪੱਲਿਓਂ ਦੀਵਾਨੀ ਨਹੀਂ ਛੱਡਣ ਨੂੰ ਤਿਆਰ। ਤੇ ਮੈਂ ਤਕਰੀਬਨ 5-6 ਕਰੋੜ ਦੀ ਜ਼ਮੀਨ ਆ ਜਿਹੜੀ ਕਿ ਇਸ ਕੰਮ ਲਈ ਲਾ ਸਕਦੇ ਆ, ਜਿਹੜੀ ਕਿ ਮੈਂ ਕਿਹਾ ਪੈਸਾ ਕੀ ਕਰਨਾ, ਜੇ ਫਰਜ਼ ਕਰ ਮੈਂ ਵੇਚ ਵੀ ਲਊਂਗਾ ਤੇ ਪੈਸੇ ਨੂੰ ਕੀ ਕਰੂੰਗਾ, ਕੀ ਪੈਸੇ ਨੇ ਸੁੱਖ ਦੇਣਾ ਨਹੀਂ ਦੇਣਾ। ਸੋ ਜੇ ਲੇਕਿਨ ਜਿਹੜਾ ਉੱਥੇ ਮੈਂ ਜਾਊਂਗਾ, ਉੱਥੇ ਰੁੱਖਾਂ ਦੇ ਵਿੱਚ ਮੈਂ ਜਾਊਂਗਾ ਜਾਂ ਸਾਡੇ ਦੋਸਤ ਮਿੱਤਰ ਜਾਣਗੇ ਜਾਂ ਹੋਰ ਜਾਣਗੇ, ਜਿਹੜੀ ਉਹਨੂੰ ਮਨ ਦੀ ਸ਼ਾਂਤੀ ਮਿਲਣੀ ਆ, ਉਹਦਾ 5-6 ਕਰੋੜ ਕੀ 50 ਕਰੋੜ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਹੈ, ਉਹਦਾ ਕੋਈ ਮੁੱਲ ਨਹੀਂ ਆ। ਤੋ ਮਤਲਬ ਇਹ ਆ ਕਿ ਜਿਹੜੀ ਮਨੁੱਖ ਦੇ ਮਨ ਦੀ ਸ਼ਾਂਤੀ ਆ, ਜਾਂ ਜਿਹੜੇ ਮਨੁੱਖ ਦੇ ਮਨ ਦੇ ਵਿੱਚ ਇੱਕ ਠਹਿਰਾਓ ਆਉਣਾ, ਉਹ ਮੇਰੇ ਹਿਸਾਬ ਨਾਲ ਉਹਦਾ ਰੁਪਈਆ ਕੋਈ ਮੁੱਲ ਨਹੀਂ ਹੈਗਾ, ਉਹਦਾ ਕੋਈ ਮੁੱਲ ਨਹੀਂ ਹੋ ਸਕਦਾ। ਸੋ ਮੇਰੇ ਮਨ 'ਚ ਆ ਤੇ ਨਾਲੇ ਰੁਝੇਵਾਂ ਥੋੜ੍ਹਾ ਹੋ ਜਾਊਗਾ ਤੇ ਨਾਲੇ ਇਹਨਾਂ ਚੀਜ਼ਾਂ ਉੱਤੇ ਹੋ ਜਾਊਗਾ। ਤੇ ਮੇਰਾ ਜਿਹੜਾ ਟਾਰਗੇਟ ਹੈ ਉਹ ਹੈ ਕਿ ਜ਼ਿਆਦਾ ਜਿਹੜੇ ਬੱਚੇ ਨੇ ਸਕੂਲਾਂ ਦੇ ਜਾਂ ਹੋਰ ਹੈ ਉਹ ਸਾਰੇ ਉੱਥੇ ਆਉਣ, ਉਹਨਾਂ ਦੀ ਜਾਣਕਾਰੀ 'ਚ ਵਾਧਾ ਹੋਵੇ ਔਰ ਉਹ ਆਪਣੀ ਸਿਹਤ ਪੱਖੋਂ ਜਾਂ ਹੋਰਨਾਂ ਪੱਖੋਂ ਜਿਹੜੇ ਆ ਸਾਡੇ ਜਿਹੜਾ ਟ੍ਰੈਡੀਸ਼ਨਲ ਮੈਡੀਸਨ ਹੈ ਜਾਂ ਟ੍ਰੈਡੀਸ਼ਨਲ ਸਾਡੀ ਜਿਹੜੀ ਸੋਚ ਹੈ ਜਾਂ ਖੋਜ ਹੈ ਉਹਦੇ ਨਾਲ ਜੁੜਨ। ਔਰ ਮੈਂ ਉੱਥੇ ਕੋਈ ਉਹਦੀ ਫੀਸ ਨਹੀਂ ਰੱਖਣੀ, ਤੇ ਉਹ ਸਾਰੇ ਬਹੁਤ ਸਾਰੇ ਦੋਸਤ ਮਿੱਤਰ ਸੰਸਥਾਵਾਂ ਜਿਹੜੀਆਂ ਨੇ ਉਹ ਫ੍ਰੀ ਆਫ ਕਾਸਟ ਮੇਰੇ ਨਾਲ ਜਿਹੜੇ ਜੁੜਨ ਨੂੰ ਤਿਆਰ ਨੇ। ਜਿਹੜੇ ਥੋੜ੍ਹੇ ਬਹੁਤੇ ਲੱਗ ਵੀ ਜਾਣਗੇ ਕੋਈ ਗੱਲ ਨਹੀਂ, ਉਹ ਕੋਈ ਸਮੱਸਿਆ ਨਹੀਂ ਹੈਗੀ, ਕੋਈ ਗੱਲ ਨਹੀਂ। ਤੇ ਕੀ ਕਰਨਾ ਆਪਾਂ, ਤੇ ਮੇਰੇ ਖਿਆਲ 'ਚ ਕੁਦਰਤ, ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਕੁਦਰਤ ਨੇ ਹਮੇਸ਼ਾ ਹੀ ਮੇਰੀ ਮਦਦ ਕੀਤੀ ਆ, ਤੇ ਉਹਦੇ ਵਿੱਚ ਹੀ ਮੈਂ ਜਿਹੜਾ ਇੱਕ
ਮਿਊਜ਼ੀਅਮ ਦਾ ਕਨਸੈਪਟ ਲਿਆ ਰਿਹਾ। ਦੋਸਤੋ ਇੰਨੀਆਂ ਚੀਜ਼ਾਂ ਤੁਹਾਡੇ ਦਿਮਾਗ 'ਚ ਆਉਂਦੀਆਂ, ਕਦੇ ਨਾਟਕ ਬਾਰੇ ਗੱਲ ਕਰੀਏ, ਫੋਟੋਗ੍ਰਾਫੀ ਗੱਲ ਕਰੀਏ, ਬੂਟਿਆਂ ਦੀ ਗੱਲ ਕਰੀਏ, ਖੇਤਾਂ ਦੀ ਗੱਲ ਕਰੀਏ, ਆਰਟੀਕਲ ਦੀ ਗੱਲ ਕਰੀਏ, ਨਾਵਲ ਦੀ ਗੱਲ ਕਰੀਏ, ਮੈਂ ਕਿਹਾ 100 ਤੋਂ ਵੱਧ ਚੀਜ਼ਾਂ ਬਾਰੇ ਮੈਂ ਗਿਣਾ ਸਕਦਾ। ਰਾਤ ਨੂੰ ਨੀਂਦ ਸਕੂਨ ਦੀ ਆਉਂਦੀ? ਨੀਂਦ ਆਉਂਦੀ ਕਰਕੇ ਖਿਆਲ ਆਉਂਦੇ ਆ। ਜਿਆਦਾ ਕੋਈ ਰੌਲਾ ਹੀ ਨਹੀਂ ਕਿਉਂਕਿ ਜਿਹੜੀਆਂ ਚੀਜ਼ਾਂ ਨੇ ਮੈਨੂੰ ਸਕੂਨ ਦਿੰਦੀਆਂ ਨੇ ਜੀ, ਇਹ ਮੈਨੂੰ ਸ਼ਾਂਤੀ ਦਿੰਦੀਆਂ ਨੇ, ਮੇਰੇ ਅੰਦਰ ਸਹਿਜ ਪਾਦੀਆਂ ਨੇ। ਔਰ ਨੀਂਦ ਲਈ ਇਹ ਚੀਜ਼ਾਂ ਇੰਪੋਰਟੈਂਟ। ਕੀ ਬਾਤ, ਬਹੁਤ ਵਧੀਆ। ਜੇ ਮੈਨੂੰ ਇਹ ਫਿਕਰ ਹੋਵੇ ਕਿ ਮੈਂ ਆਹ ਕੰਮ ਕਰਨਾ ਹੈ ਤੇ ਮੈਂ ਇੰਨੇ ਪੈਸੇ ਕਮਾਉਣੇ ਸੀ, ਨਹੀਂ ਕਮਾ ਹੋਏ, ਜੀ, ਜੀ। ਫੇਰ ਨਹੀਂ ਨੀਂਦ ਆਉਂਦੀ ਜੀ ਜੀ ਹੈ। ਜਾਂ ਵੇ ਫਲਾਨੀ ਥਾਂ ਤੋਂ ਮੈਨੂੰ ਸਨਮਾਨ ਮਿਲਣਾ ਸੀ, ਉਹ ਮਿਲਿਆ ਨਹੀਂ, ਜੇ ਮੈਂ ਉਹਦਾ ਜੁਗਾੜ ਸੋਚ ਰਿਹਾ ਹਾਂ ਤਾਂ ਫੇਰ ਨਹੀਂ ਨੀਂਦ ਆਉਂਦੀ। ਜੇ ਮੈਂ ਇਹ ਸੋਚਦਾ ਹਾਂ ਵੀ ਮੇਰਾ ਆਰਟੀਕਲ ਹੈ ਅਖਬਾਰ ਨੇ ਛਾਪਿਆ ਕਿ ਨਹੀਂ ਛਾਪਿਆ, ਤਾਂ ਫੇਰ ਨਹੀਂ ਨੀਂਦ ਆਉਂਦੀ। ਜਦੋਂ ਇਹ ਸਾਰਾ ਕੁਝ ਆਪੇ ਹੀ ਹੋ ਰਿਹਾ, ਜਦੋਂ ਉਹਦੀ ਇੱਛਾ ਹੀ ਨਹੀਂ ਤੁਹਾਨੂੰ, ਤੇ ਤੁਹਾਨੂੰ ਤਾਂ ਇਹ ਆ ਵੀ ਤੁਸੀਂ ਜੇ ਕੁਝ ਕਰ ਰਹੇ ਹੋ ਉਹ ਕਰਕੇ ਕੁਝ ਕਿਸੇ ਬੰਦੇ ਨੂੰ ਹੋਰ ਨੂੰ ਸ਼ਾਂਤੀ ਮਿਲ ਰਹੀ ਹੈ, ਤੇ ਨੀਂਦ ਦਾ ਕੋਈ ਮਸਲਾ ਹੀ ਨਹੀਂਗਾ। ਨੀਂਦ ਤਾਂ ਮੰਨਦਾ, ਮੈਨੂੰ ਤੁਸੀਂ ਹੁਣ ਕਹੋ ਮੈਂ 2 ਮਿੰਟ ਦੇ ਵਿੱਚ ਸੌ ਜਾਂਦਾ, ਕੋਈ ਨੀਂਦ ਮੇਰੇ ਲਈ ਕੋਈ ਮਸਲਾ ਨਹੀਂ। ਕੀ ਬਾਤ। ਸੋ ਪਿਆਰੇ ਦਰਸ਼ਕੋ, ਜਿਹਨੂੰ ਕਹਿੰਦੇ ਵੀ ਮਨ ਦੀ ਕੁਰਬਲਤਾ ਨਾ ਜਿਹੜੀ, ਉਹ ਤੁਹਾਡੇ ਹੱਥ ਦੇ ਕੰਟਰੋਲ 'ਚ ਆ। ਸੋ ਮੈਂ ਜਿਵੇਂ ਇੰਟਰਵਿਊ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਿਹਾ ਸੀ ਵੀ ਆਪਾਂ ਇੰਟਰਵਿਊ ਦੇ ਅੰਤ ਵਿੱਚ ਜਾਂ ਵਿਚਾਲੇ ਕਿਤੇ ਸੋਚਾਂਗੇ ਭਾਈ ਜੇ ਜੌਲ ਸਾਹਿਬ ਦੀਆਂ ਗੱਲਾਂ ਸਾਡੇ ਕੋਲੇ ਜੇ 5% ਤੋਂ 10% ਵੀ ਪੱਲੇ ਪਾ ਲਿਆ, ਫਿਰ ਆਪਾਂ ਜ਼ਿੰਦਗੀ ਦੇ ਦੁੱਖ ਸੁੱਖ ਨੂੰ ਐਂ ਹੰਢਾਵਾਂਗੇ ਜਿਵੇਂ ਕਦੇ ਪਤਝੜ ਆ ਗਈ ਜਾਂ ਕਦੇ ਸਿਆਲ ਦੀ ਰੁੱਤ ਆ ਗਈ ਜਾਂ ਕਿਤੇ ਗਰਮੀ ਆ ਗਈ। ਮੈਨੂੰ ਐਂ ਲੱਗਦਾ ਕਿ ਆਪਾਂ ਹਾਸੇ ਖੇਡੇ ਨਾਲ ਹੀ ਠੇਡੇ ਮਾਰਦੇ ਤੁਰਦੇ ਰਹਾਂਗੇ। ਜਿਵੇਂ ਕਦੇ ਜਵਾਕ ਭੱਜਿਆ ਜਾਂਦਾ ਰਾਹ 'ਚ ਰੋੜੇ ਨਾਲ ਖੇਡਦਾ ਤੁਰਿਆ ਜਾਂਦਾ, ਐਂ ਤੁਰਾਂਗੇ। ਸੋ ਮੈਨੂੰ ਲੱਗਦਾ ਜਨਮੇਜਰ ਸਿੰਘ ਜੌਲ ਹੋਰਾਂ ਨੇ ਜ਼ਿੰਦਗੀ ਐਂ ਹੀ ਖੇਡੀ ਹੈ। ਪਰਮਾਤਮਾ ਕਰੇ ਜ਼ਿੰਦਗੀ ਦੀ ਜਿਹੜੀ ਜਿੰਦੀ ਵੀ ਜ਼ਿੰਦਗੀ ਰਹਿੰਦੀ ਆ ਉਨੀ ਦੁਨੀਆ ਤੱਕ ਮੈਨੂੰ ਪੂਰੀ ਉਮੀਦ ਹੈ ਕਿ ਜੌਲ ਸਾਹਿਬ ਐਂ ਹੀ ਖੇਡਦੇ ਰਹਿਣਗੇ। ਜੌਲ ਸਾਹਿਬ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਤੀ ਗੁੱਸਾ ਆਉਂਦਾ ਆ ਕਿ ਉਹ ਮੇਰੇ ਨਾਲ ਨਹੀਂ ਖੜਿਆ, ਮੇਰੀ ਗੱਲ ਨਹੀਂ ਸੁਣੀ, ਜਾਂ ਮੈਂ ਉਸ ਬੰਦੇ ਦੇ ਪ੍ਰਤੀ ਮੈਨੂੰ ਵਿਆਕੁਲਤਾ ਹੋ ਰਹੀ ਹੈ ਕਿ ਨਹੀਂ ਮੇਰੀ ਗੱਲ ਦੇ ਨੇੜੇ ਤੇੜੇ ਵੀ ਨਹੀਂ ਖੜਦਾ? ਇਹ ਆਮ ਤੌਰ ਤੇ ਮੈਂ ਪਹਿਲਾਂ ਕਹਿ ਚੁੱਕਾ ਸ਼ੁਰੂ ਦੇ ਵਿੱਚ, ਇਹ ਕਾਮਨ ਮੈਨ ਟਾਕ ਆ, ਅਸੀਂ ਤੁਹਾਨੂੰ ਉਹ ਤੋਂ ਅੱਡ ਰੱਖਿਆ, ਪਰ ਫਿਰ ਵੀ ਹਰੇਕ ਇਨਸਾਨ ਨੂੰ ਰਾਤ ਨੂੰ ਦਿਮਾਗ ਦੇ ਵਿੱਚ ਸੌਣ ਲੱਗੇ ਐਂ ਆਉਂਦਾ ਭਾਈ ਮੇਰੇ ਨਾਲ ਫਲਾਣੇ ਬੰਦੇ ਨੇ ਐਂ ਕੀਤਾ ਸੀਗਾ, ਮੈਨੂੰ ਉਹਦੇ ਪ੍ਰਤੀ ਗੁੱਸਾ ਬਹੁਤ ਆ। ਕਹਿ ਸਕਦਾ ਨਹੀਂ, ਪਰ ਮਨ ਦੇ ਵਿੱਚ ਉਹ ਕੁੜਦਾ ਬਹੁਤ ਆ। ਨਹੀਂ, ਮੈਨੂੰ ਇਹੋ ਜਿਹੀ ਕੋਈ ਗੱਲ ਨਹੀਂ। ਮੈਨੂੰ ਇਹ ਲੱਗਦਾ ਹੁੰਦਾ ਜੇ ਕਿਸੇ ਬੰਦੇ ਨੇ ਕੋਈ ਮੇਰਾ ਕੰਮ ਨਹੀਂ ਕੀਤਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਉਹਦੀ ਕੋਈ ਮਜਬੂਰੀ ਹੋਊਗੀ, ਉਹ ਕਿਤੇ ਨਾ ਕਿਤੇ ਫਸਿਆ ਹੋਊਗਾ, ਉਹਨੇ ਤਾਂ ਨਹੀਂ ਕੀਤਾ। ਨਹੀਂ ਤੇ ਨਾਰਮਲੀ ਹਰ ਬੰਦਾ ਦੂਜੇ ਬੰਦੇ ਦੀ ਮਦਦ ਕਰਨ ਨੂੰ ਤਿਆਰ ਹੁੰਦਾ, ਤੇ ਲੇਕਿਨ ਜੇ ਕੋਈ ਤੁਹਾਡਾ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਉਹਦੀ ਥਾਂ ਤੇ ਖੜ ਕੇ ਦੇਖੋ। ਹਾਂ, ਵੀ ਤੁਸੀਂ ਉਹਦੀ ਥਾਂ ਤੇ ਖੜ ਕੇ ਦੇਖੋ ਵੀ ਉਹਨੇ ਤੁਹਾਡਾ ਕੰਮ ਕਿਉਂ ਨਹੀਂ ਕੀਤਾ। ਤਾਂ ਮੈਨੂੰ ਕਦੇ ਕਿਸੇ ਦਾ ਗੁੱਸਾ ਨਹੀਂ ਆਉਂਦਾ ਇਸ ਗੱਲ ਤੇ ਮੈਨੂੰ ਗੁੱਸਾ ਇਸ ਗੱਲ ਤੇ ਆਉਂਦਾ ਕਈ ਵਾਰੀ ਬੰਦਾ ਆਪਣੇ ਆਪ ਨਾਲ ਆਪ ਹੀ ਨਹੀਂ ਖੜਦਾ। ਵੀ ਆਪਣੇ ਆਪ ਨਾਲ ਆਪ ਹੀ ਨਹੀਂ ਖੜਾ ਹੁੰਦਾ। ਉਹਨੂੰ ਜੋ ਕਰਨਾ ਚਾਹੀਦਾ ਹੁੰਦਾ ਉਹ ਉਹਦੇ ਲਈ ਆਪਣੇ ਲਈ ਕਰਨਾ ਚਾਹੀਦਾ, ਉਹ ਹੀ ਨਹੀਂ ਕਰਦਾ ਕਿਉਂਕਿ ਉਹਨੂੰ ਗਿਆਨ ਨਹੀਂ ਹੁੰਦਾ। ਸੋ ਜਿਹੜੇ ਬੰਦੇ ਗਿਆਨ ਨੂੰ ਇਗਨੋਰ ਕਰਦੇ ਆ ਉਹ ਬੰਦਿਆਂ ਦੇ ਮੈਨੂੰ ਥੋੜ੍ਹਾ ਕਈ ਵਾਰੀ ਆਉਂਦਾ ਵੀ ਗਿਆਨ ਨੂੰ ਇਗਨੋਰ ਕਰ ਰਿਹਾ। ਫਿਰ ਮੈਂ ਸੋਚਦਾ ਹੁੰਦਾ ਵੀ ਸ਼ਾਇਦ ਇਹਨਾਂ ਨੇ ਪਰਮਾਤਮਾ ਨੇ ਇਹਨਾਂ ਨੂੰ ਸ਼ਕਤੀ ਹੀ ਨਹੀਂ ਦਿੱਤੀ ਗਿਆਨ ਨੂੰ ਜਾਣਨ। ਤੇ ਮੈਨੂੰ ਬੇਸਿਕਲੀ ਕਿਸੇ ਬੰਦੇ ਉੱਤੇ ਗੁੱਸਾ ਨਹੀਂ ਆਉਂਦਾ। ਹਾਂ, ਤਰਸ ਵੀ ਨਹੀਂ ਆਉਂਦਾ ਮੈਨੂੰ। ਮਤਲਬ ਐਂ ਲੱਗਦਾ ਵੀ ਇਹਦੇ ਵਿਚਾਰੇ ਕੋਲ ਨਾ ਇਹਦੇ ਹੱਥ ਵਾਸੀ ਕੁਛ ਨਹੀਂ, ਵੀ ਕੋਈ ਗੱਲ ਨਹੀਂ, ਸਮੇਂ ਨਾਲ ਇਹ ਆਪੇ ਹੀ ਹੋ ਜਾਊਗਾ ਜਾਂ ਕੀ ਹੋ ਜਾਊਗਾ। ਵੀ ਜੇ ਨਹੀਂ ਕੀਤਾ ਮੇਰਾ ਕੋਈ ਗੱਲ ਨਹੀਂ। ਮੈਂ ਜਦੋਂ ਮੇਰੀ ਐਕਸਪੈਕਟੇਸ਼ਨ ਨਹੀਂ ਹੈਗੀ, ਜਦੋਂ ਮੇਰੀ ਇਹ ਇੱਛਾ ਹੀ ਨਹੀਂ ਹੈਗੀ ਕਿ ਮੈਂ ਕਿਸੇ ਕੋਲੋਂ ਕੁਝ ਲੈਣਾ, ਤੇ ਉਹ ਨਹੀਂ, ਤੇ ਜੋ ਮੈਨੂੰ ਮਿਲਣਾ ਉਹਨੂੰ ਕੋਈ ਬੰਦਾ ਰੋਕ ਨਹੀਂ ਸਕਦਾ। ਬਿਲਕੁਲ ਠੀਕ, ਇਹ ਗੱਲ ਪੱਕੀ ਆ। ਸੋ ਦਰਸ਼ਕੋ ਦੇਖੋ, ਅਸੀਂ ਬੈਠੇ ਵੀ ਨੇਚਰ ਦੇ ਦੁਆਲੇ ਬੈਠੇ ਆ, ਜੌਲ ਸਾਹਿਬ ਨਾਲ ਗੱਲਾਂ ਕਰ ਰਹੇ। ਮੈਨੂੰ ਉਮੀਦ ਹੈ ਤੁਸੀਂ ਵੀ ਆਨੰਦ ਮਾਣਦੇ ਹੋਵੋਗੇ। ਮਗਰ ਸਾਡੇ ਖੂਹ ਆ ਸ਼ਹਿਰ, ਅੱਜ ਕੱਲ੍ਹ ਤਾਂ ਇਹ ਚੀਜ਼ਾਂ ਲੁਪਤ ਹੀ ਹੋ ਗਈਆਂ, ਪਰ ਅੱਜ ਸਾਨੂੰ ਆਉਣ ਦਾ ਸੁਭਾਗ ਵੀ ਜੌਲ ਸਾਹਿਬ ਕਰਕੇ ਮਿਲਿਆ ਆ, ਜਿੱਥੇ ਅਸੀਂ ਤੁਹਾਡੇ ਨਾਲ ਰੂਬਰੂ ਹੋ ਰਹੇ, ਗੱਲਾਂ ਬਾਤਾਂ ਕਰ ਰਹੇ ਆ। ਸੋ ਜਿਹੜਾ ਬੰਦਾ ਨੇਚਰ ਦੇ ਨੇੜੇ ਰਹਿੰਦਾ ਆ ਉਹ ਮੈਨੂੰ ਲੱਗਦਾ ਪਰਮਾਤਮਾ ਦੇ ਨੇੜੇ ਰਹਿੰਦਾ। ਇਸ ਗੱਲ ਨੂੰ ਆਪਾਂ ਪਰੇ ਨਹੀਂ ਕਰ ਸਕਦੇ। ਇਹ ਗੱਲ ਮੈਂ ਬਿਲਕੁਲ 101% ਤਰੀਕੇ ਨਾਲ ਕਹਿ ਰਿਹਾ। ਸੋ ਜੌਲ ਸਾਹਿਬ, ਤੁਸੀਂ ਇੰਨੀ ਉਮਰ ਆਪਣੇ ਸਾਥੀ ਨਾਲ ਰਹੇ, ਮੈਂ ਮਾਫ ਕਰਨਾ ਫਿਰ ਤੋਂ ਤੁਹਾਡੀ ਦੁੱਖੀ ਗੱਲ ਨਹੀਂ ਕਰ ਰਿਹਾ, ਪਰ ਆਪਾਂ ਗੱਲ ਕਰ ਰਹੇ ਹਾਂ। ਸੋ ਅਗਰ ਗੱਲ ਕਰੀਏ ਤੁਹਾਨੂੰ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਹਰੇਕ ਇਨਸਾਨ ਨਾਲ ਆਉਂਦੇ ਆ, ਖੱਟੀਆਂ ਮਿੱਠੀਆਂ ਯਾਦਾਂ ਆਉਂਦੀਆਂ ਨੇ। ਕੋਈ ਐਸੀ ਯਾਦ ਜਿਹੜੀ ਉਸ ਚੀਜ਼ ਨੂੰ ਤੁਸੀਂ ਸੁਣ ਕੇ ਤੁਹਾਡੇ ਬੁੱਲਾਂ 'ਚ ਮੁਸਕਰਾਹਟ ਆਉਂਦੀ ਹੈ ਵੀ ਨਹੀਂ ਯਾਰ, ਮੇਰਾ ਸਾਥੀ ਮੇਰੇ ਨਾਲ ਖੜਦਾ ਹੁੰਦਾ ਸੀਗਾ
ਉਹ ਮੈਨੂੰ ਹੁਣ ਤੱਕ ਕਦੇ ਯਾਦ ਆ ਜਿਹਨੂੰ ਆਪਾਂ ਕਹਿੰਦੇ ਸੁੱਖ ਦਾ ਅਹਿਸਾਸ ਤੇ। ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿਹਦਾ ਸਾਥੀ ਆ ਉਹਦਾ ਨਾਲ ਖੜਨਾ ਇੰਪੋਰਟੈਂਟ ਨਹੀਂ, ਉਹਦਾ ਤੁਹਾਡੇ ਕੰਮਾਂ 'ਚ ਟੋਕ ਟਕਾਈ ਨਾ ਕਰਨਾ ਉਹ ਸਭ ਤੋਂ ਵੱਡੀ ਗੱਲ ਹੈ। ਮਤਲਬ ਪਰਿਵਾਰ ਦੀ ਬੜੀ ਵੱਡੀ ਗੱਲ ਜੋ ਮੈਂ ਕਰਦਾ ਰਿਹਾ ਜੀ ਹੈ, ਮੈਨੂੰ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਕਿਉਂ ਕਰ, ਵੀ ਸਾਡੀ ਲੋੜ ਹੈ। ਉਹਨਾਂ ਨੇ ਆਪਣੀਆਂ ਲੋੜਾਂ ਨੂੰ ਮਾਰ ਕੇ ਮੈਨੂੰ ਜੋ ਮੈਂ ਕਰਨਾ ਚਾਹੁੰਦਾ ਸੀਗਾ ਉਹ ਮੈਨੂੰ ਕਰਨ ਦਿੱਤਾ। ਜਿਉਣ ਦੀ ਆਜ਼ਾਦੀ। ਹਾਂ, ਮੈਨੂੰ ਜਿਉਣ ਦੀ ਆਜ਼ਾਦੀ ਸੀ ਤੇ ਮੈਂ ਵੀ ਜਿਉਣ ਦੀ ਆਜ਼ਾਦੀ ਦਿੱਤੀ ਆ। ਮੈਂ ਵੀ ਇਹ ਨਹੀਂ ਕਿਹਾ ਵੀ ਜੇ ਜੋ ਤੇਰੇ ਦਿਲ 'ਚ ਆਉਂਦਾ ਤੂੰ ਕਰ ਲੈ, ਕਿਉਂ ਜੀ, ਤੇ ਜੋ ਮੇਰੇ ਦਿਲ 'ਚ ਆਉਂਦਾ ਮੈਂ ਕਰ ਲੈਂਦਾ। ਸੋ ਉਹਦੇ ਉੱਤੇ ਸਾਡਾ ਕਦੇ ਕੋਈ ਤਕਰਾਰ ਨਹੀਂ ਸੀਗਾ, ਚਾਹੇ ਕਿ ਅਸੀਂ ਲਾਈਕ ਕਰੀਏ ਜਾਂ ਨਹੀਂ ਕਰੀਏ, ਕਿਉਂਕਿ ਉਹ ਲਾਈਕ ਕਰਨਾ ਜਾਂ ਨਾ ਲਾਈਕ ਕਰਨਾ ਇੱਕ ਟੈਂਪਰੇਰੀ ਜਿਹਾ ਫੇਜ਼ ਹੁੰਦਾ, ਇੱਕ ਟੈਂਪਰੇਰੀ ਜਿਹਾ ਫੇਜ਼ ਹੁੰਦਾ, ਉਸ ਤੋਂ ਬਾਅਦ ਹੋ ਜਾਂਦਾ। ਪਰ ਓਵਰਆਲ ਜਿਹੜਾ ਹੈਗਾ ਆ ਬਈ ਸ਼ੀ ਵਾਜ਼ ਪ੍ਰਾਊਡ ਕਿਉਂਕਿ ਉਹਨੇ ਜੋ ਇੱਕ ਇੰਟਰਵਿਊ ਦੇ ਵਿੱਚ ਉਹਨੇ ਲਿਖਿਆ ਬੋਲਿਆ ਸੀਗਾ, ਦੂਰਦਰਸ਼ਨ ਤੇ ਇੱਕ ਇੰਟਰਵਿਊ ਦਿੱਤੀ ਸੀ, ਉਹਦੇ ਵਿੱਚ ਉਹਨਾਂ ਨੇ ਉਹਦੇ ਵੀ ਵਿਊ ਲੈ ਲਏ ਤੇ ਮੈਂ ਡਰਦਾ ਸੀ, ਮੈਂ ਕਿਹਾ ਇਹਨੇ ਮੇਰੇ ਹੁਣ ਕੱਲ ਰੱਖਦੇ ਨਹੀਂ ਹੈ। ਪਰ ਉਹਨੇ ਜਿਹੜਾ ਹੈਗਾ ਉਹਨੇ ਉਹਦੇ ਵਿੱਚ ਵੀ ਬਹੁਤ ਪੋਜ਼ਿਟਿਵਲੀ ਮੇਰੇ ਬਾਰੇ ਬੋਲਿਆ ਤੇ ਇਸ ਕਰਕੇ ਮੈਂ ਸਮਝਦਾ ਕਿ ਵੀ ਕੋਈ ਐਡੀ ਗੱਲ ਨਹੀਂ ਕਿ ਕੋਈ ਐਡੀ ਮਤਲਬ ਗੱਲ ਨਹੀਂ ਸੀ ਵੀ ਜਿਹਦੇ ਵਿੱਚ ਕਿ ਅਸੀਂ ਇੱਕ ਦੂਜੇ ਲਈ ਜਿਹੜਾ ਹੈਗਾ ਕੋਈ ਨਫ਼ਰਤ ਜਾਂ ਕੋਈ ਰੂਟੀਨ ਸੀ। ਠੀਕ ਹੈ, ਬਾਕੀ ਲਾਈਫ ਦੀਆਂ ਰੂਟੀਨ ਗੱਲਾਂ ਹੁੰਦੀਆਂ ਹੀ ਨਹੀਂ, ਉਹ ਕਰਨੀਆਂ ਹੀ ਪੈਂਦੀਆਂ ਨੇ। ਕਈ ਲਾਈਕਿੰਗ ਡਿਸਲਾਈਕਿੰਗ ਹੁੰਦੀਆਂ ਨੇ ਜਿਹੜੀਆਂ ਆਪਸ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਉਹਦੀਆਂ ਹਰ ਚੀਜ਼ ਜਿਹੜੀ ਮੈਨੂੰ ਪਸੰਦ ਹੋਵੇ ਤੇ ਮੇਰੀ ਹਰ ਚੀਜ਼ ਜਿਹੜੀ ਆ ਉਹਨੂੰ ਪਸੰਦ ਹੋਵੇ। ਉਹ ਵੀ ਲਾਈਫ ਦੀ ਇੱਕ ਇੰਜੋਇਮੈਂਟ ਹੈ, ਜਾਂ ਕਹਿ ਲਓ ਕਿ ਲਾਈਫ ਦਾ ਇੱਕ ਰੰਗ ਹੈ। ਸੋ ਪਹਿਲੇ ਦੋਸਤੋ ਤੁਸੀਂ ਦੇਖਦੇ ਹੋ ਕਿ ਬੜੇ ਸਹਿਜਤਾ ਦੇ ਨਾਲ ਜੌਲ ਸਾਹਿਬ ਨੇ ਕਿਹਾ ਕਿ ਹਸਬੈਂਡ ਐਂਡ ਵਾਈਫ ਨੂੰ ਇੱਕ ਦੂਜੇ ਨੂੰ ਜਿਉਣ ਦੀ ਆਜ਼ਾਦੀ ਦੇਣੀ ਚਾਹੀਦੀ ਹੈ। ਹਾਂ, ਇੱਕ ਦੂਜੇ ਤੇ ਵਿਸ਼ਵਾਸ ਵੀ ਬਹੁਤ ਜ਼ਰੂਰੀ ਹੈ। ਸੋ ਇਹਦੀ ਇੱਕ ਬਹੁਤ ਵਧੀਆ ਐਗਜ਼ਾਮਪਲ ਜੌਲ ਸਾਹਿਬ ਨੇ ਦਿੱਤੀ ਹੈ। ਮੈਨੂੰ ਲੱਗਦਾ ਸ਼ਾਇਦ ਆਪਾਂ 10% ਲੋਕ ਵੀ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ, ਮੈਨੂੰ ਲੱਗਦਾ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਰਹਾਂਗੇ। ਸੋ ਆਪਾਂ ਇੱਕ ਮੁਲਾਕਾਤ ਫਿਰ ਤੋਂ ਕਰਾਂਗੇ, ਹਾਲੇ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਜਰਮੇਜਰ ਸਿੰਘ ਜੌਲ ਇੱਕ ਐਨਸਾਈਕਲੋਪੀਡੀਆ ਆ ਜਿਹਨੂੰ ਜਾਣਨਾ ਹਰ ਬੰਦਾ ਚਾਹੁੰਦਾ ਆ। ਸੋ ਇਹ ਵਾਕਈ ਬਹੁਤ ਵੱਡੇ ਨੇ, ਇਹ ਫਰੋਲਣੇ ਪੈਣੇ ਨੇ। ਸੋ ਇਹਦੀ ਜ਼ਿੰਮੇਵਾਰੀ ਆਪਾਂ ਸਾਰੇ ਲਵਾਂਗੇ ਤੇ ਜਦ ਵੀ ਮੌਕਾ ਮਿਲਿਆ ਜੌਲ ਸਾਹਿਬ ਦਾ ਦਰਵਾਜ਼ਾ ਖੜਕਾਵਾਂਗੇ ਤੇ ਉਸ ਆਲਣੇ 'ਚੋਂ ਜੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਆਪਾਂ ਜ਼ਰੂਰ ਲਵਾਂਗੇ। ਜੌਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਧੰਨਵਾਦ, ਥੈਂਕ ਯੂ ਸਰ। ਧੰਨਵਾਦ। ਥੈਂਕ ਯੂ। ਆਓ ਅੱਜ ਆਪਾਂ ਮਿਲਦੇ ਹਾਂ ਸਾਹਿਤ ਦੀ ਦੁਨੀਆ ਦੀ ਜਾਣੀ ਪਛਾਣੀ ਬਹੁਪੱਖੀ ਸ਼ਖਸੀਅਤ ਸਰਦਾਰ ਜਰਮੇਜਰ ਸਿੰਘ ਜੌਲ ਹੋਣਾ ਨੂੰ। ਜੌਲ ਸਾਹਿਬ, ਸਾਡੇ ਇਸ ਪ੍ਰੋਗਰਾਮ 'ਚ ਤੁਹਾਡਾ ਬਹੁਤ ਸਵਾਗਤ ਹੈ। ਧੰਨਵਾਦ ਜੀ। ਜੌਲ ਸਾਹਿਬ ਕਹਿੰਦੇ ਆ ਕਿ ਜਿਹੜਾ ਜਵਾਨੀ ਹੈ ਨਾ ਉਹ ਹਮੇਸ਼ਾ ਬਚਪਨ ਨੂੰ ਯਾਦ ਕਰਦੀ ਹੈ ਤੇ ਬੁਢਾਪਾ ਹਮੇਸ਼ਾ ਜਵਾਨੀ ਨੂੰ ਯਾਦ ਕਰਦਾ ਹੈ। ਇਸ ਉਮਰ ਦੇ ਇਸ ਪੜਾਅ ਤੇ ਆ ਕੇ ਤੁਸੀਂ ਆਪਣੇ ਬਚਪਨ ਬਾਰੇ ਕੀ ਸੋਚਦੇ ਹੋ, ਕਿਹੋ ਜਿਹਾ ਸੀ ਤੇ ਕਿਵੇਂ ਬੀਤਿਆ? ਮੇਰਾ ਤਾਂ ਸਦਾ ਹੀ ਬਚਪਨ ਰਿਹਾ, ਮੈਂ ਹੁਣ ਵੀ ਬਚਪਨ 'ਚ ਹੈ ਤੇ ਮੈਨੂੰ ਇਹ ਲੱਗਦਾ ਕਿ ਬੰਦਾ ਸਾਰੀ ਉਮਰ ਬਚਪਨ 'ਚ ਹੀ ਰਹਿੰਦਾ। ਠੀਕ ਜਵਾਨੀ ਬੁਢਾਪਾ ਤਾਂ ਸਰੀਰ ਤੇ ਆਉਂਦਾ, ਮਨ ਤੇ ਨਹੀਂ ਆਉਂਦਾ। ਜਿਹੜਾ ਮਨ ਹੈ ਉਹ ਫੋਰਮੋਸਟ ਹੈ, ਉਹ ਸਭ ਤੋਂ ਇੰਪੋਰਟੈਂਟ ਔਰ ਸਭ ਤੋਂ ਵੱਡੀ ਗੱਲ ਹੈ। ਔਰ ਜਿਹੜਾ ਬੰਦੇ ਦੇ ਅੰਦਰ ਬਚਪਨ ਰਹਿੰਦਾ ਸਾਰੀ ਜ਼ਿੰਦਗੀ, ਉਹ ਹਮੇਸ਼ਾ ਹੀ ਖੁਸ਼ ਰਹਿੰਦਾ, ਉਹ ਸਹਿਜ 'ਚ ਰਹਿੰਦਾ ਤੇ ਉਹ ਜੀਵਨ 'ਚ ਆਨੰਦ ਲੈਂਦਾ। ਸੋ ਮੈਨੂੰ ਇਹ ਲੱਗਦਾ ਕਿ ਮੇਰੇ ਤੇ ਨਾ ਜਵਾਨੀ ਆਈ ਆ ਤੇ ਨਾ ਬੁਢਾਪਾ ਆਇਆ ਤੇ ਨਾ ਆਉਣਾ। ਬਚਪਨ 'ਚ ਹੀ ਸੀ, ਬਚਪਨ 'ਚ ਹੀ ਹਾਂ ਤੇ ਬਚਪਨ 'ਚ ਹੀ ਰਹਾਂਗਾ। ਬਿਲਕੁਲ, ਬਹੁਤ ਖੂਬ। ਹਾਂ ਜੀ, ਇਸੇ ਕਰਕੇ ਅਸੀਂ ਤੁਹਾਡੇ ਕਿਰਦਾਰ ਦੇ ਵਿੱਚ ਇੱਕ ਮਾਸੂਮੀਅਤ ਝਲਕਦੀ ਹੈ ਜਿਹੜੀ ਸਾਨੂੰ ਵੀ ਪਸੰਦ ਆ ਔਰ ਸਾਰੇ ਸਾਡੇ ਸਰੋਤੇ ਵੀ ਇਹਨੂੰ ਪਸੰਦ ਕਰਦੇ ਆ। ਦੂਸਰਾ ਸਵਾਲ ਜੌਲ ਸਾਹਿਬ ਮੇਰਾ ਇਹ ਹੈ ਕਿ ਜੇ ਆਪਾਂ ਮੋਟਾ ਤੁਹਾਡੀ ਸ਼ਖਸੀਅਤ ਨੂੰ ਦੇਖੀਏ, ਇੱਕ ਸਾਧਨਵਾਦੀ ਸ਼ਖਸੀਅਤ ਲੱਗਦੀ ਹੈ ਜਿਹੜੀ ਕਿ ਜ਼ਮੀਨ ਦੇ ਨਾਲ ਜੁੜੀ ਹੋਈ ਹੈ, ਰਾਈਟ? ਤੇ ਇਹ ਸ਼ਖਸੀਅਤ ਦੇ ਵਿੱਚ ਜਿਹੜੀ ਹੈਗੀ ਆ, ਇੱਕ ਤਾਂ ਇਹ ਹੈ ਵੀ ਤੁਹਾਡੇ ਮਜ਼ਬੂਨ ਨੇ ਉਹ 'ਤੇ ਪਕੜ ਤੁਹਾਡੀ ਬਹੁਤ ਮਜ਼ਬੂਤ ਹੁੰਦੀ ਹੈ ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਬਹੁਤ ਹੀ ਬੇਬਾਕੀ ਦੇ ਨਾਲ ਗੱਲ ਕਰਦੇ ਹੋ, ਰਾਈਟ? ਤੇ ਮੇਰਾ ਸਵਾਲ ਇਹ ਹੈ ਕਿ ਜਿਹੜੀ ਇਹ ਸਾਦਗੀ ਦੀ ਜਿਹੜੀ ਤਰਕ ਤੁਹਾਡੇ ਨਾਲ ਚੱਲ ਰਿਹਾ, ਇਹਨੂੰ ਤੁਸੀਂ ਕਿਸ ਤਰ੍ਹਾਂ ਚਲਾ ਰਹੇ ਹੋ ਔਰ ਕੀ ਇਹਦੇ ਨਾਲ ਕਦੇ ਤੁਹਾਨੂੰ ਪਰੇਸ਼ਾਨੀ ਵੀ ਹੋਈ ਹੈ? ਦੇਖੋ, ਪਰੇਸ਼ਾਨੀ ਤਾਂ ਐਵੇਂ ਮਾਮੂਲੀ ਜਿਹੀਆਂ ਗੱਲਾਂ ਹੁੰਦੀਆਂ ਨੇ। ਪਰੇਸ਼ਾਨੀ ਉਦੋਂ ਹੁੰਦੀ ਜਦੋਂ ਬੰਦੇ ਨੂੰ ਅਗਿਆਨਤਾ ਹੁੰਦੀ। ਨਫ਼ਰਤ ਤੇ ਪਰੇਸ਼ਾਨੀ ਜਿਹੜੀ ਆ ਅਗਿਆਨਤਾ ਦਾ ਨਤੀਜਾ ਹੈ।
ਤੇ ਜਦੋਂ ਤੁਸੀਂ ਆਪਣੇ ਆਪ ਨੂੰ ਸੁਚੇਤ ਰੱਖਦੇ ਹੋ, ਸੁਚੇਤ ਦਾ ਮਤਲਬ ਚੁਸਤੀ ਦੇ ਲੈਵਲ ਤੇ ਨਹੀਂ, ਸੁਚੇਤ ਦਾ ਮਤਲਬ ਕਿ ਤੁਹਾਡੇ ਆਲੇ ਦੁਆਲੇ ਕੀ ਵਾਪਰ ਰਿਹਾ ਔਰ ਕਿਉਂ ਵਾਪਰ ਰਿਹਾ, ਤੁਸੀਂ ਉਸ ਦੇ ਵਿੱਚ ਇਨਵੋਲਵ ਹੋਣਾ ਜਾਂ ਨਹੀਂ ਹੋਣਾ ਤੁਹਾਡੀ ਸਮਝ ਹੈ। ਔਰ ਜਦੋਂ ਉਹਦੇ ਵਿੱਚੋਂ ਤੁਸੀਂ ਇਹ ਦੇਖਣਾ ਕਿ ਜੇ ਇਹ ਘਟਨਾ ਵਾਪਰ ਰਹੀ ਆ ਤੇ ਇਹਦਾ ਕਾਰਨ ਕੀ ਆ, ਤੇ ਵੀ ਮੈਂ ਉਸ ਕਾਰਨ ਚੋਂ ਕਿਵੇਂ ਬਚ ਸਕਦਾ। ਜਿਵੇਂ ਫਰਜ਼ ਕਰੋ ਮੈਂ ਸੰਤ ਸੇਖੋਂ ਦੀ ਕਿਤਾਬ ਪੜ੍ਹੀ, ਪੰਧ ਪੈਂਡੇ ਜਿਹੜੀ ਸੀਗੀ ਉਹਨਾਂ ਦੀ ਜੀਵਨੀ ਉੱਤੇ ਬੈਨ ਹੋ ਗਈ ਸੀਗੀ, ਉਹਦੇ ਵਿੱਚ ਉਹਨਾਂ ਨੇ ਬਹੁਤ ਬੇਬਾਕੀ ਨਾਲ ਆਪਣੀ ਗੱਲਾਂ ਲਿਖੀਆਂ। ਔਰ ਉਹਨਾਂ ਨੇ ਮਤਲਬ ਜਿਹੜੇ ਉਹਨਾਂ ਨੇ ਉਹਦੇ ਵਿੱਚੋਂ ਸਿੱਖਣ ਵਾਲੀ ਗੱਲ ਸੀ ਕਿ ਉਹਨਾਂ ਨੇ ਕੋਈ ਡਿਸੀਜਨ ਅੱਜ ਲਿਆ, ਉਹਦਾ 20 ਸਾਲ ਬਾਅਦ ਕੀ ਰਿਜ਼ਲਟ ਨਿਕਲਿਆ। ਤੇ ਇਹਦਾ ਮਤਲਬ ਕਿ ਉਹਨਾਂ ਨੇ ਮੇਰੇ 20 ਸਾਲ ਬਚਾਤੇ। ਮੈਨੂੰ ਇਸ ਸਿਖਾਤਾ ਵੀ ਜੇ ਇਸ ਤਰ੍ਹਾਂ ਦੇ ਡਿਸੀਜਨ ਲਓਗੇ ਤਾਂ ਤੁਹਾਨੂੰ 20 ਸਾਲ ਬਾਅਦ ਉਹਦਾ ਰਿਜ਼ਲਟ ਮਿਲਣਾ। ਮਨੁੱਖ ਜਿਹੜਾ ਹੈ ਮੋਸਟਲੀ ਵਿਜ਼ਨ ਜਾਂ ਸੋਚ ਨਹੀਂ ਸਕਦਾ ਹੁੰਦਾ ਕਿ ਜਿਹੜਾ ਉਹ ਅੱਜ ਕੰਮ ਕਰ ਰਿਹਾ ਉਹ 20 ਸਾਲ ਬਾਅਦ ਕੀ ਹੋਣਾ। ਤੇ ਜਦੋਂ ਤੁਸੀਂ ਇਹ ਚੀਜ਼ ਸੋਚਣ ਲੱਗ ਪਓ ਤਾਂ ਉਦੋਂ ਤੁਸੀਂ ਦੂਜਿਆਂ ਤੋਂ ਗਿਆਨ ਗ੍ਰਹਿਣ ਲੱਗ ਪਓ, ਉਹਨਾਂ ਨਾਲ ਇਨਵੋਲਵ ਹੋਏ ਬਿਨਾ, ਉਹਦੇ ਵਿੱਚ ਫਸੇ ਬਿਨਾ ਤੁਸੀਂ ਉਹਦੇ ਵਿੱਚ ਧਿਰ ਨਹੀਂ ਬਣਨਾ। ਤੁਸੀਂ ਇਹ ਦੇਖਣਾ ਕਿ ਇਹ ਜੋ ਕੁਛ ਹੋ ਰਿਹਾ ਇਹ ਕਿਵੇਂ ਹੋ ਰਿਹਾ, ਇਹਦਾ ਕਾਰਨ ਕੀ ਹੈ ਤੇ ਇਹਦਾ ਕੀ ਰਿਜ਼ਲਟ ਨਿਕਲੂਗਾ, ਤੁਸੀਂ ਇਹ ਸੋਚਣਾ। ਜਦ ਤੁਸੀਂ ਇਹ ਕਰੋਗੇ ਤਾਂ ਤੁਹਾਡੇ ਅੰਦਰ ਕਿਸੇ ਕਿਸਮ ਦੀ ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਕੀ ਤੇ ਕੋਈ ਪਰੇਸ਼ਾਨੀ ਵੀ ਨਹੀਂ ਆਉਂਦੀ। ਪਰੇਸ਼ਾਨੀ ਦਾ ਕਈ ਵਾਰੀ ਮਾੜੀ ਮੋਟੀ ਹੁੰਦੀ ਆ, ਕਈ ਵਾਰੀ ਤੁਹਾਡੀ ਗਿਆਨਤਾ ਹੁੰਦੀ ਆ ਜਾਂ ਕਈ ਵਾਰੀ ਦੂਜੇ ਬੰਦੇ ਦੀ ਗਿਆਨਤਾ ਹੁੰਦੀ ਆ, ਤੇ ਉਹ ਜਿਹੜੀ ਆ ਉਸ ਚੀਜ਼ ਤੋਂ ਤੁਸੀਂ ਬਚਾਅ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਆਪਣੀਆਂ ਅੱਖਾਂ ਕੰਨ ਖੁੱਲ੍ਹਾ ਰੱਖੋਗੇ ਤੇ ਆਪਣੇ ਜਿਹੜਾ ਆਲਾ ਦੁਆਲਾ ਆ ਉਹਨੂੰ ਮਾਣੋਗੇ ਵੀ ਤੇ ਉਹਦੇ ਵਿੱਚ ਫਸੇ ਬਿਨਾ ਤੁਸੀਂ ਉਹ ਚੋਂ ਗਿਆਨ ਲੈਣ ਦੀ ਕੋਸ਼ਿਸ਼ ਕਰੋ। ਠੀਕ ਹੈ। ਸੋ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਕਿ ਬੰਦਾ ਆਪਣੇ ਤਜਰਬੇ ਤੋਂ ਤਾਂ ਸਿੱਖਦਾ ਹੀ ਹੈ, ਪਰ ਸਿਆਣਪ ਇਹ ਹੈ ਉਹ ਕਿਸੇ ਹੋਰ ਦੇ ਤਜਰਬੇ ਨੂੰ ਵੀ ਗ੍ਰਹਿਣ ਕਰ ਲਵੇ, ਕਿਉਂਕਿ ਤਾਂ ਕਿ ਛੋਟੀ ਜਿਹੀ ਜ਼ਿੰਦਗੀ 'ਚ ਆਪਾਂ ਬਹੁਤੇ ਤਜਰਬਿਆਂ 'ਚ ਹੀ ਨਾ ਰਹਿ ਜਾਈਏ, ਆਪਾਂ ਇਹਦਾ ਆਨੰਦ ਵੀ ਮਾਣ ਸਕੀਏ। ਹਾਂਜੀ, ਮਤਲਬ ਅਸੀਂ ਦੂਜੇ ਨੂੰ ਇਹ ਨਾ ਕੱਢੀਏ ਵੀ ਆਹ ਜਿਹੜਾ ਕੰਮ ਹੋ ਰਿਹਾ ਚਾਹੇ ਫਲਾਨਾ ਕਸੂਰਵਾਰ ਹੈ ਜਾਂ ਫਲਾਨਾ ਕਸੂਰ ਨਹੀਂ ਹੈਗਾ, ਇਹ ਨਹੀਂ ਸੋਚਣਾ। ਠੀਕ ਹੈ। ਕਿਸੇ ਦਾ ਤਾਂ ਕਸੂਰ ਹੈਗਾ ਹੀ ਆ ਬਿਲਕੁਲ, ਤੇ ਉਹਨੇ ਕਿਹੜਾ ਸੁਧਰ ਜਾਣਾ। ਤੁਸੀਂ ਇਹ ਦੇਖੋ ਵੀ ਕੀ ਤੁਸੀਂ ਉਹ ਕਸੂਰ ਕਰਨਾ, ਕੀ ਤੁਸੀਂ ਉਦਾਂ ਦਾ ਗਲਤ ਕੰਮ ਕਰਨਾ, ਜਾਂ ਜਿਹੜੀ ਤੁਸੀਂ ਜੋ ਕੁਝ ਕਰ ਰਹੇ ਹੋ ਤੁਸੀਂ ਉਹਨੂੰ ਉਹਦੇ ਸੰਦਰਭ 'ਚ ਉਹਦੇ ਤੁਲਨਾ ਦੇ ਵਿੱਚ ਤੁਸੀਂ ਇਹ ਦੇਖਣਾ ਕਿ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਠੀਕ ਹੈ ਜਾਂ ਗਲਤ ਹੈ। ਬਸ ਤੁਸੀਂ ਉਸ ਤੋਂ ਆਪਣਾ ਵਿਚਾਰ ਰੱਖ ਲਓ, ਉਸ ਦੇ ਵਿੱਚ ਆਪਣੀ ਸੋਚ ਲੈ ਜਾਓ ਤੇ ਕੁਦਰਤ ਜਿਹੜੀ ਆ ਤੁਹਾਨੂੰ ਹਮੇਸ਼ਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਸਹਿਜ ਸੁੱਖ ਸ਼ਾਂਤੀ ਲਈ ਜਾਂਦੀ ਆ। ਪਰੇਸ਼ਾਨੀ ਜੇ ਕੋਈ ਆਉਂਦੀ ਵੀ ਆ ਤਾਂ ਉਹ ਆਪੇ ਇੱਧਰ ਉੱਧਰ ਹੋ ਜਾਂਦੀ ਆ। ਕੋਈ ਫਿਜ਼ੀਕਲ ਪਰੇਸ਼ਾਨੀ ਹੋ ਸਕਦੀ, ਸੱਟ ਫੇਟ ਲੱਗ ਗਈ ਜਾਂ ਕੀ ਲੱਗ ਗਈ, ਉਹ ਪਰੇਸ਼ਾਨੀਆਂ ਹੈਗੀਆਂ। ਉਹ ਵੀ ਮੈਂ ਸਿੱਧੂ ਸਾਹਿਬ ਤੁਹਾਨੂੰ ਦੱਸਦਾ ਵੀ ਇੰਟਰਸਟਿੰਗ ਗੱਲ ਹੈ। ਮੈਨੂੰ ਕਿਸੇ ਨੇ ਪੁੱਛਿਆ ਵੀ ਮੈਂ ਤੇ ਪੁੱਛਿਆ ਕਿ ਗੱਲਬਾਤ ਕਰਦੇ ਸੀਗੇ, ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਵੀ ਦੁਨੀਆ 'ਚ ਬਹੁਤ ਸੁੱਖ ਸ਼ਾਂਤੀ ਹੋਵੇ, ਕੋਈ ਬਿਮਾਰ ਨਾ ਹੋਵੇ, ਉਹ ਨਾ ਹੋਵੇ। ਮੈਂ ਕਿਹਾ ਮੈਂ ਨਹੀਂ ਚਾਹੁੰਦਾ। ਕਹਿੰਦਾ ਕਿਉਂ? ਮੈਂ ਕਿਹਾ ਹਰ ਬੰਦੇ ਨੂੰ ਉਹਦੇ ਬਣਦੇ ਹਿੱਸੇ ਦਾ ਦੁੱਖ ਮਿਲਣਾ ਚਾਹੀਦਾ। ਜੇ ਉਹਦੇ ਬਣਦੇ ਹਿੱਸੇ ਦਾ ਦੁੱਖ ਨਹੀਂ ਮਿਲੂਗਾ ਤੇ ਬਾਕੀ ਦੁਨੀਆ ਕਿਵੇਂ ਚੱਲੂਗੀ? ਇਹ ਜਿਹੜੇ ਦੁੱਖ ਨੇ ਜਾਂ ਬਿਮਾਰੀਆਂ ਨੇ, ਜੇ ਅੱਜ ਕੱਲ੍ਹ ਫਰਜ਼ ਕਰੋ ਬਿਮਾਰੀ ਨਾ ਹੋਵੇ, ਸਾਰੇ ਠੀਕ ਹੋ ਜਾਣ ਤਾਂ ਡਾਕਟਰ ਭੁੱਖੇ ਮਰ ਜਾਣਗੇ, ਨਰਸਾਂ ਭੁੱਖੀਆਂ ਮਰ ਜਾਣਗੀਆਂ, ਐਡੇ ਕਾਲਜ ਐਡੇ ਇੰਸਟੀਚਿਊਟ ਐਡੀਆਂ ਬਿਲਡਿੰਗਾਂ ਬਣਦੀਆਂ ਨੇ, ਉਹ ਸਾਰਾ ਕੁਝ ਖਤਮ ਹੋ ਜਾਊਗਾ। ਜੇ ਤੁਹਾਡੇ ਲੜੋਗੇ ਝਗੜੋਗੇ ਨਹੀਂ, ਕੁਝ ਨਹੀਂ ਕਰੋਗੇ ਤਾਂ ਪੁਲਿਸ ਦੀ ਕੀ ਲੋੜ ਹੈ, ਫਿਰ ਰਾਜ ਸੱਤਾ ਦੀ ਕੀ ਲੋੜ ਹੈ। ਸੋ ਇਸ ਕਰਕੇ ਇਹ ਦੁਨੀਆ ਨੂੰ ਚਲਾਉਣ ਦੇ ਲਈ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਹਿੱਸੇ ਦਾ ਮਿਲਣਾ ਚਾਹੀਦਾ, ਪਰ ਨਿਰਾ ਹੀ ਇਹ ਨਹੀਂ ਮਿਲਣਾ ਚਾਹੀਦਾ। ਨਿਰਾ ਸੁੱਖ ਵੀ ਉਨਾ ਹੀ ਦੁਖਦਾਈ ਆ ਜਿੰਨਾ ਨਿਰਾ ਦੁੱਖ। ਐਕਸਟ੍ਰੀਮ ਨਹੀਂ ਹੋਣੀ ਚਾਹੀਦੀ ਵੀ ਸਹਿੰਦਾ ਸਹਿੰਦਾ ਜਿਹੜਾ ਆ ਸਾਰਿਆਂ ਨੂੰ ਹੀ ਮਿਲਣਾ ਚਾਹੀਦਾ। ਸੋ ਇਸ ਕਰਕੇ ਕੋਈ ਚਿੰਤਾ ਵਾਲੀ ਗੱਲ ਨਹੀਂ। ਠੀਕ ਹੈ। ਅਗਲਾ ਮੇਰਾ ਸਵਾਲ ਜੋ ਸਾਹਿਬ ਇਹ ਹੈ ਕਿ ਪੜ੍ਹਾਈ ਦੇ ਤੌਰ ਤੇ ਤੁਸੀਂ ਅਮਰੀਕਾ ਗਏ ਰਹੇ, ਤੁਸੀਂ ਉੱਥੋਂ ਇੰਜੀਨੀਅਰਿੰਗ ਕੀਤੀ ਔਰ ਵਾਪਸ ਆ ਕੇ ਬਜਾਏ ਕਿ ਇਸਦੇ ਕਿ ਉਸੇ ਲਾਈਨ ਵੱਲ ਕੁਝ ਕੀਤਾ ਜਾਵੇ, ਤੁਸੀਂ ਪਹਿਲਾਂ ਆਪਣਾ ਸ਼ੌਂਕ ਪੂਰਾ ਕੀਤਾ। ਜਿਹੜੇ ਉਹ ਪੰਜਾਬ ਦੇ 8,500 ਪਿੰਡ ਹੈ ਨਾ, ਤੁਸੀਂ ਲਿਖਿਆ ਵੀ ਸੀ ਕਿ ਮੈਂ ਘੁੰਮ ਕੇ ਬੜੀ ਨੇੜਿਓਂ ਦੇਖਿਆ, ਅਤੇ ਉਹਦੇ ਵਿੱਚ ਬੋਲੀਆਂ ਇਕੱਠੀਆਂ ਕੀਤੀਆਂ, ਤੁਸੀਂ ਗੀਤ ਲਿਖੇ, ਕਹਾਣੀਆਂ ਲਿਖੀਆਂ, ਕਿਤਾਬਾਂ ਲਿਖੀਆਂ ਔਰ ਜ਼ਿੰਦਗੀ ਨੂੰ ਨੇੜੇ ਤੋਂ ਮਾਣਿਆ ਔਰ ਸਾਹਿਤ ਦੀਆਂ ਜਿਹੜੀਆਂ ਸਾਰੀਆਂ ਵੰਨਗੀਆਂ ਦੇ ਵਿੱਚ ਤੁਸੀਂ ਕੰਮ ਕੀਤਾ। ਕਿਹੜੀ ਵੰਨਗੀ ਜਿਹੜੀ ਤੁਹਾਡੀ ਦਿਲ ਦੇ ਬਹੁਤ ਕਰੀਬ ਹੈ ਤੇ ਜਿਹਦੇ ਨਾਲ ਕਰਕੇ ਤੁਹਾਨੂੰ ਬਹੁਤ ਸੰਤੁਸ਼ਟੀ ਮਿਲੀ? ਦੇਖੋ ਤੁਸੀਂ ਗੱਲ ਕੀਤੀ, ਪਹਿਲੀ ਗੱਲ ਤਾਂ ਇਹ ਕਿ ਫਾਰਮਲ ਐਜੂਕੇਸ਼ਨ ਜਿਹੜੀ ਆ ਉਹ ਨੌਕਰੀ ਤੱਕ ਹੀ ਮਹਿਦੂਦ ਆ, ਉਹਦਾ ਕ੍ਰੀਏਟੀਵਿਟੀ ਨਾਲ ਕੋਈ ਸੰਬੰਧ ਨਹੀਂ। ਬਿਲਕੁਲ। ਜਿੰਨੇ ਵੀ ਕ੍ਰੀਏਟਿਵ ਲੋਕ ਹੋਏ ਨੇ ਕਿਸੇ ਨੇ ਵੀ ਫਾਰਮਲ ਐਜੂਕੇਸ਼ਨ
ਫਾਰਮਲ ਐਜੂਕੇਸ਼ਨ ਸਭ ਤੋਂ ਵੱਡਾ ਕੰਮ ਇਹ ਕਰਦੀ ਹੈ ਕਿ ਤੁਹਾਡੀ ਕ੍ਰੀਏਟੀਵਿਟੀ ਖਤਮ ਕਰਕੇ ਤੁਹਾਨੂੰ ਇੱਕ ਪੜ੍ਹਿਆ ਲਿਖਿਆ ਮਜ਼ਦੂਰ ਬਣਾਉਂਦੀ ਹੈ, ਜਿਹਦੇ ਵਿੱਚ ਤੁਹਾਡੇ ਜਿਹੜਾ ਜੀਵਨ ਹੈ ਉਹ ਜੀਵਨ ਦੇ ਵਿੱਚ ਜੋ ਤੁਸੀਂ ਦੁਨੀਆ ਨੂੰ ਦੇਣਾ ਹੁੰਦਾ ਉਹ ਦੇਣ ਦੀ ਸਮਰੱਥਾ ਘਟ ਜਾਂਦੀ ਹੈ। ਇਹ ਨਹੀਂ ਕਿ ਕਦੇ ਕਿਸੇ ਨੇ ਕੀਤਾ ਨਹੀਂ ਇਸ ਤਰ੍ਹਾਂ, ਮੈਂ ਇੱਕ ਸਿਰਾ ਨਹੀਂ ਲਾਉਂਦਾ, ਪਰ ਮਤਲਬ ਮੋਸਟਲੀ ਜਿਹੜਾ ਆ ਉਹ ਇੱਥੇ ਜਾ ਕੇ ਘੰਟੀ ਫਸ ਜਾਂਦੀ ਆ 9 ਤੋਂ 5 ਦੇ ਵਿੱਚ, ਤੇ ਉਹ ਹੀ ਰੌਲਾ ਰਹਿੰਦਾ। ਬਾਕੀ ਵਿਧਾ ਜਿਹੜੀ ਆ ਕੋਈ ਇਹ ਨਹੀਂ ਹੁੰਦਾ ਕਿ ਫਲਾਨੀ ਵਿਧਾ ਜਿਹੜੀ ਆ ਉਹ ਵਧੀਆ ਆ, ਉਹ ਫਲਾਨੀ ਵਿਧਾ ਜਿਹੜੀ ਆ ਉਹ ਮਾੜੀ ਆ, ਜਾਂ ਉਹਦੇ ਵਿੱਚ ਮੈਨੂੰ ਜ਼ਿਆਦਾ ਆਨੰਦ ਆਇਆ। ਮੈਂ ਇਹ ਸਮਝਦਾ ਹੁੰਦਾ ਕਿ ਜੇ ਤੁਹਾਡੇ ਕੋਲ ਕੋਈ ਗੱਲ ਕਹਿਣ ਨੂੰ ਆ ਤੇ ਉਹ ਗੱਲ ਤੁਸੀਂ ਉਸ ਵੇਲੇ ਕਿਹੜੀ ਵਿਧਾ 'ਚ ਕਹਿ ਸਕਦੇ ਹੋ, ਕਹਿ ਦਿਓ। ਜੇ ਤੁਹਾਡੇ ਕੋਲ ਗੱਲ ਹੀ ਕੋਈ ਕਹਿਣ ਨੂੰ ਨਹੀਂ ਹੈਗੀ, ਵਿਧਾ ਨੇ ਤਾਂ ਤੁਹਾਨੂੰ ਆਨੰਦ ਨਹੀਂ ਦੇਣਾ। ਜਾਂ ਵਿਧਾ ਨੇ ਤੁਹਾਨੂੰ, ਕੋਈ ਬੰਦਾ ਕਹਿੰਦਾ ਮੈਂ ਕਵੀ ਆ, ਮੈਂ ਕਿਹਾ ਨਹੀਂ। ਕੋਈ ਕਹਿੰਦਾ ਜੀ ਮੈਂ ਨਾਵਲਕਾਰ ਆ, ਮੈਂ ਕਿਹਾ ਨਹੀਂ। ਮੈਂ ਕਿਹਾ ਪਹਿਲਾਂ ਲੇਖਕ ਬਣੋ, ਤੁਹਾਡੇ ਅੰਦਰ ਕੁਝ ਹੋਣਾ ਚਾਹੀਦਾ, ਫਿਰ ਜੋ ਮਰਜ਼ੀ ਲਿਖੋ। ਵਧੀਆ ਨਾਵਲ ਲਿਖੇ ਗਏ ਨੇ, ਸਾਰਿਆਂ ਨੇ ਲਿਖ ਲਏ। ਵਧੀਆ ਕਵਿਤਾਵਾਂ ਲਿਖੀਆਂ ਗਈਆਂ ਨੇ, ਸਾਰਿਆਂ ਨੇ ਲਿਖ ਲਈਆਂ, ਕਿਉਂਕਿ ਉਹਨਾਂ ਦੇ ਅੰਦਰ ਕਹਿਣ ਨੂੰ ਕੁਛ ਨਹੀਂ। ਜਦੋਂ ਤੁਹਾਡੇ ਅੰਦਰ ਕਹਿਣ ਨੂੰ ਕੁਛ ਹੈ, ਵਿਫਾਤੀ ਕਰੋ, ਜਿਵੇਂ ਮੈਂ ਹੁਣ ਰਾਤ ਬੈਠਾ ਸੀਗਾ ਤੇ ਮੈਂ, ਤੁਹਾਨੂੰ ਪਤਾ ਹੀ ਆ, ਉਦਾਂ ਹੀ ਮੇਰੇ ਮਨ 'ਚ ਆਈ ਵੀ ਕਿੰਨੀਆਂ ਗੱਲਾਂ ਜ਼ਿੰਦਗੀ 'ਚ ਹੋ ਜਾਂਦੀਆਂ ਜਿਹੜੀਆਂ ਤੁਸੀਂ ਚਾਹੁੰਦੇ ਹੋ ਵੀ ਇਹ ਮੈਂ ਦੱਸਾਂ, ਪਰ ਤੁਸੀਂ ਦੱਸ ਨਹੀਂ ਸਕਦੇ, ਕਿਉਂਕਿ ਜਿਹਨੂੰ ਦੱਸਣੀਆਂ ਨੇ ਉਹ ਹੈ ਹੀ ਨਹੀਂ, ਹੈ ਨਾ। ਫਿਰ ਮੈਂ ਲਿਖਿਆ ਵੀ ਜੇ ਮੋਇਆ ਨੂੰ ਖਤ ਲਿਖੋਗੇ, ਮੋਇਆ ਨੂੰ ਜੇ ਖਤ ਲਿਖੋਗੇ ਮੁੜ ਆਪੇ ਪੜ੍ਹਨੇ ਪੈਣੇ। ਸੋ ਮਤਲਬ ਇਹ ਆ, ਉਹਦੀ ਕੋਈ ਵਿਧਾ ਨਹੀਂ, ਉਹ ਕੋਈ ਸ਼ੇਅਰ ਨਹੀਂ, ਉਹ ਕੋਈ ਲਾਈਨ ਨਹੀਂ, ਪਰ ਲੱਖਾਂ ਹਜ਼ਾਰਾਂ ਲੋਕਾਂ ਨੇ ਜਿਹੜੇ ਉਹਨਾਂ ਦੇ ਦਿਲਾਂ ਨੂੰ ਟੁੰਬੀ ਆ, ਹੈ। ਉਹਨਾਂ ਨੇ ਗਾਹਾਂ ਕਿਹਾ ਵੀ ਏਦਾਂ ਵੀ, ਗਾਹਾਂ ਵਿਸਤਾਰ ਵੀ ਆਏ ਆ, ਕਈ ਦੁਖੀ ਵੀ ਹੋਏ ਆ, ਕਈ ਸੁਖੀ ਵੀ ਹੋਏ ਆ। ਸੋ ਕਈਆਂ ਨੂੰ ਆਪਣਾ ਯਾਦ ਆ ਗਿਆ। ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕੋਈ ਵੀ, ਉਹ ਗੱਲ ਦੇ ਵਿੱਚ ਕੁਛ ਨਾ ਕੁਛ ਕੋਈ ਦਮ ਹੋਣਾ ਚਾਹੀਦਾ। ਅਗਰ ਉਹ ਦਮ ਹੈਗਾ ਤਾਂ ਵਿਧਾ ਕੋਈ ਵੀ ਹੋਵੇ, ਹਰ ਵਿਧਾ ਜਿਹੜੀ ਪ੍ਰਮਾਣਿਤ ਹੈ, ਕੋਈ ਚੱਕਰ ਨਹੀਂ। ਵਿਧਾ ਨੂੰ ਕਦੇ ਆਪਣੀ ਉਹ ਨਾ ਬਣਾਓ, ਹੈਂਡੀਕੈਪ ਨਾ ਬਣਾਓ। ਨਹੀਂ ਮੈਂ ਕਵਿਤਾ ਹੀ ਲਿਖਣੀ ਆ, ਠੀਕ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਵਿਧਾ ਇੰਨੀ ਮਹੱਤਵਪੂਰਨ ਨਹੀਂ ਜਿੰਨਾ ਕੰਟੈਂਟ ਜ਼ਿਆਦਾ ਮਹੱਤਵਪੂਰਨ। ਕੰਟੈਂਟ ਜ਼ਿੰਦਗੀ 'ਚ ਹਮੇਸ਼ਾ ਕੰਟੈਂਟ ਇੰਪੋਰਟੈਂਟ ਹੈ। ਉਹ ਜਿਵੇਂ ਜੋਸਫ ਕਹਿੰਦੇ ਆ ਨਾ ਕਿ ਪੜੋ ਮਨ ਤੇ ਲਿਖੋ ਕਣ। ਚਲੋ ਉਹ ਪੜੂਗਾ ਦਿਮਾਗ 'ਚ ਕੁਛ ਆਊਗਾ ਤਾਂ ਹੀ ਲਿਖਿਆ ਜਾ ਸਕਦਾ। ਉਹ ਵੀ ਮੇਰੇ ਹਿਸਾਬ ਨਾਲ ਮੈਂ ਉਹਦੇ ਨਾਲ ਵੀ ਬਾਹਲਾ ਸਹਿਮਤ ਨਹੀਂ ਆ ਵੀ ਪੜੋ ਮਨ ਤੇ ਲਿਖੋ ਕਣ। ਕਈ ਵਾਰੀ ਪੜ੍ਹਨ ਦੇ ਨਾਲ ਤੁਹਾਡਾ ਜਿਹੜਾ ਨਾ ਮਾਈਂਡ ਹੈ, ਤੁਹਾਡੇ ਵਿਚਾਰ ਹੀ ਬਦਲ ਜਾਂਦੇ ਆ, ਤੁਹਾਡੇ ਜੋ ਤੁਹਾਡੇ ਅੰਦਰ ਦੀ ਕ੍ਰੀਏਟੀਵਿਟੀ ਹੁੰਦੀ ਉਹ ਖਤਮ ਵੀ ਹੋ ਜਾਂਦੀ ਆ। ਮਤਲਬ ਪੜ੍ਹਨਾ ਵੀ ਮਤਲਬ ਹਿਸਾਬ ਨਾਲ ਹੀ ਚਾਹੀਦਾ, ਪੜ੍ਹਨਾ ਨੌਲੇਜ ਬੇਸ ਲਈ ਚਾਹੀਦਾ, ਨਾ ਕਿ ਪੜ੍ਹਨਾ ਇਸ ਕਰਕੇ ਚਾਹੀਦਾ ਕਿ ਮੈਂ ਹੁਣ ਇਹ ਪੜ੍ਹ ਲਈਆਂ 10 ਕਿਤਾਬਾਂ ਤੇ ਮੈਂ ਹੁਣ 10 ਕਿਤਾਬਾਂ ਜਿਹੜੀਆਂ ਨੇ ਕਵਿਤਾ ਦੀਆਂ ਪੜ੍ਹ ਲਈਆਂ ਤੇ ਮੈਂ ਹੁਣ ਕਵਿਤਾ ਲਿਖਵਾਂ। ਨੋ, ਕਵਿਤਾ ਤੁਹਾਡੇ ਅੰਦਰੋਂ ਫੁੱਟਣੀ ਚਾਹੀਦੀ ਹੈ, ਤੁਹਾਨੂੰ ਅੰਦਰੋਂ ਚੀਰ ਦੀ ਨਿਕਲਣੀ ਚਾਹੀਦੀ ਹੈ। ਤੁਹਾਡੇ ਅੰਦਰੋਂ ਜੋ ਵੀ ਰਚਨਾ ਹੈ ਤੁਹਾਨੂੰ ਚੀਰ ਦੀ ਨਿਕਲਣੀ ਚਾਹੀਦੀ ਆ, ਤੇ ਜਿਹੜਾ ਬੰਦਾ ਸੁਣੇ ਜਾਂ ਪੜ੍ਹੇ ਉਹਨੂੰ ਚੀਰਦੀ ਜਾਵੇ। ਮਤਲਬ ਇਹ ਦੋ ਧਾਰੀ ਤਲਵਾਰ ਹੋਣੀ ਚਾਹੀਦੀ ਆ। ਇਹ ਲਿਖਣ ਵਾਲੇ ਤੋਂ ਵੀ ਤਲਵਾਰ ਨੂੰ ਚੱਲਣੀ ਚਾਹੀਦੀ ਆ ਤੇ ਸੁਣਨ ਵਾਲੇ ਤੋਂ ਵੀ ਤਲਵਾਰ ਨੂੰ ਚੱਲਣੀ ਚਾਹੀਦੀ ਆ। ਫਿਰ ਉਹ ਰਚਨਾ ਜਿਹੜੀ ਆ ਉਹ ਸਦੀਵੀ ਵੀ ਹੋ ਸਕਦੀ ਆ, ਉਹ ਚੰਗੀ ਵੀ ਹੋ ਸਕਦੀ ਆ ਤੇ ਮੀਨਿੰਗਫੁਲ ਵੀ ਹੋ ਸਕਦੀ ਆ। ਠੀਕ ਹੈ, ਬਹੁਤ ਖੂਬ ਜੋਲ ਸਾਹਿਬ। ਮੇਰਾ ਅਗਲਾ ਸਵਾਲ ਇਹ ਹੈ ਕਿ ਹਰ ਇੱਕ ਬੰਦਾ ਕਿਸੇ ਨਾ ਕਿਸੇ ਦਾ ਨਾ ਜ਼ਿੰਦਗੀ 'ਚ ਪ੍ਰਭਾਵ ਕਬੂਲ ਕਰਦਾ। ਹਾਂਜੀ, ਹਰ ਇੱਕ ਬੰਦੇ ਦਾ ਕੋਈ ਨਾ ਕੋਈ ਆਈਡੀਆ ਹੁੰਦਾ ਕਿ ਮੈਨੂੰ ਆਹ ਚੰਗਾ ਲੱਗਦਾ, ਔਰ ਗਾਹੇ ਬਗਾਹੇ ਉਹ ਬਿਨਾਂ ਸੋਚੇ ਜਾਂ ਸਮਝੇ ਹੋਏ ਉਹ ਉਹਦੇ ਵਰਗਾ ਬਣਨਾ ਲੋਚਦਾ ਵੀ ਹੈ, ਚਾਹੁੰਦਾ ਵੀ ਹੈ। ਤੁਹਾਨੂੰ ਜ਼ਿੰਦਗੀ 'ਚ ਕਿਹਨੇ ਪ੍ਰਭਾਵਿਤ ਕੀਤਾ? ਏਦਾਂ ਗੱਲ ਹੈ ਵੀ ਦੇਖੋ, ਪ੍ਰਭਾਵ ਤਾਂ ਬਹੁਤ ਲੋਕਾਂ ਨੇ ਕਰਦੇ ਆ, ਤੇ ਲੇਕਿਨ ਇਹ ਹੁੰਦਾ ਵੀ ਜਿਹੜਾ ਪ੍ਰਭਾਵ ਕਰਕੇ, ਇਸ ਤਰ੍ਹਾਂ ਪ੍ਰਭਾਵ ਨਹੀਂ ਕੀਤਾ ਮੈਨੂੰ ਕਿਸੇ ਨੇ ਕਿ ਮੈਂ ਉਹਦੇ ਵਰਗਾ ਬਣਨਾ ਚਾਹੁੰਦਾ ਵੀ ਜਿਹੜੀ ਹੀਰੋਇਜ਼ਮ ਜਿਹੜੀ ਆ ਮੈਂ ਉਹਦੇ ਐਂਟੀ ਆ। ਵੈਸੇ ਹੀ ਮੈਂ ਐਂਟੀ ਆ ਕਿ ਤੁਸੀਂ ਇੱਕ ਹੀਰੋ ਮਿੱਥ ਲਓ ਤੇ ਫਿਰ ਉਹਦੇ ਵਰਗਾ ਬਣਨਾ। ਮੈਂ ਸਮਝਦਾ ਕਿ ਉਹ ਕ੍ਰੀਏਟੀਵਿਟੀ ਦੀ ਕਿਲਿੰਗ ਹੈ। ਮੈਨੂੰ ਕੁਝ ਰਾਈਟਿੰਗਸ ਨੇ ਜਿਵੇਂ ਉਹਨਾਂ ਨੇ ਕੀਤਾ, ਜਿਵੇਂ ਮੈਨੂੰ ਮੈਰੀ ਕਿਊਰੀ ਦੀ ਕਿਤਾਬ ਨੇ ਬਹੁਤ ਪ੍ਰਭਾਵਿਤ ਕੀਤਾ ਬਈ ਉਹਦੀ ਕਿਤਾਬ ਨੇ ਮੈਨੂੰ ਮੇਰੀ ਜ਼ਿੰਦਗੀ 'ਚ ਬਦਲਾਅ ਲਿਆਂਦਾ। ਉਹਨੇ ਮਤਲਬ ਜਿਹੜੀਆਂ ਗੱਲਾਂ ਕੀਤੀਆਂ, ਜਿਹੜੇ ਉਹਨੇ ਆਪਣੇ ਜ਼ਿੰਦਗੀ ਦਾ ਇੱਥੇ ਆਉਣ ਦਾ ਪਰਪਸ ਹੈ ਜਿਹੜਾ ਉਹ ਲਿਖਿਆ, ਜਿਹੜਾ ਉਹ ਬਹੁਤ ਹੀ ਪ੍ਰਭਾਵਸ਼ਾਲੀ ਸੀ। ਔਰ ਮੈਂ 72-73 ਦੇ ਵਿੱਚ ਪੜ੍ਹੀ ਇਹ ਕਿਤਾਬ, ਔਰ ਮੈਨੂੰ ਬਹੁਤ ਵਧੀਆ ਉਹ ਲੱਗਿਆ ਕਿ ਉਹਨੇ ਮੇਰੇ ਤੇ ਬੜਾ ਇਫੈਕਟ ਕੀਤਾ। ਦੂਜਾ ਇਹ ਸੀ ਵੀ ਮੈਨੂੰ ਜਿਹੜਾ ਔਰਤਾਂ ਦੀ ਜ਼ਿੰਦਗੀ ਬਾਰੇ
ਜਿਹੜੀ ਚੀਜ਼ ਨੇ ਪ੍ਰਭਾਵ ਕੀਤਾ ਉਹ ਕਮਲਾ ਦਾਸ ਦੀ ਸੀ ਮਾਈ ਸਟੋਰੀ, ਅੱਛਾ, ਹਨਾ, ਕੇਰਲਾ ਦੀ ਜਿਹੜੀ ਕੇਰਲਾ ਦੀ ਸੀਗੀ। ਤੇ ਉਹ ਮੈਂ ਟ੍ਰੇਨ 'ਚ ਪੜ੍ਹੀ ਸੀਗੀ ਗੁਜਰਾਤ ਨੂੰ ਜਾਂਦਿਆਂ। ਠੀਕ ਹੈ। ਤੇ ਉਹਦੇ ਵਿੱਚੋਂ ਮੈਨੂੰ ਜਿਹੜਾ ਸੀਗਾ ਕਿ ਕਿਸੇ ਮਨੁੱਖ ਦੇ ਅੰਦਰਲੇ ਦਰਦ ਦਾ ਅਹਿਸਾਸ ਜਿਹੜਾ ਸੀਗਾ ਕਿ ਮਨੁੱਖ ਕਿੱਥੇ ਆ ਤੇ ਉਹਦੇ ਨਾਲ ਦੁਨੀਆ 'ਚ ਵਾਪਰ ਕੀ ਰਿਹਾ, ਵੀ ਉਹ ਕਿਵੇਂ ਮਤਲਬ ਜਿਹੜਾ ਆਪਣੇ ਉਸ ਸਾਰੇ ਨੂੰ ਉਹਦੇ ਵਿੱਚੋਂ ਨਿਕਲਦਾ ਜਾਂ ਉਹਦੇ ਵਿੱਚ ਪੜਦਾ ਜਾਂ ਦੁਖੀ ਹੁੰਦਾ ਜਾਂ ਸੁਖੀ ਹੁੰਦਾ। ਮੈਨੂੰ ਲੱਗਦਾ ਕਿ ਉਸ ਰਚਨਾ ਨੇ ਮੈਨੂੰ ਬਹੁਤ ਇੱਕ ਤਾਂ ਉਮਰ ਦਾ ਹੀ ਫਰਕ ਸੀਗਾ ਤੇ ਉਹਨੇ ਪ੍ਰਭਾਵ ਕੀਤਾ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਨੇ, ਅੰਗਰੇਜ਼ੀ ਦੀ ਦਾ ਕਰੂਸੀਬਲ ਹੈ, ਉਹਦੇ ਵਿੱਚ ਵੀ ਕਿਵੇਂ ਮਤਲਬ ਉਹ ਕੀਤਾ। ਉਹ ਮੈਂ ਹੁਣ ਸੋਚ ਰਿਹਾ ਸਮਾਂ ਵੀ ਉਹਦਾ ਨਾਟਕ ਤਿਆਰ ਕੀਤਾ ਜਾਵੇ ਪੰਜਾਬੀ ਦੇ ਵਿੱਚ ਉਸ ਦੇ ਬੇਸ ਦੇ ਉੱਤੇ। ਤੇ ਕਿਉਂਕਿ ਸਾਰੀ ਦੁਨੀਆ 'ਚ ਮੈਨੂੰ ਇਹ ਲੱਗਦਾ ਹੁੰਦਾ ਕਿ ਕੋਈ ਵੀ ਰਚਨਾ ਜਿਹੜੀ ਆ ਉਹ ਇਹ ਨਹੀਂ ਹੋਣੀ ਚਾਹੀਦੀ ਵੀ ਇਹ ਪੰਜਾਬ ਦੀ ਹੈ, ਬੰਗਾਲ ਦੀ ਹੈ। ਮੈਂ ਸੋਚਦਾ ਹੁੰਦਾ ਵੀ ਜਿਹੜੀ ਰਚਨਾ ਮਨੁੱਖੀ ਮਨ ਦੀ ਦੁਨੀਆ ਦੇ ਟੋਟਲ ਦੁਨੀਆ ਦੇ ਮਨੁੱਖਤਾ ਨੂੰ ਕਿਸੇ ਤਰ੍ਹਾਂ ਉਹ ਪਕੜਦੀ ਆ, ਚਾਹੇ ਉਹ ਕਿਸੇ ਇੱਕ ਖਾਸ ਖਿੱਤੇ ਦੇ ਵਿੱਚ ਵੜ ਕੇ ਪਕੜਦੀ ਆ, ਤੇ ਉਹ ਚੀਜ਼ ਜਿਹੜੀ ਆ ਮੈਨੂੰ ਪ੍ਰਭਾਵਿਤ ਕਰਦੀ ਆ। ਅਰਨੈਸਟ ਹੈਮਿੰਗਵੇ ਵੀ ਮੈਨੂੰ ਵਧੀਆ ਲੱਗਦਾ, ਤੇ ਹੋਰ ਵੀ ਮਤਲਬ ਕਿਉਂਕਿ ਅਮਰੀਕਨ ਲਿਟਰੇਚਰ ਮੈਂ ਕਾਫੀ ਪੜ੍ਹਿਆ, ਤੇ ਰਾਬਰਟ ਫਰੋਸਟ ਦੀਆਂ ਪੋਇਮਸ ਨੇ ਜਾਂ ਐਲਨ ਈਗਰ ਉਹਦੀਆਂ ਨੇ। ਸੋ ਇਸ ਤਰ੍ਹਾਂ ਮਤਲਬ ਬਹੁਤ ਸਾਰੀਆਂ ਨੇ ਉਹ ਕੀਤੀਆਂ ਨੇ। ਪੰਜਾਬੀ ਦੇ ਵਿੱਚ ਵੀ ਮੈਨੂੰ ਕੁਝ ਲੋਕ ਜਿਹੜੇ ਨੇ ਅੱਛੇ ਲੱਗੇ ਨੇ। ਪਹਿਲਾਂ ਗੁਰਬਖਸ਼ ਸਿੰਘ ਪ੍ਰੀਤਲੜੀ ਵਧੀਆ ਲੱਗਦਾ ਸੀਗਾ, ਤੇ ਫਿਰ ਜਿਹੜੀ ਆਪਣੀ ਸੀਗੀ ਵਾਕ ਬਣਤਰ ਸੀਗੀ, ਉਹਦੇ ਵਿੱਚ ਆਪਣਾ ਜਿਹੜਾ ਸੀਗਾ ਸਾਥੀ ਲੁਧਿਆਣਵੀ ਨੇ ਵੀ ਬੜਾ ਪ੍ਰਭਾਵਿਤ ਕੀਤਾ, ਹੋਰ ਵੀ ਕਈਆਂ ਨੇ ਕੀਤਾ। ਉਸ ਤੋਂ ਬਾਅਦ ਜਿਹੜੀ ਮੈਂ ਮਹਾਭਾਰਤ ਪੜ੍ਹੀ, ਉਹਦੇ ਵਿੱਚ ਜਿਹੜੀਆਂ ਉਹਦੇ ਵਾਲੀਅਮ ਜਿਹੜੇ ਨੇ ਡਾਕਟਰ ਪ੍ਰੇਮ ਪ੍ਰਕਾਸ਼ ਉਹਨਾਂ ਨੇ ਕੀਤੇ ਨੇ, ਉਹਨਾਂ ਨੇ ਬਹੁਤ ਹੀ ਵਧੀਆ ਵਾਕ ਬਣਤਰ ਜਿਹੜੀ ਉਹਨਾਂ ਦੀ ਬਹੁਤ ਕਮਾਲ ਦੀ ਹੈ। ਟਰਾਂਸਲੇਸ਼ਨ ਦੇ ਵਿੱਚ ਇੰਨੀ ਵਧੀਆ ਟਰਾਂਸਲੇਸ਼ਨ ਮੈਂ ਹੋਰ ਨਹੀਂ ਕੋਈ ਦੇਖੀ, ਕਿਉਂਕਿ ਉਹ ਤੁਹਾਨੂੰ ਲੱਗਦਾ ਹੀ ਨਹੀਂ ਕਿ ਉਹ ਹੋਰ ਟਰਾਂਸਲੇਸ਼ਨ ਹੈ, ਤੁਹਾਨੂੰ ਓਰੀਜਨਲ ਹੀ ਲੱਗਦਾ। ਤੇ ਉਸ ਨੇ ਮੈਨੂੰ ਬੜਾ ਇਕੱਲਾ ਪ੍ਰਭਾਵਿਤ ਹੀ ਨਹੀਂ ਕੀਤਾ, ਮੇਰੀ ਵਾਕ ਬਣਤਰ ਉੱਤੇ, ਚੀਜ਼ਾਂ ਨੂੰ ਕੰਸਾਈਜ਼ ਛੋਟਾ ਰੱਖਣ ਉੱਤੇ ਮੈਨੂੰ ਉਸ ਦਾ ਬਹੁਤ ਫਾਇਦਾ ਹੋਇਆ। ਤੇ ਨਾਲ ਦੀ ਨਾਲ ਨੇਚਰ ਨਾਲ ਜੁੜਨ ਦਾ, ਕਿਸੇ ਚੀਜ਼ ਦੇ ਜਿਹਨੂੰ ਕਹਿੰਦੇ ਅਲਟਰਨੇਟਿਵ ਸੋਚਣੇ ਜਾਂ ਬਦਲ ਸੋਚਣਾ, ਸ਼ਬਦਾਂ ਦੇ ਬਦਲ ਸੋਚਣੇ, ਉਹ ਜਿਹੜਾ ਉਹ ਮਹਾਭਾਰਤ ਦੇ ਵਿੱਚੋਂ ਬਹੁਤ ਸਿੱਖਿਆ ਵੇ। ਜਿੱਦਾਂ ਉਹਨਾਂ ਨੇ ਕਿਸੇ ਚੀਜ਼ ਦਾ ਵਰਣਨ ਕੀਤਾ ਤੇ ਉਹਦੇ 108 ਮਤਲਬ ਨਾਂ ਦੱਸਦੇ ਉਹਨਾਂ ਨੇ, ਵੀ 108 ਵਾਰੀ ਨਾਂ ਦੱਸਦੇ ਜਾਂ 108 ਵਾਰੀ ਉਹਦਾ ਐਕਸਪਲੇਨ ਕਰਤਾ। ਤੇ ਸਮੇਂ ਦਾ ਆਯੋਜਨ ਦਾ ਜਿਹੜਾ ਕਨਸੈਪਟ ਹੈ ਉਹ ਬੜਾ ਕਮਾਲ ਦਾ ਹੈ। ਸੋ ਮੈਨੂੰ ਇਹ ਲੱਗਾ ਕਿ ਵੀ ਮੇਰੇ ਲਿਖਤ ਉੱਤੇ ਜੋ ਮੈਂ ਲਿਖਦਾ ਉਹਦੇ ਉੱਤੇ ਜਿਹੜਾ ਇਹ ਟੈਕਨੀਕਲ ਇਫੈਕਟ ਹੈ, ਇਹਨੂੰ ਟੈਕਨੀਕਲ ਇਫੈਕਟ ਕਹਿ ਸਕਦੇ ਹਾਂ, ਵੀ ਇਹਦਾ ਮੈਨੂੰ ਬਹੁਤ ਫਾਇਦਾ ਹੋਇਆ। ਸੋ ਇਸ ਤਰ੍ਹਾਂ ਬਾਕੀ ਹੋਰ ਵੀ ਕਾਫੀ ਰਾਈਟਰ ਨੇ ਜਿਨ੍ਹਾਂ ਨੇ ਪ੍ਰਭਾਵਿਤ ਕੀਤਾ, ਇੱਥੇ ਲੋਕਲ ਵੀ ਨੇ, ਮਿੱਤਰ ਦੋਸਤ ਵੀ ਨੇ, ਹੋਰ ਵੀ ਨੇ। ਕਦੇ ਕਦੇ ਕਿਸੇ ਦੀ ਰਚਨਾ ਬਹੁਤ ਅੱਛੀ ਆ ਜਾਂਦੀ ਹੈ, ਇੱਕਾ ਦੁੱਕਾ ਰਚਨਾਵਾਂ ਕਈਆਂ ਦੀਆਂ ਬਹੁਤ ਅੱਛੀਆਂ ਨੇ, ਹੈਨਾ, ਵੀ ਕਈਆਂ ਦੀਆਂ ਮਤਲਬ ਕਿਰਤ ਉੱਤੇ ਨੇ, ਕਈਆਂ ਦੀਆਂ ਉੱਤੇ। ਪਰ ਮੈਨੂੰ ਉਹ ਰਚਨਾਵਾਂ ਬਿਲਕੁਲ ਪਸੰਦ ਨਹੀਂ ਜਿਹੜੀਆਂ ਉਹੀ ਪਾਸਟ ਨੂੰ ਰੋਈ ਜਾਂਦੀਆਂ ਨੇ। ਐਸੀ ਮੈਨੂੰ ਲੱਗਦਾ ਹੁੰਦਾ ਵੀ ਇਹ ਆ ਵੀ ਪਹਿਲਾਂ ਅਸੀਂ ਪਿੰਡਾਂ ਦੇ ਢੇਰਾਂ ਤੋਂ ਦੁਖੀ ਸੀ, ਮੁਸ਼ਕ ਤੋਂ ਦੁਖੀ ਸੀ, ਫਿਰ ਅਸੀਂ ਪਿੰਡਾਂ ਚੋਂ ਨਿਕਲ ਕੇ ਸ਼ਹਿਰਾਂ ਜਾ ਗਏ, ਫਿਰ ਸਾਨੂੰ ਉਹੀ ਮੁਸ਼ਕ ਜਿਹੜਾ ਉਹ ਮਹਿਕ ਦਿਖਣ ਲੱਗ ਪਿਆ। ਤੇ ਉਹ ਮਤਲਬ ਵੀ ਅਸੀਂ ਨਾ ਕਈ ਵਾਰੀ ਆਪਣੇ ਆਪ ਨੂੰ ਸੁਡੋ ਜਿਹਾ ਕਰ ਲੈਂਦੇ ਹਾਂ। ਸੋ ਜਿਹੜੀਆਂ ਇਦਾਂ ਦੀਆਂ ਰਚਨਾਵਾਂ ਨੇ ਨਾ, ਐਵੇਂ ਮਤਲਬ ਸੁਡੋ ਜਿਹੀਆਂ ਜਿਹੜੀਆਂ ਪਿਛੋਕੜ ਨੂੰ ਰੋਈ ਜਾਂਦੀਆਂ ਨੇ, ਮੈਨੂੰ ਉਹ ਨਹੀਂ ਪਸੰਦ ਹੈਗੀਆਂ। ਵਕਤ ਦੇ ਹਿਸਾਬ ਨਾਲ ਚੱਲਣਾ ਜ਼ਰੂਰੀ ਹੈ। ਹਾਂ, ਮੈਂ ਕਹਿੰਦਾ ਕਿ ਤੁਸੀਂ ਉਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਉਸ 'ਚ ਜਿਲਣ 'ਚ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋ। ਉਹੀ ਰੋ ਕੇ ਆਪਣੀ ਬੱਲੇ ਬੱਲੇ ਕਰਾ ਲਓ, ਜਾਂ ਉਹ ਕਰ ਐ ਹੁੰਦਾ ਸੀ, ਆਹ ਹੁੰਦਾ ਸੀ, ਉਹ ਹੁੰਦਾ ਸੀ, ਉਹ ਆ ਜਿਹੜਾ ਚੱਕਰ ਹੈ ਨਾ, ਇਹ ਮੈਨੂੰ ਪਸੰਦ ਨਹੀਂ। ਇੱਕ ਚੌਂਕ ਸਾਹਿਬ ਇਹ ਵੀ ਕਿਹਾ ਜਾਂਦਾ ਕਿ ਜੋ ਅੱਜ ਦਾ ਆਪਾਂ ਤਾਣਾ ਬਾਣਾ ਦੇਖਦੇ ਹਾਂ, ਲਿਟਰੇਚਰ ਦਾ ਵੀ ਜਾਂ ਹੋਰ ਵੀ ਹੈ, ਜਾਂ ਮਨੁੱਖੀ ਸਮਾਜ ਦਾ ਵੀ, ਉਹਦੇ ਵਿੱਚ ਜਿਹੜੀ ਹੈ ਨਾ ਮਨੁੱਖੀ ਸੰਵੇਦਨਾ ਜਿਹੜੀ ਹੈਗੀ ਆ, ਜਾਂ ਸਮਾਜਿਕ ਸਰੋਕਾਰ ਨੇ, ਉਹ ਮੰਨਫੀ ਹੁੰਦੇ ਜਾ ਰਹੇ। ਹਰ ਫੀਲਡ 'ਚ ਸਾਨੂੰ ਉਹ ਨਜ਼ਰ ਆ ਰਿਹਾ। ਕਹਿਣ ਨੂੰ ਤਾਂ ਅਸੀਂ 21ਵੀਂ ਸਦੀ ਦੇ ਵਿਸ਼ਿਆਂ 'ਤੇ ਆਪਣੇ ਆਪ ਨੂੰ ਮੰਨਦੇ ਹਾਂ, ਜਿਉਂ-ਜਿਉਂ ਅਸੀਂ ਪੜ੍ਹ ਲਿਖ ਰਹੇ ਹਾਂ ਤਿਉਂ ਜਿਹੜਾ ਬਾਜ਼ਾਰ ਆ ਨਾ, ਉਹ ਸਾਡੇ 'ਤੇ ਭਾਰੂ ਹੋ ਰਿਹਾ। ਜਿਵੇਂ ਕਿਹਾ ਜਾਂਦਾ ਕਿ ਮੈਂ ਆਪਣੇ ਬੱਚੇ ਦੇ ਨਾਲ, ਜਿਵੇਂ ਇੱਕ ਸ਼ੇਰ ਆ ਕਿ ਮੈਨੂੰ ਸੇਬ ਦੇ ਦਰਖਤ 'ਤੇ ਸੇਬ ਹੀ ਦਿਸਿਆ, ਪਰ ਮੇਰੇ ਬੱਚੇ ਨੂੰ ਉਹਨੂੰ ਨਾਲ ਕਾਟੋ ਵੀ ਦਿਸੀ। ਹੁਣ ਸੋਚਣ ਵਾਲੀ ਗੱਲ ਹੈ, ਮੈਨੂੰ ਕਾਟੋ ਕਿਉਂ ਨਹੀਂ ਦਿਸੀ? ਕਿਉਂਕਿ ਮੇਰਾ ਜਿਹੜਾ ਸੰਬੰਧ ਰਿਹਾ ਉਹ ਸਿਰਫ ਬਾਜ਼ਾਰੂ ਨਾਲ ਹੀ ਹੋ ਗਿਆ, ਕਿਉਂਕਿ ਸੇਬ ਵਿਕ ਸਕਦਾ, ਕਾਟੋ ਵਿਕ ਨਹੀਂ ਸਕਦੀ। ਇਸ ਚੀਜ਼ ਨਾਲ ਜਨਮੇਜਾ ਜੋਲ
ਕੀ ਕਦੇ-ਕਦੇ ਆਪਣੇ ਆਪ ਨੂੰ ਬੇਵਸ ਵੀ ਫੀਲ ਕਰਦਾ? ਨਹੀਂ, ਬੇਵਸ ਨਹੀਂ ਫੀਲ ਕਰਦਾ, ਕਿਉਂਕਿ ਮੈਂ ਬੇਸਿਕਲੀ ਪੋਜ਼ਿਟਿਵਿਟੀ 'ਚ ਵਿਸ਼ਵਾਸ ਰੱਖਦਾ, ਮੈਂ ਬੇਵਸੀ 'ਚ ਵਿਸ਼ਵਾਸ ਨਹੀਂ ਰੱਖਦਾ। ਮੈਂ ਕਹਿੰਦਾ ਵੀ ਜੇ ਬੇਵਸੀ ਹੋ ਰਹੀ ਆ ਤੇ ਇਹਦਾ ਮਤਲਬ ਕਿ ਤੁਸੀਂ ਕਿਸੇ ਗਲਤ ਪਾਥ ਤੇ ਹੋ, ਪਿੱਛੇ ਹਟ ਜਾਓ, ਹਾਂ ਰਾਈਟ, ਪਿੱਛੇ ਹਟ ਜਾਓ, ਰੀਸਟਾਰਟ ਕਰ ਲਓ, ਫਿਰ ਦੁਬਾਰਾ ਜ਼ੀਰੋ ਤੋਂ ਸਟਾਰਟ ਕਰ ਲਓ, ਕੋਈ ਚੱਕਰ ਨਹੀਂ। ਬਾਕੀ ਇਹ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਆ, ਬੇਸਿਕਲੀ ਮਨੁੱਖ ਦੀ ਸੰਵੇਦਨਾ ਹੀ ਘਟਦੀ ਆ, ਸਮਾਜਿਕ ਸਰੋਕਾਰ ਉਦੋਂ ਬਾਅਦ ਘਟਦੇ ਆ। ਸਮਾਜਿਕ ਸਰੋਕਾਰ ਤੁਹਾਡੀ ਸੰਵੇਦਨਾ ਨਾਲ ਜੁੜੇ ਹੋਏ ਆ, ਤੁਹਾਡੀ ਅੰਦਰਲੀ ਸੂਖਮਤਾ ਨਾਲ ਜੁੜੇ ਹੋਏ ਆ, ਤੁਹਾਡੇ ਅੰਦਰਲੇ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਤੁਹਾਡੀ ਆਬਜ਼ਰਵੇਸ਼ਨ ਦੇ ਨਾਲ ਜੁੜੇ ਹੋਏ ਆ ਵੀ ਤੁਸੀਂ ਚੀਜ਼ਾਂ ਨੂੰ ਦੇਖਦੇ ਕਿਵੇਂ ਹੋ। ਜਿਵੇਂ ਕੱਲਾ ਅਰਜਨ ਨੂੰ ਮੱਛੀ ਦੀ ਅੱਖ ਨਹੀਂ ਸੀ ਦਿਖ ਰਹੀ, ਮੱਛੀ ਦੀ ਅੱਖ ਨਹੀਂ ਸੀ ਦਿਖ ਰਹੀ, ਉਹਨੂੰ ਆਲੇ ਦੁਆਲੇ ਬੈਠੇ ਸਾਰੇ ਰਾਜੇ ਵੀ ਦਿਖ ਰਹੇ ਸੀ, ਉਹਨੂੰ ਆਲੇ ਦੁਆਲੇ ਬੈਠੇ ਦਾ ਕੰਪੀਟੀਸ਼ਨ ਵੀ ਦਿਖ ਰਿਹਾ ਸੀ, ਉਹ ਸਾਰਾ ਕੁਝ ਦਿਖ ਰਿਹਾ ਸੀ ਕਰਕੇ ਮੱਛੀ ਦੀ ਅੱਖ ਦਿਖ ਰਹੀ ਸੀ। ਜੇ ਉਹਦੇ ਬਾਰੇ ਸੁਚੇਤ ਨਾ ਹੁੰਦਾ, ਜੇ ਉਹਦੇ ਬਾਰੇ ਉਹਨੂੰ ਨਾ ਪਤਾ ਹੁੰਦਾ ਤਾਂ ਉਹਨੂੰ ਅੱਖ ਵੀ ਨਹੀਂ ਸੀ ਦਿਖਣੀ। ਉਹਦਾ ਧਿਆਨ ਜਿਹੜਾ ਸੀਗਾ ਉਹ 'ਚ ਹੋ ਜਾਣਾ ਸੀ ਵੀ ਫਲਾਣੇ ਦੇਸ਼ ਦਾ ਰਾਜਾ ਆਇਆ, ਫਲਾਣੇ ਦਾ ਉਹ ਆਇਆ, ਉਹਦਾ ਆਇਆ, ਮੈਂ ਉਹਨੂੰ ਹਰਾਉਣਾ। ਉਹ ਹਰਾਉਣ ਲਈ ਨਹੀਂ ਸੀ ਦੇਖ ਰਿਹਾ, ਉਹਦਾ ਪ੍ਰੈਸ਼ਰ ਸੀ ਉਹਦੇ ਤੇ, ਉਹ ਸੁਚੇਤ ਸੀ, ਉਹਦੇ ਵਿੱਚ ਉਹਨੇ ਕੰਸੈਂਟਰੇਸ਼ਨ ਬਣਾਈ। ਸੋ ਇਸੇ ਕਰਕੇ ਮੈਂ ਕਹਿੰਦਾ ਕਿ ਜੀਵਨ ਦੇ ਵਿੱਚ ਤੁਹਾਡਾ ਟਾਰਗੇਟ ਜ਼ਰੂਰ ਹੋਣਾ ਚਾਹੀਦਾ, ਪਰ ਟਾਰਗੇਟ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਲੇ ਦੁਆਲੇ ਨੂੰ ਇਗਨੋਰ ਕਰਨਾ। ਜਿਵੇਂ ਤੁਸੀਂ ਗੱਲ ਕਿਹਾ ਵੀ ਤੁਸੀਂ ਸੇਬ ਤਾਂ ਜ਼ਰੂਰ ਦੇਖ ਰਹੇ ਹੋ, ਪਰ ਤੁਸੀਂ ਕਾਟੋ ਵੀ ਦੇਖਣੀ ਹੈ, ਤੁਸੀਂ ਸੇਬ ਤੇ ਮੰਡਰਾਉਂਦੇ ਭੰਵਰੇ ਵੀ ਦੇਖਣੇ ਆ, ਤੁਸੀਂ ਕੀੜੇ ਪਤੰਗੇ ਵੀ ਦੇਖਣੇ ਆ, ਤੁਸੀਂ ਪੱਤਿਆਂ ਦੇ ਬਦਲਦੇ ਰੰਗ ਵੀ ਦੇਖਣੇ ਆ, ਕਿਉਂ ਜੀ? ਇਹ ਸਾਰਾ ਕੁਝ ਦੇਖਣਾ। ਉਹਦਾ ਇਹ ਵੀ ਦੇਖਣਾ ਵੀ ਇਹ ਬੂਟਾ ਛੋਟਾ ਆ ਵੱਡਾ ਆ, ਇਹਨੂੰ ਸੇਬ ਲੱਗੇ ਕਿੰਨੇ ਹੋਏ ਆ। ਤੁਹਾਡੀ ਜਿਹੜੀ ਆਬਜ਼ਰਵੇਸ਼ਨ ਹੈ, ਤੁਹਾਡੀ ਜਿਹੜੀ ਚੀਜ਼ ਦੀ ਉਸ ਸਥਿਤੀ ਦੀ ਸੋਚ ਹੈ ਜਾਂ ਉਹਦੀ ਹੈਗੀ ਆ, ਉਹ ਪੂਰੇ ਤੌਰ ਤੇ ਦੇਖਣਾ। ਤੁਸੀਂ ਬੋਲੋ ਚਾਹੇ ਨਾ ਬੋਲੋ, ਆਪਾਂ 10 ਬੰਦੇ ਕੰਮ ਕਰ ਰਹੇ ਆ, ਮੈਨੂੰ ਇਹ ਪਤਾ ਹੋਣਾ ਚਾਹੀਦਾ ਵੀ 10 ਬੰਦਿਆਂ ਚੋਂ 9 ਕੰਮ ਕਰ ਰਹੇ, ਇੱਕ ਨਹੀਂ ਕਰ ਰਿਹਾ। ਇਹ ਮੈਂ ਉਹਨੂੰ ਕਹਿਣਾ ਨਹੀਂ, ਕਿਉਂ? ਜਦ ਤੁਸੀਂ ਕਹੋਗੇ ਇਹਦਾ ਮਤਲਬ ਕਿ ਤੁਹਾਡੀ ਕੰਸੈਂਟਰੇਸ਼ਨ ਟੁੱਟ ਗਈ, ਤੁਸੀਂ ਉਸ ਤੋਂ ਦੁਖੀ ਹੋ ਗਏ, ਤੁਸੀਂ 9 ਬੰਦੇ ਪਿੱਛੇ ਸੁੱਟ ਕੇ ਤੁਸੀਂ ਇੱਕ ਅੱਗੇ ਲੈ ਆਂਦਾ, ਤੁਸੀਂ ਉਹਨੂੰ ਇਗਨੋਰ ਕਰਨਾ। ਇੱਕ ਜੋਨ ਸਾਹਿਬ ਇਹ ਵੀ ਕਿਹਾ ਜਾਂਦਾ, ਜਿਵੇਂ ਬਾਬਾ ਨਾਨਕ ਨੂੰ ਕਿਹਾ ਜਾਂਦਾ ਹੁੰਦਾ ਸੀ ਉਸ ਜ਼ਮਾਨੇ 'ਚ ਕਿ ਤੁਹਾਡਾ ਧਰਮ ਕਿਹੜਾ, ਕਿਉਂਕਿ ਉਹ ਭਗਵੇਂ ਕੱਪੜੇ ਵੀ ਪਾ ਲੈਂਦੇ ਸੀ, ਉਹ ਦੂਸਰੇ ਵੀ ਪਾ ਲੈਂਦੇ ਸੀ, ਉਹ ਗਾਉਣ ਵਜਾਉਣ ਵੀ ਲੱਗ ਜਾਂਦੇ ਸੀ। ਆਮ ਬੰਦਾ ਜਿਵੇਂ ਸਮਾਧੀ ਲਾਉਂਦਾ ਸੀ, ਉਹਨਾਂ ਨੇ ਕਦੇ ਸਮਾਧੀ ਉੱਦਾਂ ਦੀ ਲਾਈ ਨਹੀਂ, ਗਾ ਕੇ ਗਾਇਆ ਹੈ ਨਾ ਉਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ। ਫਿਰ ਉਹਨਾਂ ਨੇ ਇੱਕ ਵਾਰ ਇਹ ਆ ਕਹਿੰਦੇ ਮੇਰਾ ਧਰਮ ਇਹੀ ਆ ਕਿ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਔਰ ਸਾਰਿਆਂ ਦੇ ਨਾਲ ਚੱਲਣਾ। ਇਹਦਾ ਮਤਲਬ ਕੀ ਹੈ ਕਿ ਮਨੁੱਖ ਸਮਾਜਿਕ ਪ੍ਰਾਣੀ ਆ, ਸਾਨੂੰ ਸਾਰਿਆਂ ਦੇ ਨਾਲ। ਹੁਣ ਇੱਕ ਪ੍ਰਵਰਬ ਵੀ ਆਪਣੇ ਕਿ ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮੁਲਾ, ਆਪ ਹੁਦਰਿਆਂ ਦੇ ਦੌਰ ਦੇ ਵਿੱਚ ਕੌਣ ਮੰਨੇ ਕਿਸੇ ਦੀ ਸਲਾਹ। ਤੁਹਾਨੂੰ ਕਦੇ ਲੱਗਦਾ ਕਿ ਤੁਸੀਂ ਜਦੋਂ ਦੇਖਦੇ ਹੋ ਕਿ ਕਿਤੇ ਥੋੜਾ ਬਹੁਤਾ ਗੜਬੜ ਹੋ ਰਹੀ ਹੈ ਤਾਂ ਤੁਸੀਂ ਆਪਣੀ ਸਲਾਹ ਦਿੰਦੇ ਹੋ ਤਾਂ ਅਗਲੇ ਫਿਰ ਮੰਨਦੇ ਨਹੀਂ, ਤਾਂ ਫਿਰ ਉਦੋਂ ਜ਼ਖਮੀ ਜੈਸੇ ਦੁਖੀ ਹੁੰਦਾ ਕਦੇ? ਨਹੀਂ, ਉਹ ਦੁਖੀ ਹੋਣ ਦੀ ਲੋੜ ਨਹੀਂ, ਕਿਉਂਕਿ ਆਪਾਂ ਜਿਹੜੇ ਮਨੁੱਖੀ ਮਨ ਦੇ ਵਿਕਾਰ ਹੈ ਉਹ ਕਦੇ ਖਤਮ ਨਹੀਂ ਹੋਏ, ਕਦੇ ਖਤਮ ਨਹੀਂ ਹੋਣੇ। ਜਿੱਡੇ ਮਰਜੀ ਪੀਰ ਪੈਗੰਬਰ ਗੁਰੂ ਜੋ ਮਰਜੀ ਆ ਜਾਏ, ਇਹ ਜੇ ਆਪਾਂ ਬਾਹਲਾ ਨਾਂ ਵੀ ਲਈਏ ਤਾਂ ਆਪਾਂ ਤਾਓ ਤੋਂ ਵੀ ਸ਼ੁਰੂ ਕਰ ਲਈਏ, ਲਗਭਗ 3000 ਸਾਲ ਪਹਿਲਾਂ। ਠੀਕ ਹੈ, ਜੋ ਉਹਨੇ ਲਿਖਿਆ ਉਹ ਇਹ ਕੁਛ ਹੀ ਲਿਖਿਆ, ਠੀਕ ਹੈ। ਬਾਬਾ ਨਾਨਕ ਨੇ ਵੀ ਇਹ ਕੁਛ ਹੀ ਲਿਖਿਆ, ਦੂਜਾ ਭਗਤਾਂ ਨੇ, ਬਾਣੀ ਨੇ, ਸਾਰਿਆਂ ਨੇ, ਹੋਰਨਾਂ ਨੇ, ਉਹਨਾਂ ਨੇ ਵੀ ਲਿਖਿਆ। ਈਸਾ ਮਸੀਹ ਵੀ ਕਹਿੰਦਾ ਆਓ ਤੁਹਾਨੂੰ ਮੈਂ ਤਾਰਦਾ, ਮੁਹੰਮਦ ਵੀ ਕਹਿੰਦਾ ਵੀ ਬੰਦਿਆਂ ਨੂੰ ਸੋਧਣ ਦੀ ਕੋਸ਼ਿਸ਼ ਕਰਦਾ, ਪਰ ਬੰਦਾ ਸੁਧਰਦਾ ਨਹੀਂ। ਬੰਦੇ ਦੇ ਅੰਦਰ ਤਾਂ ਜਿਵੇਂ ਪ੍ਰੋਗਰਾਮ ਕਰਕੇ ਛੱਡਿਆ ਹੁੰਦਾ ਨਾ, ਵੀ ਜਿਵੇਂ ਅੰਬ ਦੇ ਦਰਖਤ ਦੇ ਬੀਜ ਦੇ ਵਿੱਚ ਹੀ ਸਾਰੀ ਇਨਫੋਰਮੇਸ਼ਨ ਹੈ ਵੀ ਇਹਨੂੰ ਕਿੱਦਾਂ ਦਾ ਪੱਤਾ ਆਉਣਾ, ਕਿੱਦਾਂ ਦੀ ਟਾਹਣੀ ਆਉਣੀ, ਕਿਹੜੇ ਮੌਸਮ 'ਚ ਇਹਨੂੰ ਅੰਬ ਲੱਗਣੇ ਆ, ਕਿੱਦਾਂ ਦੇ ਅੰਬ ਲੱਗਣੇ, ਕਿਹੜੀ ਕਿਸਮ ਦੇ ਅੰਬ ਲੱਗਣੇ ਆ, ਉਹਦੇ ਵਿੱਚ ਹੀ ਲਿਖਿਆ ਹੋਇਆ, ਉਹ ਕੁਦਰਤ ਨੇ ਉਹਦੇ ਵਿੱਚ ਹੀ ਪਾਇਆ ਹੋਇਆ। ਅੰਬ ਨੂੰ ਕਦੇ ਮਤਲਬ ਇਹ ਨਹੀਂ ਹੈਗਾ ਵੀ ਕੋਈ ਟਮਾਟਰ ਲੱਗ ਜਾਣਗੇ ਜਾਂ ਲੀਚੀ ਲੱਗ ਜੂਗੀ, ਜਾਂ ਜੇ ਦੁਸਹਿਰੀ ਅੰਬ ਹੈ ਤਾਂ ਉਹਨੂੰ ਟਪਕਾ ਲੱਗ ਜੂਗਾ, ਨਹੀਂ ਲੱਗਣਾ, ਕਿਉਂਕਿ ਇਹ ਪ੍ਰੋਗਰਾਮਡ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਹੈ, ਮਨੁੱਖ ਦੇ ਵੀਰੇ ਦੇ ਵਿੱਚ ਵੀ ਇਹ ਸਾਰਾ ਪ੍ਰੋਗਰਾਮ ਪਹਿਲਾਂ ਹੀ ਪਿਆ ਹੋਇਆ ਵੀ ਇਹਨੇ ਕਿੱਦਾਂ ਦਾ ਹੋਣਾ, ਇਹਦੀ ਸ਼ਕਲ ਕਿੱਦਾਂ ਦੀ ਹੋਣੀ, ਇਹਦੀ ਆਵਾਜ਼ ਕਿੱਦਾਂ ਦੀ ਹੋਣੀ ਆ, ਇਹਨੇ ਸੋਚਣਾ ਕੀ ਆ ਤੇ ਇਹਦੇ ਭੈੜ ਕੀ ਆ। ਮੈਂ ਹੱਸਦਾ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਕੁੱਤੇ ਆ, ਉਹਨਾਂ ਨੂੰ ਕੋਈ ਨਹੀਂ ਸਿਖਾਉਂਦਾ, ਮੇਰਾ ਇੱਕ ਲੇਖ ਵੀ ਆ ਵੀ ਕੁੱਤੇ ਉਹਨਾਂ ਨੂੰ ਕੋਈ ਨਹੀਂ ਸਿਖਾਉਂਦਾ ਵੀ ਲੱਤ ਚੱਕ ਕੇ ਮੁੱਤਣਾ, ਹੈ ਕੋਈ ਕੁੱਤਾ ਕਿਸੇ ਨੂੰ ਸਿਖਾਉਣ ਜਾਂਦਾ, ਲੇਕਿਨ ਜਦ ਉਹਨਾਂ ਨੇ ਖੰਭਾ ਦੇਖਣਾ, ਜਦ ਉਹਨਾਂ ਨੇ ਦੇਖਣਾ, ਕਈ ਵਾਰੀ ਤਾਂ ਕਿਸੇ ਬੰਦੇ ਦੀ ਲੱਤ ਉੱਤੇ ਵੀ ਕਰ ਦਿੰਦੇ ਆ।
ਮਤਲਬ ਜਦੋਂ ਉਹਨੂੰ ਮਾਹੌਲ ਜਿਹਾ ਲੱਗਦਾ ਉਹਨੇ ਉਹ ਕੰਮ ਕਰ ਦੇਣਾ, ਕੋਈ ਸਿਖਾਉਣ ਤਾਂ ਨਹੀਂ ਜਾਂਦਾ। ਤੇ ਕੋਈ ਕੁੱਤੇ ਨੂੰ ਹਟਾ ਸਕਦਾ? ਨਹੀਂ ਨਾ ਹਟਾ ਸਕਦਾ। ਕਾਂ ਕਦੇ ਵੱਟਾਂ ਤੇ ਆਲਣੇ ਪਾ ਸਕਦੇ ਆ, ਉਹ ਟਟੀਰੀ ਨਹੀਂ ਪਾਉਣੇ ਆ। ਟਟੀਰੀ ਕਦੇ ਦਰਖਤ ਤੇ ਆਲਣੇ ਨਹੀਂ ਪਾਉਗੀ। ਇਹ ਕੁਦਰਤ ਨੇ ਪ੍ਰੋਗਰਾਮਿੰਗ ਕੀਤੀ ਹੋਈ ਆ ਹਾਰਡਵੇਅਰ ਦੇ ਵਿੱਚ ਹੀ। ਇਸੇ ਤਰ੍ਹਾਂ ਕੁਦਰਤ ਨੇ ਮਨੁੱਖ ਦੇ ਹਾਰਟ ਦੇ ਵਿੱਚ ਵਿਕਾਰਾਂ ਦੀ ਪ੍ਰੋਗਰਾਮਿੰਗ ਵੀ ਕੀਤੀ ਹੋਈ ਆ। ਔਰ ਇਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਜਿਹੜੇ ਵਿਕਾਰ ਨੇ ਇਹੀ ਮਨੁੱਖ ਤੋਂ ਗਲਤ ਕੰਮ ਕਰਾਉਂਦੇ ਨੇ, ਇਹੀ ਮਨੁੱਖ ਨੂੰ ਦੁੱਖ ਦਿੰਦੇ ਨੇ, ਇਹੀ ਮਨੁੱਖ ਨੂੰ ਬਿਮਾਰ ਠਮਾਰ ਕਰਦੇ ਨੇ। ਔਰ ਇਹਦੇ ਨਾਲ ਹੀ ਦੁਨੀਆ ਦੀ ਰੌਚਕਤਾ ਵੱਧ ਕੇ ਤੇ ਦੁਨੀਆ ਚੱਲਦੀ ਹੈ। ਸੋ ਇਸ ਕਰਕੇ ਸਿਆਣੇ ਲੋਕ ਹਰ ਵੇਲੇ ਹਮੇਸ਼ਾ ਐਫਰਟ ਕਰਦੇ ਆ। ਅਸੀਂ ਵੀ ਸਿਆਣੇ ਤਾਂ ਨਹੀਂ, ਪਰ ਅਸੀਂ ਵੀ ਐਫਰਟ ਕਰਦੇ। ਪਰ ਮੈਂ ਹੁਣ ਸੋਚਿਆ ਵੀ ਐਫਰਟ ਨਹੀਂ ਕਰਨੀ। ਮੈਂ ਤਾਂ ਹੁਣ ਉਦੋਂ ਲਿਖਿਆ ਵੀ ਸੀ ਵੀ ਮੈਂ ਝੂਠ ਨੂੰ ਫਰੋਲਣਾ ਵੀ ਛੱਡ ਦਿੱਤਾ, ਵੀ ਕੋਈ ਝੂਠਾ ਹੈ ਇਹ ਪ੍ਰੂਵ ਕਰਨਾ ਵੀ ਛੱਡ ਦਿੱਤਾ, ਵੀ ਕੋਈ ਫਾਇਦਾ ਨਹੀਂ। ਉਹਨੇ ਹਟਣਾ ਹੀ ਨਹੀਂ। ਉਹ ਇੱਥੇ ਨਹੀਂ ਬੋਲੂ, ਉੱਥੇ ਬੋਲੂ, ਇੱਧਰ ਨਹੀਂ ਹੋ ਉੱਧਰ ਬੋਲੂ। ਸੋ ਇਸ ਕਰਕੇ ਇਹ ਚਿੰਤਾ ਜਿਹੜੀ ਹੈ ਸਿੱਧੂ ਸਾਹਿਬ ਛੱਡ ਦਿਓ। ਜੋਲ ਸਾਹਿਬ, ਹੁਣ ਤੱਕ ਦਾ ਤੁਹਾਡੀ ਜ਼ਿੰਦਗੀ ਨੂੰ ਦੇਖਿਆ ਜਾਂ ਤੁਹਾਡੀ ਸਾਰੀ ਇੰਟਰਵਿਊ ਸੁਣ ਕੇ ਅੱਜ ਦੀ ਇੰਟਰਵਿਊ ਤੋਂ ਇਹ ਲੱਗਦਾ ਕਿ ਜ਼ਿੰਦਗੀ ਨੂੰ ਤੁਸੀਂ ਬਹੁਤ ਹੀ ਆਨੰਦ ਮੰਗਲ 'ਚ ਗੁਜ਼ਾਰਿਆ ਔਰ ਰੱਬ ਦੇ ਭਾਣੇ 'ਚ ਰਹਿ ਕੇ ਤੁਸੀਂ ਗੁਜ਼ਾਰਿਆ, ਹਿੰਮਤ ਆਪਣੀ ਬਣਾਈ ਰੱਖੀ ਹੈ। ਜੇ ਤੁਹਾਨੂੰ ਮੈਂ ਇਹ ਪੁੱਛਾਂ ਕਿ ਹੁਣ ਉਮਰ ਦੇ ਇਸ ਦੌਰ ਦੇ ਵਿੱਚ ਕੋਈ ਤੁਹਾਡਾ ਅਜਿਹਾ ਖਾਬ, ਅਜਿਹਾ ਕੰਮ, ਕੋਈ ਅਜਿਹੀ ਲਲ ਜਿਹੜੀ ਅਧੂਰੀ ਰਹਿ ਗਈ ਹੋਵੇ ਜਾਂ ਜਿਹੜੀ ਤੁਸੀਂ ਪੂਰੀ ਕਰਨਾ ਚਾਹੁੰਦੇ ਹੋ? ਲਾਲ ਕਲੋਲ ਤਾਂ ਕੋਈ ਨਹੀਂ, ਲੇਕਿਨ ਜਿਹੜੀ ਜੇ ਆਪਾਂ ਕਹੀਏ ਕਿ ਆਹ ਪੂਰਾ ਕਰਨਾ ਜਾਂ ਉਹ ਪੂਰਾ ਕਰਨਾ, ਉਹ ਬੰਦੇ ਦੇ ਵੱਸ 'ਚ ਨਹੀਂ ਆ, ਉਹ ਹੋਣਾ ਕਿ ਨਹੀਂ ਹੋਣਾ। ਪਰ ਇਹ ਆ ਵੀ ਜਿੰਨੇ ਦਰ ਜਿਉਂਦੇ ਆ ਉਹਨਾਂ ਕੋਈ ਨਾ ਕੋਈ ਆਈਡੀਆ ਆਈ ਜਾਂਦਾ ਤੇ ਉਹ ਕਰੀ ਜਾਂਦੇ ਆ। ਪਰ ਇਹ ਨਹੀਂ ਕਦੇ ਸੋਚੀਦਾ ਵੀ ਹਾਏ ਆਹ ਮੈਂ ਪੂਰਾ ਕਰਕੇ ਫੇਰ ਜਾਣਾ ਨਾ। ਜਿਹੜਾ ਹੋ ਜਾਊਗਾ ਹੋ ਜਾਊਗਾ। ਉਹ ਕਿ ਜਿਹਦੀ ਜਾਨ ਹੈ ਉਹਨੇ ਕੋਈ ਨਾ ਕੋਈ ਤਾਂ ਸੋਚਣਾ ਹੀ ਆ। ਪਰ ਇਹ ਨਹੀਂ ਹੈਗਾ ਵੀ ਕੋਈ ਇਦਾਂ ਦਾ ਆਹ ਹੀ ਜ਼ਰੂਰ ਕਰਨਾ। ਮਤਲਬ ਜਿੰਨਾ ਚਿਰ ਮਨ ਨੂੰ ਖੁਸ਼ੀ ਮਿਲਦੀ ਹੈ ਔਰ ਸੁਸਾਇਟੀ ਨੂੰ, ਸਮਾਜ ਲਈ ਕੁਝ ਕੰਟਰੀਬਿਊਟ ਹੁੰਦਾ, ਉਹ ਕਰੀ ਜਾਣਾ ਆਪਾਂ। ਜਿਹੜਾ ਉਹ 'ਚ ਹੋ ਜਾਊਗਾ ਠੀਕ ਹੈ, ਜਿਹੜਾ ਨਹੀਂ ਹੋਊਗਾ ਨਾ ਸੀ। ਕਿਉਂ ਜੀ? ਐਡੀ ਉਹ ਚਿੰਤਾ ਦੇ ਵਿੱਚ ਮੈਂ ਹੈ ਨਹੀਂਗਾ। ਨਾ ਹੀ ਮੈਨੂੰ ਕੋਈ ਹੋਇਆ ਵੀ ਮੇਰਾ ਕੋਈ ਵੀ ਆ, ਮੈਂ ਤਾਂ ਇਹ ਇੰਨਾ ਕੁ ਜ਼ਰੂਰ ਹੁੰਦਾ ਚੱਲ ਯਾਰ ਸੌਂ ਲਈਏ, ਇਹਦੇ ਨਾਲ ਹੀ ਮਿਲਦਾ ਜੁਲਦਾ ਮੇਰਾ ਜਾਂ ਭੁੱਖ ਲੱਗ ਗਈ ਕੋਈ ਚੀਜ਼ ਖਾ ਲਈ, ਏਦਾਂ ਦਾ ਹੁੰਦਾ। ਨਹੀਂ, ਇੱਕ ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਸਵਾਲ ਹੈ ਕਿ ਤੁਹਾਡੇ ਕਿਰਦਾਰ ਦੇ ਵਿੱਚ ਤੁਹਾਨੂੰ ਕਿਤੇ ਲੱਗਦਾ ਕਿ ਮੇਰੇ 'ਚ ਆਹ ਖੂਬੀ ਸੀਗੀ ਜਿਹਨੂੰ ਮੈਂ ਜ਼ਿੰਦਗੀ 'ਚ ਜ਼ਿਆਦਾ ਅਹਿਮੀਅਤ ਦੇ ਨਹੀਂ ਪਾਇਆ, ਜਾਂ ਮੈਂ ਨਹੀਂ ਦੇ ਪਾਇਆ, ਜਾਂ ਸਮਾਜ ਨਹੀਂ ਦੇ ਪਾਇਆ, ਜਾਂ ਘਰ ਦੇ ਨਹੀਂ ਦੇ ਪਾਏ। ਕਈ ਵਾਰ ਅਧੂਰੇ ਜਿਹੇ ਸੁਪਨੇ ਰਹਿ ਜਾਂਦੇ ਆ ਕਿ ਜੇ ਮੈਂ ਆਹ ਲਾਈਨ 'ਚ ਜਾਂਦਾ ਸ਼ਾਇਦ ਮੈਂ ਜ਼ਿਆਦਾ ਵਧੀਆ ਕਰ ਸਕਦਾ ਸੀ, ਮੈਨੂੰ ਮੌਕਾ ਨਹੀਂ ਮਿਲਿਆ। ਕੋਈ ਇੱਦਾਂ ਦਾ ਜ਼ਿੰਦਗੀ? ਨੋ, ਮੈਂ ਤਾਂ ਕਦੇ ਇਸ ਚੀਜ਼ ਬਾਰੇ ਸੋਚਿਆ ਹੀ ਨਹੀਂ ਵੀ ਆਹ ਮੇਰੇ ਕਾਬਲੀਅਤ ਸੀਗਾ। ਨਹੀਂ, ਜਿੰਨੀ ਕੁ ਹੈਗੀ ਆ ਉਹ ਆਪੇ ਦੁਨੀਆ ਨੂੰ ਪਤਾ ਲੱਗ ਜਾਂਦੀ ਆ। ਦੁਨੀਆ ਉਹਦੇ ਹਿਸਾਬ ਨਾਲ ਹੀ ਰਿਸਪੌਂਡ ਕਰਦੀ ਆ ਔਰ ਵਧੀਆ ਰਿਸਪੌਂਡ ਕੀਤਾ ਜੋ ਵੀ ਸੀਗਾ। ਮੈਨੂੰ ਆਪ ਨੂੰ ਨਹੀਂ ਪਤਾ ਹੁੰਦਾ ਸੀ ਮੈਂ ਆਹ ਕਰਨਾ। ਇਸ ਕਰਕੇ ਉਹ ਜਿਹੜਾ ਹੈਗਾ ਉਹ ਮੇਰੇ ਅੰਦਰ ਕੋਈ ਨਹੀਂ ਹੈਗੀ। ਦੁਨੀਆ ਜਿਹੜੀ ਆ ਉਹ ਆਪੇ ਕਰੀ ਜਾਂਦੀ ਆ, ਨਹੀਂ ਕਰੂ। ਨਾਲੇ ਦੁਨੀਆ ਕੀ ਆ, ਦੁਨੀਆ ਕੋਈ ਮੋਰੇ ਇਹ ਤਾਂ ਹੈ ਨਹੀਂਗਾ ਵੀ ਇੱਕ ਕੋਈ ਮੇਜਰ। ਦੁਨੀਆ ਤਾਂ ਤਰ੍ਹਾਂ ਤਰ੍ਹਾਂ ਦੀ ਆ। 4 ਬੰਦੇ ਤੁਹਾਡੇ ਨਾਲ ਖੜਨ ਵਾਲੇ ਹੋ ਜਾਂਦੇ ਆ, 8 ਵਿਰੋਧ ਹੋ ਜਾਂਦੇ ਆ, ਫਿਰ 16 ਤੁਹਾਡੇ ਨਾਲ ਖੜ ਜਾਂਦੇ ਆ, ਫਿਰ 2 ਪਿੱਛੇ ਹਟ ਜਾਂਦੇ ਆ। ਇਹ ਤਾਂ ਚੱਲੀ ਜਾਂਦਾ। ਸੋ ਉਹ ਕੋਈ ਇਸ਼ੂ ਨਹੀਂ ਹੈਗਾ। ਅੱਛਾ ਜੌਨ ਸਾਹਿਬ, ਮੇਰਾ ਲਾਸਟ ਤੁਹਾਨੂੰ ਇਹ ਸਵਾਲ ਹੋਏਗਾ ਕਿ ਜਨਰੇਟਰ ਸਿੰਘ ਜੌਨ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਜਾਣਿਆ ਜਾਣਾ ਪਸੰਦ ਕਰੂਗਾ, ਕਿ ਲੋਕ ਉਹਦੇ ਬਾਰੇ ਕੀ ਸੋਚਣ ਕਿ ਕਿਹੋ ਜਿਹਾ ਬੰਦਾ ਸੀ? ਤੁਸੀਂ ਕੀ ਸੋਚਦੇ ਹੋ? ਇਹ ਮੈਂ ਥੋੜ੍ਹਾ ਸੋਚਣਾ, ਆਪੇ ਹੀ ਸੋਚੀ ਜਾਓ ਦੁਨੀਆ। ਆਪੇ ਹੀ ਸੋਚੀ ਜਾਓ ਕਿੱਦਾਂ ਦਾ ਸੀ ਮੈਂ, ਕਿੱਦਾਂ ਦਾ। ਮੈਂ ਕੋਈ ਸਰਟੀਫਿਕੇਟ ਲੈਣਾ? ਮੈਂ ਤਾਂ ਇਹ ਦੇਖਦਾ ਵੀ ਕੀ ਮੇਰਾ ਸਮਾਂ ਜਿਹੜਾ ਆ ਉਹ ਮੇਰੇ ਸ਼ਾਂਤੀ ਨਾਲ, ਸੁੱਖ ਨਾਲ ਤੇ ਸਹਿਜ ਨਾਲ ਨਿਕਲ ਰਿਹਾ ਬਸ। ਜੇ ਕਿਸੇ ਨੂੰ ਮੈਂ ਚੰਗਾ ਵੀ ਲੱਗ ਜੂੰਗਾ ਤਾਂ ਉਹਨੇ ਕਿਹੜਾ ਮੇਰੇ ਹਾਰ ਪਾ ਦੇਣੇ ਆ, ਤੇ ਨਹੀਂ ਚੰਗਾ ਲੱਗੂਗਾ ਤਾਂ ਉਹਨੇ ਕਿਹੜੇ ਮੇਰੇ ਲਾ ਲੈਣੇ ਆ। ਕਿਉਂ ਜੀ? ਸੋ ਇਸ ਕਰਕੇ ਇਹ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਦੁਨੀਆ ਤੁਹਾਨੂੰ ਕਿਵੇਂ ਜਾਣੂਗੀ। ਦੁਨੀਆ ਨੇ ਆਪੇ ਜਾਣ ਲੈਣਾ। ਠੀਕ ਹੈ। ਦੁਨੀਆ ਦੇ ਆਪਣੇ ਮੇਜਰਮੈਂਟ ਹੁੰਦੇ ਆ, ਹਰ ਬੰਦੇ ਦੇ ਆਪਣੇ। ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਲੋੜ ਵੀ ਕੀ ਹੈ। ਐਡੀ ਦੁਨੀਆ, ਕਰੋੜਾਂ ਅਰਬਾਂ ਦੁਨੀਆ ਨੇ, ਤੇ ਮੈਂ ਕੋਈ ਇਹ ਤਾਂ ਹੈ ਨਹੀਂਗਾ ਵੀ ਮੈਂ ਬਹੁਤ ਉਹ 'ਚੋਂ ਸਿਰ ਕੱਢਾਂ। ਕਿਉਂਕਿ ਇਹੋ ਜਿਹੇ ਕੰਮ ਤਾਂ ਜਿਹੜੇ ਲੋਕ ਬਹੁਤ ਜਾਣੇ ਜਾਂਦੇ ਆ, ਪੋਲੀਟੀਕਲ ਲੀਡਰ ਜਾਂ ਕੀ ਆ, ਉਹਨਾਂ ਨੂੰ ਮੁੜ ਕੇ ਕਿਸੇ ਨੂੰ ਨਾਮ ਹੀ ਨਹੀਂ। ਤੁਹਾਨੂੰ ਅੱਜ ਤੋਂ 1970 ਵਾਲੇ ਲੀਡਰਾਂ ਦੇ ਨਾਮ ਹੀ ਨਹੀਂ ਪਤਾ ਹੋਣ, ਹੈਨਾ? ਤੇ ਮਤਲਬ ਜਿਹੜੇ ਹੋਣ ਵਾਲੇ ਆ ਇਹਨਾਂ ਦੇ ਹੋਰ 20 ਸਾਲਾਂ ਨੂੰ ਇਹਨਾਂ ਦੇ ਨਹੀਂ ਕਿਸੇ ਨੂੰ ਨਾ ਪਤਾ ਹੋਣੇ। ਇਹ ਤਾਂ ਐਵੇਂ ਮਸ਼ਹੂਰੀ ਜਿਹੜੀ ਹੁੰਦੀ ਨਾ,
ਵੀ ਇਦਾਂ ਜਾਣਿਆ ਜਾਵੇ, ਇਹ ਵੀ ਮਨ ਦਾ ਵਹਿਮ ਹੀ ਮਨ ਦਾ ਹੁੰਦੀ ਹੈ। ਵਹਿਮ ਹੀ, ਠੀਕ ਠੀਕ ਹੈ। ਮਨ ਦਾ ਵਹਿਮ ਹੀ ਹੁੰਦੀ ਹੈ। ਤੇ ਤੁਸੀਂ ਇੱਥੇ ਬਾਹਰ ਚਲ ਜਾਓ, ਤੁਸੀਂ ਜਾ ਕੇ ਬੰਦਿਆਂ ਨੂੰ ਨਾ ਪੁੱਛੋ, ਲੋਕਾਂ ਨੂੰ ਪਤਾ ਨਹੀਂ। ਅਖੀਰ ਦੇ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਤੋਂ ਯੰਗਰ ਜਨਰੇਸ਼ਨ ਨੂੰ ਜਾਂ ਆਮ ਸਮਾਜ ਨੂੰ? ਸੁਨੇਹਾ ਤਾਂ ਮੈਂ ਤਾਂ ਕੀ ਦੇਣਾ ਸੁਨੇਹਾ, ਸਿਰਫ ਇੰਨੀ ਗੱਲ ਹੈ ਵੀ ਜਿਹੜਾ ਵੀ ਕੋਈ ਬੰਦਾ ਹੈਗਾ ਜ਼ਿੰਦਗੀ ਜਿਉਣਾ ਚਾਹੁੰਦਾ, ਜ਼ਿੰਦਗੀ ਨੂੰ ਮਾਣੋ, ਜ਼ਿੰਦਗੀ ਦਾ ਆਨੰਦ ਮਾਣੋ। ਆਨੰਦ ਮਾਣੋ ਦਾ ਮਤਲਬ ਇਹ ਨਹੀਂ ਵੀ ਗੰਦ ਪਾਓ, ਆਨੰਦ ਮਾਣੋ, ਜ਼ਿੰਦਗੀ ਨੂੰ ਖੁਸ਼ੀ ਨਾਲ ਜੀਵੋ। ਇਹ ਸਾਰਾ ਕੁਝ ਜਿਹੜਾ ਤੁਹਾਡਾ ਰੋਟੀ ਦਾ ਪ੍ਰਬੰਧ ਜਿਹੜਾ ਉਹ ਪਰਮਾਤਮਾ ਨੇ ਕਰਨਾ, ਤੁਸੀਂ ਉਹਦੇ ਤੇ ਕੁਦਰਤ ਤੇ ਛੱਡੋ, ਉਹਨੇ ਤੁਹਾਡਾ ਕਰ ਹੀ ਦੇਣਾ। ਤੇ ਜਦੋਂ ਤੁਸੀਂ ਬਹੁਤ ਜ਼ਿਆਦਾ ਕਿਸੇ ਚੀਜ਼ ਦੇ ਮਗਰ ਪੈ ਜਾਂਦੇ ਹੋ ਤੇ ਉਹ ਜਿਹੜੀ ਚੀਜ਼ ਆ ਤੁਹਾਨੂੰ ਮਿਲਣ ਦੇ ਜਿਹੜੇ ਚਾਂਸ ਹੈ ਉਹ ਘਟ ਜਾਂਦੇ ਆ। ਆਪਣੇ ਆਪ ਨੈਚੁਰਲ ਫਲੋ ਹੋਣ ਦਿਓ, ਕੁਦਰਤੀ ਆਉਣ ਦਿਓ ਚੀਜ਼ਾਂ ਨੂੰ, ਔਰ ਬੜਾ ਵਧੀਆ ਆ ਜਾਣਾ, ਕੋਈ ਚੱਕਰ ਨਹੀਂ ਹੈਗਾ। ਜਿੰਨੇ ਜੋਗੇ ਤੁਸੀਂ ਹੈਗੇ ਤੁਹਾਨੂੰ ਉਹੀ ਮਿਲ ਜਾਣਾ, ਔਰ ਹੋ ਸਕਦਾ ਜੋ ਤੁਸੀਂ ਸੋਚਦੇ ਹੋ ਤੁਹਾਨੂੰ ਉਦੋਂ ਵੱਧ ਮਿਲ ਜਾਏ, ਪਰ ਫਿਰ ਉਹ ਵੱਧ ਕਈ ਵਾਰੀ ਪਚਦਾ ਵੀ ਨਹੀਂ। ਸੋ ਇਸ ਕਰਕੇ ਥੋੜਾ ਜਿਹਾ ਹਿਸਾਬ ਨਾਲ ਹੀ ਬਸ ਆਪਣਾ ਚੱਲੀ ਚਲੋ। ਨਾ ਮਾਣੋ, ਦੁਨੀਆ ਨੂੰ ਪਿਆਰ ਕਰੋ, ਜਿਹੜਾ ਟੱਕਰਦਾ, ਜਿਹੜਾ ਕੋਈ ਤੁਹਾਨੂੰ ਨਫ਼ਰਤ ਕਰਦਾ ਉਹਨੂੰ ਵੀ ਪਿਆਰ ਕਰੋ, ਜਿਹੜਾ ਤੁਹਾਨੂੰ ਕੋਈ ਪਿਆਰ ਕਰਦਾ ਉਹ ਤਾਂ ਤੁਹਾਨੂੰ ਕਰਨਾ ਹੀ ਪੈਣਾ। ਸੋ ਇਸ ਕਰਕੇ ਕੋਈ ਚੱਕਰ ਨਹੀਂ ਹੈਗਾ। ਚਲੋ ਜੌਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਸੀਗੇ ਜੀ ਜਨਮੇਜਰ ਸਿੰਘ ਜੌਲ। ਮੈਨੂੰ ਤਾਂ ਜੀ ਇੰਟਰਵਿਊ ਲੈਣ 'ਚ ਬਹੁਤ ਆਨੰਦ ਆਇਆ। ਸਰੋਤਿਓ, ਹੋ ਸਕਦਾ ਤੁਹਾਨੂੰ ਵੀ ਆਇਆ ਹੀ ਹੋ। ਤੇ ਇਹੋ ਜਿਹੇ ਪ੍ਰੋਗਰਾਮ ਲੈ ਕੇ ਅਸੀਂ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ।